ਕਾਰੰ ਨਮੋ ਨਿਰਜੁਰੈਨ। ਸੁਭੂਤਮ ਭਵਿੱਖਯੰ ਭਵਾਨ ਪਿਭਯ। ਭੂਤ ਵਿੱਚ ਭੂਤਕਾਲ ਦੇ ਵਿੱਚ ਵੀ ਸੀ ਉਹ, ਅੱਗੇ ਨੂੰ ਵੀ ਰਹੂਗਾ, ਭਵਿੱਖ 'ਚ ਵੀ ਰਹੂਗਾ, ਹੁਣ ਵੀ ਹੈਗਾ। ਇਹ ਚੱਕਰ ਚੱਲਦਾ ਹੀ ਰਹਿੰਦਾ, ਇੱਦਾਂ ਹੀ ਰਹਿੰਦਾ ਉਹ ਭਵਿਅਮ। ਨਮੋ ਨਿਰਭਕਾਰੰ, ਨਮੋ ਨਿਰਭਕਾਰੰ। ਉਹ ਨਿਰਵਕਾਰ ਰਹਿੰਦਾ ਤਿੰਨੇ ਕਾਲਾਂ ਦੇ ਵਿੱਚ, ਵਕਾਰ ਨਹੀਂ ਕੋਈ ਲੱਗਦਾ। ਉਹ ਨਹੀਂ ਜਾਗਦਾ ਉਹਦਾ। ਆਦਮੀ ਨੂੰ ਹੋ ਜਾ ਗਿਆ ਹੁੰਦਾ, ਨਿਆਣੇ ਨੂੰ ਹੁੰਦਾ ਨਹੀਂ, ਸਿਆਣੇ ਨੂੰ ਹੋ ਜਾ ਗਿਆ ਹੁੰਦਾ। ਪਹਿਲਾਂ ਹੁੰਦਾ ਨਹੀਂ ਜਵਾਕ ਨੂੰ। ਉਹ ਜਿੰਨਾ ਚਿਰ ਮਰਜ਼ੀ ਰਹਿੰਦਾ ਉਹਨੂੰ ਮੋਹ ਜਗਦਾ ਹੀ ਨਹੀਂ, ਲੋਭ ਜਗਦਾ ਹੀ ਨਹੀਂ, ਵਕਾਰ ਉਹਨੂੰ ਛੋਹਦਾ ਹੀ ਨਹੀਂ, ਨਿਰਵਕਾਰ ਰਹਿੰਦਾ। ਕੋਈ ਔਗਣ ਉਹਦੇ 'ਚ ਪੈਦਾ ਹੀ ਨਹੀਂ ਹੁੰਦਾ। ਨਮੋ ਨਿਰਜੁਰੈਨ। ਨਿਰਜੁਰੈਨ ਨਾ ਕਿਸੇ ਚੀਜ਼ ਨਾਲ ਜੁੜਦਾ, ਨਾ ਕਿਸੇ ਚੀਜ਼ ਨਾਲ ਜੁੜਦਾ, ਕਿਸੇ ਚੀਜ਼ ਨਾਲ ਜੁੜਦਾ। ਮਤਲਬ ਹੈ ਆਪਣੇ ਆਪ ਨਾਲ ਜੁੜਿਆ ਰਹਿੰਦਾ ਜਿਹੜਾ, ਉਹ ਕਿਸੇ ਚੀਜ਼ ਨਾਲ ਨਹੀਂ ਜੁੜਦਾ। ਜੇ ਕਿਸੇ ਚੀਜ਼ ਨਾਲ ਜੁੜਨਾ ਤਾਂ ਆਪਣੇ ਆਪ ਨੂੰ ਟੁੱਟ ਕੇ ਜੁੜਦਾ, ਦੋ ਥਾਂ ਹੋ ਕੇ ਜੁੜਦਾ। ਜਿਹੜਾ ਇੱਕ ਹੈ, ਜੇ ਕਿਸੇ ਚੀਜ਼ ਨਾਲ ਜੁੜੂ ਨਾ, ਇੱਛਾ ਪੈਦਾ ਹੋਵੇ ਦੀ, ਫਿਰ ਇਹਦੇ ਦੋ ਰੂਪ ਹੋ ਜਾਣ। ਨਮੋ ਦੇਵ ਦੇਵੰ ਨਮੋ ਰਾਜ ਰਾਜੰ। ਉਹ ਦੇਵਿਆਂ ਦਾ ਦੇਵ ਹੈ, ਇਸ ਕਰਕੇ ਉਹਨੂੰ ਨਮਸਕਾਰ ਹੈ। ਜੋ ਵੀ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਗਿਆਨਵਾਨ ਦੇਵ, ਗਿਆਨਵਾਨ ਦੀ ਸੈਂਸ ਚਾਹੁੰਦਾ ਹੁੰਦਾ। ਗਿਆਨ ਦੇਣ ਵਾਲਾ ਦੇਵ ਹੈ, ਪਦਾਰਥ ਦੇਣ ਵਾਲਾ ਦੇਵ ਨਹੀਂ ਹੁੰਦਾ। ਸੰਸਾਰੀ ਪਦਾਰਥ ਦੇਣ ਵਾਲਾ ਦੇਵ ਨਹੀਂ ਹੁੰਦਾ। ਉਹ ਜੇ ਦਾਤਾ ਆਪਣੇ ਆਪ ਨੂੰ ਸਮਝ ਲਵੇ ਤਾਂ ਗਲਤ ਹੈ। ਸਮਝੇ? ਜੇ ਆਪਣੇ ਆਪ ਨੂੰ ਵੀ ਮੇਰੇ ਤੋਂ ਦਵਾਇਆ ਗਿਆ ਦਾਨ, ਮੈਂ ਤਾਂ ਵਿੱਚ ਵੀਡੀਓ ਇਹ ਸਮਝ ਲਵੇ, ਫਿਰ ਠੀਕ ਹੈ, ਨੌਕਰ ਵਾਂਗੂ। ਨਮੋ ਦੇਵ ਦੇਵੰ ਨਮੋ ਰਾਜ ਰਾਜੰ। ਨਮੋ ਦੇਵ ਦੇਵੰ ਨਮੋ ਰਾਜ ਰਾਜੰ। ਦੇਵ ਤੇਰਾ ਦੇਵ ਹੈ, ਤੂੰ ਰਾਜਾਂ ਦਾ ਰਾਜਾ। ਰਾਜੇ ਵੀ ਤੇਰੇ ਅੰਡਰ ਨੇ, ਦੇਵਤੇ ਵੀ ਤੇਰੇ ਅੰਡਰ ਨੇ। ਜੇ ਦੇਵਤੇ ਕੋਈ ਦਿੰਦੇ ਨੇ ਕਿਸਮ ਤੇ ਤੋਂ ਹੀ ਲੈ ਕੇ ਦਿੰਦੇ। ਦੇਵ ਕੌਣ ਹੈ? ਦੇਵ ਅੰਤਰਾਤਮਾ। ਅੰਤਰਾਤਮਾ ਦੇਵ ਹੈ। ਦੇਵ ਕੋਲ ਕੁਛ ਨਹੀਂ ਹੁੰਦਾ। ਦੇਵ ਤਾਂ ਬੋਲਣਾ ਨਹੀਂ ਜਾਣਦਾ, ਉਹ ਕਹਿੰਦਾ ਮੈਂ ਆਪੋ ਬੋਲਣਾ ਜਾਣਦਾ। ਉਹ ਜੇ ਕੁਛ ਕਹਿੰਦਾ ਵੀ ਹੈ, ਦਿੰਦਾ ਵੀ ਹੈ ਨਾ, ਉਹ ਜਿਹੋ ਜਿਹਾ ਪਾਣੀ ਦਰਿਆ 'ਚ ਪਿੱਛੋਂ ਆਉਂਦਾ, ਉਹ ਜਿਹਾ ਕਹਾਂ ਸਪਲਾਈ ਕਰ ਦਿੰਦਾ। ਤਾਂ ਜਿੰਨੀ ਕੁ ਕਰੰਟ ਆਉਂਦੀ ਹੈ, ਜਿੰਨੀ ਕੁ ਫੋਰਸ ਪਿੱਛੋਂ ਆਉਂਦੀ ਹੈ, ਉਨੀ ਕੁ ਦੇ ਦਿੰਦੀ ਹੈ। ਡਿਮ ਲਾਈਟ ਆਉਂਦੀ ਹੈ, ਡਿਮ ਸਪਲਾਈ ਹੋ ਜਾਂਦੀ ਹੈ। ਜ਼ਿਆਦਾ ਆਉਂਦੀ ਹੈ, ਜ਼ਿਆਦਾ ਸਪਲਾਈ ਹੋ ਜਾਂਦੀ ਹੈ। ਉਹ ਤਾਰ ਤਾਂ ਬਿਜਲੀ ਨਹੀਂ ਬਣਾਉਂਦੀ, ਇਹ ਤੱਕ ਤਾਰ ਹੈ। ਅੰਤਰਾਤਮਾ ਦਾ ਤਾਰ ਹੈ। ਲਾਏ ਰਹਾਂ ਲਵਤਾਰ। ਅੰਤਰਾਤਮਾ ਜੁੜਨਾ ਤਾਂ ਤਾਰੇ ਜੋੜਨੀ ਹੈ, ਤਾਰ ਨਾਲੇ ਜੁੜਨਾ। ਤਾਰ ਦੇ ਰਾਹੀਂ ਜੋ ਕੋ ਮਿਲਣਾ। ਨਿਰਾਲੰਬ ਨਿਤਯੰ ਸੋ ਰਾਜਾ ਤੇ ਰਾਜੰ। ਨਿਰਾਲੰਬ, ਨਿਰਾਲੰਬ ਨਿਤਯੰ। ਲੰਬ ਹੁੰਦਾ ਆਸਰਾ। ਜਿਹੜਾ ਆਸਰਾ ਹੋਵੇ ਨਾ, ਆਸਰੇ ਤੇ ਖੜਾ ਹੋਵੇ, ਉਹ ਲੰਬ ਹੁੰਦਾ। ਇੱਕ ਸਿੱਧੀ ਲਾਈਨ, ਜਿਵੇਂ ਕੰਧ ਹੈ, ਆਪਣੀ ਕੰਧ ਸਿੱਧੀ ਹੈ ਨਾ 90 ਡਿਗਰੀ ਤੇ, ਇਹ ਧਰਤੀ ਤੇ ਖੜੀ ਹੈ। ਇਹ ਧਰਤੀ ਤੇ ਲੰਬ ਹੈ, ਆਸਰੇ ਖੜੀ ਹੈ ਧਰਤੀ ਤੇ। ਨਿਰਾਲੰਬ ਕਹਿੰਦਾ ਜਿਹੜਾ ਕਿਸੇ ਆਸਰੇ ਨਹੀਂ ਖੜਾ। ਖੜਾ ਹੈ, ਕਿਸੇ ਆਸਰੇ ਨਹੀਂ ਖੜਾ। ਖੜਾ ਤਾਂ ਹੈ ਉਹ, ਪਰ ਉਹਨੂੰ ਕਿਸੇ ਦਾ, ਉਹਦੇ ਆਸਰੇ ਤਾਂ ਸਭ ਕੁਝ ਖੜਾ ਹੈ। ਜਿਵੇਂ ਹੁਣ ਕੰਨਾਂ ਦੇ ਆਸਰੇ ਦੇਖੋ, ਛੱਤ ਖੜੀ ਹੈ, ਖੜੀ ਹੈ ਨਾ ਛੱਤ, ਪਰ ਕੰਨਾਂ ਵੀ ਆਸਰੇ ਧਰਤੀ ਦੇ ਖੜੀਆਂ ਨੇ। ਧਰਤੀ ਵੀ ਕਿਸੇ ਚੀਜ਼ ਦੇ ਆਸਰੇ ਖੜੀ ਹੈ। ਗਾਂ ਧਰਤੀ ਕਿ ਧਰਤੀ ਉਹਦੇ ਆਸਰੇ ਖੜੀ ਹੈ। ਬਾਕੀ ਤਾਂ ਸਾਰਿਆਂ ਨੂੰ ਆਸਰਾ ਚਾਹੀਦਾ ਹੈ। ਛੱਤ ਨੂੰ ਆਸਰਾ ਕੰਧਾਂ ਨਾ, ਕੰਧਾਂ ਨੂੰ ਆਸਰਾ ਧਰਤੀ ਦਾ, ਧਰਤੀ ਨੂੰ ਕਿਹਦਾ, ਧਰਤੀ ਨੂੰ ਆਸਰਾ ਉਹਦਾ। ਪਾਪ ਨਿਰਾਲੰਬ ਹੈ। ਨਿਤਯੰ ਔਰ ਨਿਤਯੰ ਦੇ ਰਹਿੰਦਾ ਨਿਰਾਲੰਬ। ਇਹ ਨਹੀਂ ਵੀ ਕੁਛ ਚਿਰ ਵਾਸਤੇ, ਜਿਵੇਂ ਜਾਨਵਰ ਉੱਡਦਾ ਆਕਾਸ਼ 'ਚ ਕੁਛ ਚਿਰ, ਉਹ ਤੋਂ ਬਿਨਾਂ ਆਸਰੇ ਤੇ ਉੜੀ ਜਾਂਦਾ ਉਹ।
ਫਿਰ ਥੱਕ ਜਾਂਦਾ, ਥੱਲੇ ਆ ਜਾਂਦਾ। ਉਹ ਹਮੇਸ਼ਾ ਹੀ ਨਿਰਾਲੰਬ ਰਹਿੰਦਾ, ਨਿਤਿਅਮ ਸਰਵਵਿਆਪੀ ਹੈ ਨਾ। ਹਾਂ, ਸੋ ਰਾਜਾ ਅਧਿਰਾਜੰ। ਇਸ ਕਰਕੇ ਉਹਨੂੰ ਰਾਜਾ ਅਧਿਰਾਜ ਕਹਿੰਦੇ। ਰਾਜਾ ਦਾ ਰਾਜਾ ਅਧਿਰਾਜ ਹੁੰਦਾ ਹੈ, ਰਾਜਾ ਦਾ ਵੀ ਰਾਜਾ। ਇਹ ਤੋਂ ਉੱਪਰ ਕੋਈ ਨਾ ਹੋਵੇ, ਸਭ ਥੱਲੇ ਹੀ ਥੱਲੇ ਹੋਣ। ਅਲੇਖੰ ਅਪੇਖੰ ਅਭੂਤੰ ਅਦਵੈਖੰ। ਅਲੇਖ ਹੈ, ਅੱਖਰਾਂ ਦੇ ਵਿੱਚ ਉਹਨੂੰ ਲਿਖਿਆ ਨਹੀਂ ਬੰਦ ਕੀਤਾ ਜਾ ਸਕਦਾ। ਦੇਖੋ, ਚੇਤਨ ਨੂੰ ਅੱਖਰਾਂ ਦੇ ਵਿੱਚ ਬੰਦ ਕੀਤਾ ਨਹੀਂ ਜਾ ਸਕਦਾ। ਅੱਖਰ ਚੇਤਨ ਲਿਖਦਾ ਹੈ, ਬਾਣੀ ਚੇਤਨ ਬੋਲਦਾ ਹੈ, ਬਚਨ ਚੇਤਨ ਕਰਦਾ ਹੈ, ਗੱਲ ਚੇਤਨ ਕਰਦਾ ਹੈ, ਅੱਖਰਾਂ ਨਾਲ ਲਿਖਦਾ। ਪਰ ਅੱਖਰਾਂ ਤੋਂ ਔਰ ਗੱਲ ਤੋਂ ਚੇਤਨ ਪਰੇ ਹੁੰਦਾ। ਉਹਨੇ ਤਾਂ ਗੱਲ ਬੋਲਤੀ, ਗੱਲ ਹਵਾ ਦੇ ਵਿੱਚ ਚਲੀ ਗਈ, ਦੂਏ ਦੇ ਕੰਨ 'ਚ ਪੈ ਗਈ ਜਾ ਕੇ। ਪਰ ਉਹਦਾ ਉੱਥੇ ਖੜੇ ਬੋਲਣ ਵਾਲਾ ਤਾਂ ਗੱਲ 'ਚ ਵੜ ਕੇ ਨਹੀਂ ਗਿਆ। ਉਹ ਤਾਂ ਉਹਦੇ ਵਿੱਚ ਨਹੀਂ ਹੈ। ਜੇ ਉਹ ਗੱਲ ਦੇ ਵਿੱਚ ਨਹੀਂ ਤਾਂ ਅੱਖਰਾਂ 'ਚ ਕਿਵੇਂ ਆ ਜੂ? ਜੇ ਬੋਲ ਵਿੱਚ ਨਹੀਂ ਹੈ ਬੋਲਣ ਵਾਲਾ ਆਪਣੇ ਬੋਲ ਵਿੱਚ ਨਹੀਂ ਹੈ, ਜੇ ਤਾਂ ਬੋਲਣਾ ਜਾਏ ਬੋਲ ਤਾਂ ਅੱਖਰ ਆਵਾ। ਜੇ ਤੇ ਬੋਲ ਉਹਦੀ ਜਗ੍ਹਾ ਅੱਛਰ ਨਹੀਂ ਹੋਣਾ, ਤੇ ਬੋਲ ਵਿੱਚ ਤਾਂ ਬੋਲਣ ਵਾਲਾ ਹੈ ਨਹੀਂ, ਫਿਰ ਅੱਖਰਾਂ 'ਚ ਕਿਵੇਂ ਵਾੜਤਾ ਤੁਸੀਂ? ਇਹ ਤੋਂ ਪਤਾ ਲੱਗਦਾ ਹੈ ਬੁੱਧੀਹੀਣਾਂ ਦਾ। ਅਸੰਖ ਮੂਰਖ ਅੰਧ ਘੋਰ, ਜਿਹੜੇ ਆਮ ਆਦਮੀ ਪਹਿਲੇ ਸਟੇਜ 'ਚ ਮੂਰਖ ਅੰਧ ਘੋਰ ਹੈ, ਬਣਨਾ ਤੇ ਧਾਰਮਿਕ। ਉਹ ਚਲੇ ਗਏ ਧਰਮ ਦੀ ਦੁਨੀਆ 'ਚ, ਜਿਹੜੀ ਮੋਸਟ ਇੰਟੈਲੀਜੈਂਟ ਬੰਦੇ ਦਾ ਕੰਮ ਹੈ, ਜਿਹਨੂੰ ਬਿਰਲੇ ਹੀ ਜਾਣ ਸਕਦੇ ਨੇ, ਬਿਰਲੇ ਨਹੀਂ ਕਰੇ, ਜਿਹਨੂੰ ਬਿਰਲੇ ਸਮਝ ਸਕਦੇ ਨੇ, ਉੱਧਰ ਚਲੇ ਗਏ। ਸਾਰਾ ਭੀੜ ਮੂਰਖ ਘੋਰਾਂ ਦੀ, ਉਹਨਾਂ ਨੇ ਆਪਣੇ ਅਰਥ ਨਵੇਂ ਹੀ ਬਣਾ ਲਏ, ਹੋਰ ਦੇ ਹੋਰ ਹੀ ਧਰਮ ਸਮਝ ਲਏ। ਇਹ ਮੂਰਖ ਘੋਰਾਂ ਦੀਆਂ ਗੱਲਾਂ ਨੇ ਬਣਾਈਆਂ ਹੋਈਆਂ। ਲੋਕਾਰੀਤ ਬਣ ਜਾਂਦੀ ਹੈ ਧਰਮ ਨਹੀਂ ਰਹਿੰਦਾ ਹੁੰਦਾ, ਲੋਕਾਰੀਤ ਹੁੰਦੀ। ਉਹ ਲੋਕਾਰੀਤ ਹੈ ਤਿਆਗਣ ਨੂੰ ਕਿਹਾ। ਪਰ ਤੁਮੇ ਤਿਆਗੀ ਹੋਵੇ ਪ੍ਰੀਤ, ਦੂਤਿਆ ਤਿਆਗੀ ਲੋਕਾਰੀਤ। ਧਰਮ ਦਾ ਲੋਕਾਰੀਤ ਬਣ ਜਾਂਦੇ ਹੁੰਦੇ ਨੇ। ਲੋਕਾਰੀਤ ਹੈ ਸਵੇਰੇ ਉੱਠਣਾ, ਹੁਣ ਇਸ਼ਨਾਨ ਕਰ ਲਗੇ ਉੱਥੇ, ਅੱਜ ਸੂਰਜ ਗ੍ਰਹਿਣ ਦਾ ਲੋਕਾਰੀਤ ਹੈ ਨਾ। ਬਹੁਤ ਦੁਨੀਆ ਡੁੱਬ ਕੇ ਮਰ ਜਾਣਾ, ਕਿੰਨੇ ਲੋਕਾਂ ਦੇ ਐਕਸੀਡੈਂਟ ਹੋ ਗਏ, ਸਾਰੇ ਟੱਬਰ ਮਰ ਗਏ ਰਾਹ 'ਚ। ਲੋਕਾਰੀਤ ਹੈ, ਇਹ ਲੋਕਾਰੀਤ ਹੈ। ਜਿਹੜੇ ਬਿਰਲੇ ਨੇ ਉਹ ਲੋਕਾਰੀਤ ਮਗਰ ਨਹੀਂ ਜਾਂਦੇ ਹੁੰਦੇ। ਜਿਹੜੇ ਲੋਕਾਰੀਤ ਤਿਆਗ ਦਿੰਦੇ ਨੇ ਉਹ ਉਹਨਾਂ ਬਿਰਲੇ ਸ਼ਾਮਲ ਹੁੰਦੇ ਨੇ, ਉਹ ਬੰਦੇ ਧਾਰਮਿਕ ਹੁੰਦੇ ਨੇ। ਲੋਕਾਰੀਤ ਤਿਆਗਣ ਤੋਂ ਬਾਅਦ ਧਰਮ ਦੀ ਪੌੜੀ ਸ਼ੁਰੂ ਹੁੰਦੀ ਹੈ। ਜਿਹੜੇ ਲੋਕ ਗੁਰਦੁਆਰੇ ਜਾਂਦੇ ਨੇ, ਠੀਕ ਹੈ, ਇਹਨਾਂ 'ਚੋਂ ਹੀ ਬਿਰਲੇ ਨਿਕਲਣੇ ਨੇ। ਉਹ ਨਿਕਲਣੇ ਇਹਨਾਂ ਵਿੱਚੋਂ ਹੀ ਨੇ ਬਿਰਲੇ। ਉਹ ਪਰ ਬਿਰਲੇ ਜਿਹੜੇ ਨਿਕਲੇ ਆਉਣਗੇ ਉਹ ਧਾਰਮਿਕ ਨੇ, ਦੂਏ ਉੱਦਾਂ ਹੀ ਨੇ, ਮੂਰਖ ਹੋ ਰਹੇ ਨੇ। ਨਿਕਲਣੇ ਇਹਨਾਂ 'ਚੋਂ ਹੀ ਨੇ। ਇਹ ਰੰਗਰੂਟ ਕਹਿ ਲਓ, ਇਹ ਰੰਗਰੂਟ ਨੇ, ਇਹਨਾਂ 'ਚੋਂ ਹੀ ਕੋਈ ਨਿਕਲਦਾ ਹੁੰਦਾ, ਨਿਕਲਦਾ ਇਹਨਾਂ 'ਚੋਂ ਹੀ ਹੁੰਦਾ। ਪਰ ਇਹ ਲੋਕਾਰੀਤ ਵਾਲੇ ਹੀ ਹੁੰਦੇ ਨੇ ਉੱਥੇ ਇਹਨਾਂ 'ਚ। ਕਬੀਰ ਵੀ ਇਹਨਾਂ 'ਚੋਂ ਨਿਕਲਿਆ, ਭਗਤ ਇਹਨਾਂ 'ਚੋਂ ਨਿਕਲੇ ਨੇ, ਨਿਕਲਦੇ ਇਹਨਾਂ 'ਚੋਂ ਹੀ ਨੇ, ਇਹ ਕੋਈ ਸ਼ੱਕ ਨਹੀਂ। ਪਰ ਇਹ ਸਾਰੇ ਧਾਰਮਿਕ ਨਹੀਂ ਹੁੰਦੇ ਲੋਕਾਰੀਤ ਵਾਲੇ, ਇਹਦਾ ਮੂਰਖ ਘੋਰ ਹੁੰਦੇ ਨੇ। ਅੱਛਾ, ਜਿਹੜੇ ਨਿਕਲਦੇ ਨੇ ਜੋ ਬਾਹਰ, ਉਹਨਾਂ ਨੂੰ ਕਰਾਈਏ ਕਹਿੰਦੇ ਨੇ। ਫਿਰ ਇਹ ਮੂਰਖ ਘੋਰ ਤਾਂ ਹੀ ਨੇ ਨਾ। ਅਸਲੀ ਜਿਹੜੇ ਛੱਡ ਕੇ ਨਿਕਲਦੇ ਨੇ ਉਹਨਾਂ ਦੇ ਖਿਲਾਫ ਹੋ ਜਾਂਦੇ ਨੇ, ਉਹਨਾਂ ਨੂੰ ਕਰਾਈਏ ਕਹਿੰਦੇ ਨੇ। ਕਿਉਂ? ਇਹਨਾਂ ਨੂੰ ਜੋ ਛੱਡ ਗਏ ਲੋਕਾਰੀਤ ਤੋਂ ਵਿਰੋਧੀ ਜਿਹੜਾ ਬੋਲਦਾ ਉਹਨੂੰ ਕਰਾਈਆ ਕਹਿੰਦੇ ਨੇ। ਫਿਰ ਇਹ ਉਹ ਤਾਂ ਉਸ ਨੂੰ ਧਰਮ ਮੰਨਦੇ ਨੇ, ਜਿਹਨੂੰ ਸਾਰੇ ਮੰਨਦੇ ਨੇ। ਕਹਿੰਦਾ ਇੰਨੇ ਲੋਕ ਇਹ ਗੱਲ ਮੰਨਦੇ ਨੇ, ਇਹ ਇਕੱਲਾ ਕਿਵੇਂ? ਅਗਲ ਵੋਟਾਂ ਦਾ ਕੰਮ ਨਹੀਂ ਹੈ। ਕਿਸੇ ਨੂੰ ਵੋਟਾਂ ਪਾ ਕੇ ਤੁਸੀਂ ਗਿਆਨਵਾਨ ਨਹੀਂ ਬਣਾ ਸਕਦੇ, ਕਿਸੇ ਨੂੰ ਵੋਟਾਂ ਪਾ ਕੇ ਤੁਸੀਂ ਤਕੜਾ ਨਹੀਂ ਬਣਾ ਸਕਦੇ। ਪਹਿਲਾਂ ਵੀ ਤੈਨੂੰ ਅਗਰ ਵੋਟਾਂ ਜ਼ਿਆਦਾ ਨੇ, ਹੁਣ ਤੂੰ ਵਰਲਡ ਚੈਂਪੀਅਨ ਹੋ ਗਿਆ, ਸਭ ਨੂੰ ਢਾਲੇਗਾ, ਕਿਵੇਂ ਢਾਲੂਗਾ? ਸਰੀਰਕ ਬਲ ਚਾਹੀਦਾ। ਇਹ ਸ਼ਕਤੀਆਂ ਨੇ ਜਿਹੜੀਆਂ ਅੱਜ ਵੋਟਾਂ ਦਾ ਕੰਮ ਨਹੀਂ ਹੈ। ਆਹ ਵੋਟ ਦੀ ਸ਼ਕਤੀ ਹੋਰ ਹੈ, ਇਹਨਾਂ ਨੇ ਨਵੀਂ ਬਣਾਈ ਹੋਈ ਹੈ ਗੱਲ। ਇਹ ਵਿਦਵਾਨਾਂ ਦੀ ਕਾਢ ਹੈ ਦਿਮਾਗ ਦੀ। ਇਹ ਵੀ ਸ਼ੈਤਾਨ ਦੀ ਕਾਢ ਹੈ, ਵੋਟਾਂ ਦੀ ਕਾਢ ਹੈ, ਸ਼ੈਤਾਨ ਦਿਮਾਗ ਦੀ ਕਾਢ ਹੈ।
ਤਾਂ ਹੀ ਦੁਨੀਆ ਦੇ ਸ਼ੈਤਾਨ ਦਾ ਹੀ ਰਾਜ ਹੈ। ਸ਼ੈਤਾਨ ਦੇ ਖਿਲਾਫ ਧਰਮ ਲੜ ਰਹੇ ਹਨ। ਇੱਕ ਪਾਸੇ ਸ਼ੈਤਾਨ ਹੈ, ਇੱਕ ਪਾਸੇ ਧਰਮ। ਧਰਮ ਦਾ ਲੜਾਈ ਸ਼ੈਤਾਨ ਨਾਲੇ ਹੁੰਦੀ ਹੈ, ਚਾਹੇ ਉਹ ਧਰਮ ਮੂਰਖੰਦ ਘੋਰਾਂ ਦਾ ਹੀ ਹੈ, ਪਰ ਸ਼ੈਤਾਨ ਦੇ ਨਾਲ ਲੜਦਾ ਹੀ ਰਹਿੰਦਾ ਹੈ ਮੂਰਖੰਦ। ਸ਼ੈਤਾਨ ਕਮ ਤੋਂ ਕਮ ਧਰਮ 'ਚ ਨਹੀਂ ਹੁੰਦਾ। ਮੂਰਖੰਦ ਘੋਰੇ ਹੁਣ ਸ਼ੈਤਾਨ ਘੱਟ ਹੁੰਦੇ ਨੇ, ਅਗਿਆਨੀ ਤਾਂ ਚਾਹੇ ਹੁਣ, ਪਰ ਸ਼ੈਤਾਨ ਵਾਲੀ ਪੜ੍ਹਾਈ ਨਹੀਂ ਪੜ੍ਹਦੇ। ਤਾਂ ਹੀ ਮੁਰਕੇ ਦੇ ਹੱਕ 'ਚ ਨੇ ਉਹ। ਖੁੱਲੀ ਜਿਹੜੀ ਛੂਟ ਹੈ ਆਹ ਉਹ ਜਿਵੇਂ ਉਹ ਇਹਨਾਂ ਨੇ ਉਹ ਸਮਲਿੰਗੀ ਹੋਰ ਬਹੁਤ ਕੁਛ ਹੈ ਜੋ ਬੇਪਰਦਗੀ ਜਿਹਨੂੰ ਕਹਿੰਦੇ ਨੇ, ਬੇਹਯਾਈ ਹੈ ਜਿਹੜੀ, ਉਹਦੇ ਖਿਲਾਫ ਨੇ ਸਾਰੇ ਧਰਮ। ਬੇਹਯਾਈ ਤੋਂ ਖਿਲਾਫ, ਜ਼ਬਤ ਵਿੱਚ ਰਹਿਣ ਦੇ ਵਿੱਚ ਜ਼ਬਤ ਹੈ ਜਿਹੜੀ, ਇਹਦੇ ਬਿਨਾਂ ਤਾਂ ਸਾਰਾ ਤਾਰ ਹੋ ਜੂਗਾ ਸਮਾਜ। ਸਮਾਜਿਕ ਬੰਧਨ ਵੀ ਕੋਈ ਚੀਜ਼ ਹੈ। ਇਹ ਗੱਲ ਦੀ ਕਈ ਜਿਹੜੇ ਕੋਰਟਾਂ ਨੇ ਨਾ ਜੱਜ, ਉਹ ਵੀ ਬਦ ਦਿਮਾਗ ਨੇ, ਉਹ ਵੀ ਬੜੇ ਲਿਖੇ ਨੇ। ਆਦਮੀ ਹੁੰਦਾ ਆਖਰ ਜੱਜ ਵੀ ਆਦਮੀ, ਉਹਨਾਂ ਦੇ ਤਾਂ ਹੀ ਉਹਨਾਂ ਦੇ ਆਪਣੇ ਆਪਣੀ ਰਾਏ ਡਿਫਰੈਂਟ ਹੈ ਜੱਜਾਂ ਦੀ। ਉਹ ਕਿਹੜਾ ਇੱਕੋ ਹੀ ਰਾਏ ਉਹਨਾਂ ਦੀ, ਇੱਕ ਰਾਏ ਤਾਂ ਸਿਰਫ ਭਗਤਾਂ ਦੀ ਹੁੰਦੀ ਹੈ। ਧਾਰਮਿਕ ਆਦਮੀ ਦਾ ਜ਼ਿਆਦਾ ਕਿਰਾਏ ਤੇ ਇਕੱਠੇ ਹੋ ਜਾਂਦੇ ਨੇ, ਦੂਏ ਨਹੀਂ ਕਿਰਾਏ ਤੇ ਇਕੱਠੇ ਹੁੰਦੇ। ਦੂਜਾ ਸਿਆਸਤ ਦੇ ਵਿੱਚ ਕਈ ਧੜੇ ਫਿਰ ਬਣ ਜਾਂਦੇ ਨੇ ਝਟਾਪਟ। ਹਾਂਜੀ, ਅਲੇਖੰ ਅਪੇਖੰ। ਅਲੇਖਮ ਅਪੇਖਮ, ਲੇਖੇ ਤੋਂ ਪਰੇ, ਲੇਖੇ ਤੋਂ ਪਰੇ ਹੈ। ਲਿਖੀ ਹੋਈ ਜੋ ਚੀਜ਼ ਹੈ ਪ੍ਰਭਾਵਿਤ ਹੋ ਜਾਂਦੇ ਨੇ ਉੱਤੇ, ਜਿਵੇਂ ਅਸੀਂ ਹੋਏ ਹੋਏ। ਅਸਲ 'ਚ ਲਿਖਤ ਤੋਂ ਅਸੀਂ ਪ੍ਰਭਾਵਿਤ ਨਹੀਂ ਹੋਏ। ਇਹ ਵੀ ਗੱਲ ਗਲਤ ਹੈ ਵੀ ਅਸੀਂ ਲਿਖਤ ਤੋਂ ਪ੍ਰਭਾਵਿਤ ਹੋ। ਜੇ ਅਸੀਂ ਗੁਰਬਾਣੀ ਦੀ ਲਿਖਤ ਤੋਂ ਪ੍ਰਭਾਵਿਤ ਹੋਈਏ ਤਾਂ ਜਿਹੜੇ ਜੱਗ ਆਏ ਨੇ, ਗੁਰੂ ਕੇ ਚੋਲੇ ਨੇ, ਖੜਾ ਪਊਏ ਨੇ, ਜੁੱਤੀਆਂ ਨੇ, ਇਹਨਾਂ ਨੂੰ ਨਾ ਬੁੱਝੀਏ। ਫਿਰ ਅਸੀਂ ਫਿਰ ਇਹਨਾਂ ਮਗਰ ਆ ਜਾਈਏ। ਉਹ ਹੀਰੇ ਜਵਾਹਰਾਤ ਤਾਂ ਛੱਡੀ ਫਿਰਦੇ ਮੱਤ ਵਿੱਚ ਜਵਾਹਰ ਗੁਰਮਤ ਮੰਨਦੇ ਨਹੀਂ ਹੈਗੇ। ਅਸੀਂ ਲਿਖਤ ਨੂੰ ਐਵੇਂ ਪਖੰਡ ਹੈ ਵੀ ਜਿੱਦਣ ਗੁਰੂ ਕੀ ਮੱਤ ਨੂੰ ਮੰਨਣ ਲੱਗੇ ਨਾ, ਇਹਨਾਂ ਅੱਖਰਾਂ ਦੀ ਕੀਮਤ ਪਾ ਲਈ ਅਸੀਂ ਸਭ ਕੁਝ ਛੱਡ ਦਾਂਗੇ। ਅੱਖਰ ਤਾਂ ਛਡਾਉਂਦੇ ਨੇ, ਅਸੀਂ ਛੱਡਦੇ ਨਹੀਂ। ਮੰਨਦੇ ਅੱਖਰਾਂ ਨੂੰ ਵੀ ਨਹੀਂ ਹੈ, ਮੰਨਦੇ ਗੁਰਬਾਣੀ ਨੂੰ ਵੀ ਨਹੀਂ ਹਨ। ਤਾਂ ਹੀ ਤਾਂ ਮੂਰਖੰਦ ਘੋਰ ਨੇ। ਉਹ 300 ਸਾਲ ਗੁਰੂ ਦੇ ਨਾਲ ਰੌਲਾ ਪਾਈ ਜਾਂਦੇ ਨੇ। ਨਾਲ ਤਾਂ ਤੁਸੀਂ ਤਾਂ ਆਓ ਜੇ ਮੰਨ ਕੇ ਚੱਲੋ, ਨਾਲ ਕਿੱਥੇ ਹੋ? ਨਾਲ ਕਿੱਥੇ ਹੋ? ਨਾਲ ਤਾਂ ਉਹ ਜਿਹੜਾ ਮੰਨਦਾ ਬਾਣੀ ਨੂੰ, ਜਿਹੜਾ ਨਹੀਂ ਮੰਨਦਾ ਨਾ ਗੁਰੂ ਉਹਦੇ ਨਾਲ ਹੈ ਨਾ ਗੁਰੂ ਦੇ ਨਾਲ ਹੈ। ਬਾਣੀ ਦੇ ਨਾਲ ਚੱਲਣਾ, ਬਾਣੀ ਨੂੰ ਮੰਨਣਾ। ਨਾ ਉਹਨਾਂ ਨੂੰ ਪਤਾ ਹੀ ਹੈ ਕੀ ਲਿਖਿਆ ਹੈ, ਨਾ ਕਦੇ ਖੋਜਿਆ ਹੀ ਉਹਨਾਂ ਨੇ। ਆਏ ਫਿਰ ਜਿਹੜੇ ਦਿਨ ਬਣਾਉਂਦੇ ਨੇ ਨਾ, ਜੇ ਗੁਰੂ ਦੇ ਨਾਲ ਹੋਵੋ ਤਾਂ ਗੁਰੂ ਤਾਂ ਮਰਦਾ ਹੀ ਨਹੀਂ। ਆ ਬਰਸੀਆਂ ਕਾਹਦੀਆਂ ਬਣਾਉਂਦੇ? ਗੁਰੂ ਨੂੰ ਮਰਦਾ ਨਾ ਜਪਦਾ। ਉਹਦਾ ਜਨਮ ਸਰੀਰ ਉਹਨੂੰ ਨਹੀਂ ਬਾਣੀ ਮਿਲਦੀ ਹੈ, ਉਹਦਾ ਸਰੀਰ ਨਾਲ ਜੁੜਿਆ ਸੀ। ਉਹ ਤਾਂ ਸਰੀਰ ਨਾਲ ਜੁੜਨਾ ਤਾਂ ਸਜ਼ਾ ਸੀਗੀ। ਉਹ ਸਜ਼ਾ ਹੀ ਤਾਂ ਮੁਕਤੀ ਹੋਈ ਹੈ। ਹਰ ਵਾਰ ਸਰੀਰ ਮਿਲਦਾ ਸੀ, ਸਜ਼ਾ ਮਿਲਦੀ ਸੀ। ਹਰ ਵਾਰ ਸਰੀਰ ਮਿਲਣਾ ਤਾਂ ਸਜ਼ਾ ਕਹਿੰਦੀ ਹੈ ਬਾਣੀ। ਵੀ ਜਦ ਨਾ ਮਰਦਾ ਰਹੇਗਾ ਇਹ ਤਾਂ ਸਜ਼ਾ ਹੀ ਤਾਂ ਡਰਾਬਾ ਸਜ਼ਾ ਦਾ। ਹੋਰ ਸਜ਼ਾ ਹੈ ਕੀ? ਉਹਨਾਂ ਨੂੰ ਛੁਟਕਾਰਾ ਮਿਲਿਆ ਜਨਮ ਤੋਂ। ਤੁਸੀਂ ਜਨਮ ਬਣਾਉ ਰਹੇ ਹੋ ਵੀ ਸ਼ੁਕਰ ਹੋਇਆ ਤੇ ਉਹਨਾਂ ਦਾ ਜਨਮ ਹੋਇਆ ਸੀ। ਉਹ ਜਨਮ ਪਦਾਰਥ ਕਦ ਮਿਲਿਆ ਸੀ? ਜਿੱਦਣ ਜਨਮ ਮਨ ਕੱਟਿਆ ਗਿਆ, ਉਹਦਾ ਕਿਸੇ ਨੂੰ ਪਤਾ ਹੀ ਨਹੀਂ। ਇਸ ਕਰਕੇ ਵਰਸੀਆਂ ਨਹੀਂ ਹੁੰਦੀਆਂ, ਭਗਤਾਂ ਦੀਆਂ ਵਰਸੀਆਂ ਨਹੀਂ ਹੁੰਦੀਆਂ। ਜਿਹੜੇ ਬਣਾਉਂਦੇ ਨੇ ਮੂਰਖੰਦ ਘੋਰ ਨੇ, ਉਹਨਾਂ ਨੂੰ ਸਮਝ ਨਹੀਂ ਆਈ ਗੁਰਬਾਣੀ ਕੀ ਕਹਿੰਦੀ ਹੈ। ਇਸ ਕਰਕੇ ਕੋਈ ਗੁਰਮਤ ਬਾਰੇ ਡਿਵੈਲਪਮੈਂਟ ਹੈ ਨਹੀਂ। ਉਹ ਕਿਸੇ ਹੋਰ ਤਰੀਕੇ ਨਾਲ ਜੁੜੇ ਹੋਏ ਨੇ, ਹਿੰਦੂ ਅਸੀਂ ਕਿਸੇ ਹੋਰ ਤਰੀਕੇ ਨਾਲ ਜੁੜੇ ਹੋਏ। ਉਹ ਵੀ ਕੋਈ ਦਿਨ ਮਨਾਉਂਦੇ ਤੇ ਦੀਵਾਲੀਆਂ ਦੂਲੀ ਬਣਾਉਂਦੇ ਤੇ ਇਹ ਬਣਾਉਂਦੇ ਤੇ ਅਸੀਂ ਕਿਸੇ ਹੋਰ ਤਰੀਕੇ। ਗੱਲ ਉਹੀ ਹੈ।
ਘਰ ਦਾ ਨਹੀਂ ਕੋਈ ਫਰਕ ਪਿਆ। ਉਹ ਮੁਸਲਮਾਨ ਈਦ ਮਨਾਉਂਦੇ ਨੇ, ਰੋਜ਼ੇ ਰੱਖਦੇ ਨੇ, ਹਿੰਦੂ ਵਰਤ ਰੱਖਦੇ ਨੇ। ਸਿੱਖਾਂ ਨੇ ਆਪਣਾ ਲੰਗਰ ਲਾਉਣੇ ਸ਼ੁਰੂ ਕਰਤੇ, ਪਰ ਰੋਜ਼ੇ ਤੇ ਉਲਟ ਕਰ ਲਿਆ ਵੀ ਸਾਰਾ ਹੀ ਸਾਲ ਲੰਗਰ ਲਾਓ। ਇਹ ਤਾਂ ਆਪਣੇ ਆਪਣੇ ਜਿਹੋ ਜਿਹਾ ਕਿਸੇ ਨੂੰ ਚੰਗਾ ਲੱਗਿਆ ਨਾ, ਦੂਏ ਨੂੰ ਥੋੜ੍ਹਾ ਜਿਹਾ ਅਲੱਗ ਕਰਨਾ। ਮਨੌਤਾਂ ਨੇ, ਮਨਮੱਤਾਂ ਨੇ ਸਾਰੀਆਂ ਹੀ, ਇਹ ਮਨਮੱਤਾਂ ਦੇ ਵਿੱਚੋਂ ਪੈਦਾ ਹੋਈਆਂ ਚੀਜ਼ਾਂ ਨੇ। ਗੁਰਮਤਿ ਜੋ ਲਿਖਿਆ ਹੈ, ਲਿਖਤ ਗੁਰਮਤਿ, ਲਿਖਤ ਨੂੰ ਸਿੱਖ ਨਹੀਂ ਮੰਨਦੇ, ਨਹੀਂ ਮੰਨਦੇ। ਜਿੱਦਣ ਲਿਖਤ ਇਹਨਾਂ ਨੇ ਅੱਖਾਂ ਖੋਲ ਕੇ ਪੜ੍ਹ ਲਈ ਔਰ ਮੰਨ ਲਈ, ਉਦੋਂ ਤਾਂ ਬਦਲ ਜਾਊਗਾ ਜੀਵਨ, ਦੁਨੀਆ ਬਦਲ ਦੇਣਗੇ ਇਹ। ਉਦੋਂ ਦੁਨੀਆ ਇਹਨਾਂ ਦੀ ਮਗਰ, ਮਾਇਆ ਇਹਨਾਂ ਦੀ ਮਗਰ ਬਣ। ਹੁਣ ਇਹ ਮਾਇਆ ਦੇ ਪਿੱਛੇ ਰਾਜ ਦੇ, ਉਦੋਂ ਤਾਂ ਰਾਜ ਇਹਨਾਂ ਦੇ ਪਿੱਛੇ ਫਿਰੂ ਤੁਰਿਆ। ਜਦੋਂ ਇਹਨਾਂ ਨੇ ਮੰਨ ਲਿਆ ਨਾ, ਰਾਜ ਇਹਨਾਂ ਦੇ ਪਿੱਛੇ ਫਿਰੂ। ਨਾ ਇਹ ਮੰਨਣ, ਨਾ ਰਾਜ ਇਹਨਾਂ ਨੂੰ ਮਿਲੇ। ਇਹਨਾਂ ਦਾ ਐਤਬਾਰ ਕੌਣ ਕਰੂਗਾ? ਜਿਹੜਾ ਗੁਰਬਾਣੀ ਨੂੰ ਮੰਨਦਾ ਉਹ ਤਾਂ ਨਹੀਂ ਕਿਸੇ ਨੇ ਐਤਬਾਰ ਕਰਨਾ। ਆਪਸ ਵਿੱਚ ਨਹੀਂ ਤੁਸੀਂ ਇੱਕ ਦੂਜੇ ਤੇ ਕਰਦੇ ਐਤਬਾਰ, ਕਿਉਂ ਨਹੀਂ ਕਰਦੇ? ਜਿਹੜਾ ਆਦਮੀ ਆਪਣਾ ਗੁਰੂ ਤੇ ਐਤਬਾਰ ਨਹੀਂ ਕਰਦਾ, ਉਹ ਤੇ ਦੂਆ ਕਿਵੇਂ ਕਰ ਲਵੇ ਐਤਬਾਰ? ਇਹ ਲੀਡਰ ਆਪਸ ਵਿੱਚ ਕਿਉਂ ਨਹੀਂ ਐਤਬਾਰ ਕਰਦੇ? ਐਤਬਾਰ ਕਰਦੇ ਯੋਗ ਹੀ ਨਹੀਂ ਹਨ ਆਪਸ ਵਿੱਚ ਕੋਈ ਵੀ। ਸਾਰੇ ਸਮਝਦੇ ਨੇ ਇੱਕ ਦੂਜੇ ਨੂੰ ਐਤਬਾਰ ਕਰਨ ਦੇ ਯੋਗ ਨਹੀਂ, ਕਿਉਂ ਗੁਰੂ ਦੀ ਗੱਲ ਨਹੀਂ ਨਾ ਮੰਨਦੇ। ਜਿਹੜਾ ਮੰਨੂਗਾ ਬਾਣੀ ਨੂੰ, ਉਹਦੇ ਤੇ ਐਤਬਾਰ ਸਾਰੇ ਹੀ ਕਰ ਲੈਣਗੇ। ਹੁਣ ਤਾਂ ਕਹਿੰਦੇ ਮੇਰੀ ਮਗਰ ਲੱਗੋ, ਹਰੇਕ ਆਪਣੀ ਮਗਰ ਲਾਉਂਦੇ ਨੇ। ਗੁਰੂ ਦੀ ਗੱਲ ਛੱਡੀ ਹੋਈ ਆ ਸਭ ਨੇ, ਆਪਣੀ ਮਰਜ਼ੀ ਦੀ ਮਗਰ ਲਾਉਂਦੇ ਨੇ। ਮੇਰੇ ਮਗਰ ਚੱਲੋ, ਇਹੀ ਤਾਂ ਛਡਾਈ ਸੀ ਗੁਰਬਾਣੀ, ਇਹੀ ਗੱਲ ਛਡਾਉਂਦੀ ਹੈ। ਇਹ ਤਾਂ ਹੀ ਖਿਲਾਫ ਹੈ ਬਾਣੀ, ਇਹੀ ਅਸੀਂ ਛੱਡਦੇ ਨਹੀਂ। ਜਿੱਦਣ ਬਾਣੀ ਪੜ੍ਹ ਲਈ, ਸੁਣ ਲਈ, ਮੰਨ ਲਈ, ਸਮਝ ਲਈ, ਜਦੋਂ ਮੰਨਣ ਵੀ ਉਦੋਂ ਲੱਗਣਾ, ਮੰਨਣ ਵੀ ਉਦੋਂ ਲੱਗਾਂਗੇ। ਇੱਧਰ ਨੂੰ ਸਮਝ ਆ ਗਿਆ। ਹਾਲ ਤਾਂ ਸਮਝਣ ਵਾਲੇ ਪਾਸੇ ਹੀ ਨਹੀਂ ਗਏ ਹੋਏ। ਹਾਲ ਤਾਂ ਲੋਗਾਰੀ ਤੇ ਹੋ ਰਹੇ, ਕੋਈ ਕੁਛ ਕਰਦਾ, ਕੋਈ ਮਾਲਾ ਫੇਰੀ ਜਾਂਦਾ ਦਿਖਾਵੇ ਖਾਤਰ। ਕਾਰ 'ਚ ਵੀ ਪੂਰੇ ਟੰਗ ਕੇ ਰੱਖਦਾ ਵੀ ਲੋਕਾਂ ਨੂੰ ਦੇਖੇ, ਸ਼ੀਸ਼ੇ 'ਚ ਪਹਿਲਾਂ ਮਾਲਾ ਦੇਖੇ ਨਾਲ, ਜਾਂ ਮੈਂ ਦੇਖੋ। ਇਹ ਸਭ ਦਿਖਾਵੇ ਨੇ। ਲੋਕਾਂ ਨੂੰ ਦਿਖਾਉਣ ਖਾਤਰ ਹੁੰਦੀ ਆ ਮਾਲਾ। ਗੁਰਬਾਣੀ 'ਚ ਵੀ ਲਿਖਿਆ ਕਿਆ ਦਿਖਲਾਵੇ ਲੋਏ, ਇਹ ਦਿਖਾਵਾ ਸਿਰਫ ਮਾਲਾ। ਇਹ ਸਾਰਾ ਧਰਮ ਵੀ ਸਾਰਾ ਦਿਖਾਵੇ ਦਾ ਹੀ ਹੈ। ਜੋ ਕੀਰਤਨ ਦਰਬਾਰ ਹੈ ਉਹ ਸਭ ਦਿਖਾਵਾ। ਲੀਡਰੀ ਚਿਪਕਾਉਣੀ, ਸਟੇਜ ਤੇ ਆਪ ਜਾਣਾ, ਇਹ ਕੀ ਹੈ? ਸਭ ਦਿਖਾਵਾ, ਕੁਛ ਨਹੀਂ ਇਹਦੇ ਪਿੱਛੇ। ਜਦ ਗੁਰਬਾਣੀ ਨਹੀਂ ਮੰਨਣੀ, ਸਗੋਂ ਉਲਟ ਮੈਸੇਜ ਹੈ ਔਲਾਦ ਵਾਸਤੇ। ਸਾਡੇ ਗਾਹਾਂ ਦੀ ਜਿਹੜੀ ਪਨੀਰੀ ਹੈ ਨਾ, ਉਹਦੇ ਵਾਸਤੇ ਉਲਟ ਮੈਸੇਜ ਹੈ। ਗੁਰੂ ਦੇ ਆਲੇ ਦੁਆਲੇ ਰਹਿਣਾ, ਲੀਡਰ ਬਣ ਕੇ ਰਹਿਣਾ, ਕੰਮ ਪੁੱਠੇ ਕਰਨੇ, ਉਹੀ ਕੰਮ ਸਾਡੇ ਗਾਹਾਂ ਵਾਲੇ ਜਵਾਕ ਕਰਨਗੇ। ਇਹ ਤਾਂ ਉਲਟ, ਅਸੀਂ ਰਾਹ ਉਲਟ ਬਣ ਕੇ ਦੇ ਦਿੱਤਾ ਉਹਨਾਂ ਨੂੰ। ਜਿੰਨਾ ਨੌਜਵਾਨ ਇਹਨਾਂ ਦੇ ਨਾਲ ਜਵਾਨ ਮੁੰਡੇ ਨੇ, ਕਿਸੇ ਨੂੰ ਗੁਰਮਤਿ ਨਾਲ ਕੋਈ ਲੇਸ ਨਹੀਂ। ਜਿਹੜੇ ਅਕਾਲੀਆਂ ਨਾਲ ਤੁਰੇ ਫਿਰਦੇ, ਕੋਈ ਗੁਰਮਤਿ ਦਾ ਇੱਕ ਅੱਖਰ ਨਹੀਂ ਜਾਣਦਾ। ਜਿਹੜਾ ਕੋਈ ਜਾਣਦੇ ਨੇ ਉਹ ਗੁਰਮਤਿ ਦੇ ਖਿਲਾਫ ਹੈ। ਜਿਹੜਾ ਇਹ ਬੋਲਦੇ ਨੇ, ਇਹ ਇਤਿਹਾਸ ਨਾਲ ਜੁੜੇ ਹੋਏ ਨੇ। ਇਤਿਹਾਸ ਵੈਰ ਵਿਰੋਧ ਪੈਦਾ ਕਰਦਾ ਹੈ। ਸਿੱਖ ਦਾ ਕੰਮ ਕੀ ਹੈ? ਸੰਸਾਰ 'ਚੋਂ ਵੈਰ ਵਿਰੋਧ ਖਤਮ ਕਰਨਾ। ਗੁਰਮੁਖ ਵੈਰ ਵਿਰੋਧ ਗਵਾਵਾ। ਜਿਹੜਾ ਕੰਮ ਸੀ ਨਾ ਸਿੱਖ ਦਾ, ਵੈਰ ਵਿਰੋਧ ਖਤਮ ਕਰਨਾ ਸੰਸਾਰ 'ਚੋਂ, ਉਹ ਤੇ ਖਿਲਾਫ ਨੇ ਸਾਰੇ। ਇਹ ਇਤਿਹਾਸ ਵੈਰ ਵਿਰੋਧ ਪੈਦਾ ਕਰਦਾ, ਗੁਰਮਤਿ ਵੈਰ ਵਿਰੋਧ ਮਿਟਾਉਂਦੀ ਹੈ। ਇਤਿਹਾਸ ਗੁਰਮਤਿ ਦੇ ਖਿਲਾਫ ਹੈ। ਗੁਰਮਤਿ ਦੇ ਜੜ੍ਹਾਂ ਨੂੰ ਕੁਹਾੜਾ ਲੈ ਕੇ ਪਏ ਹੋਏ ਨੇ ਸਾਰੇ। ਗੁਰਮਤਿ ਦੀਆਂ ਜੜ੍ਹਾਂ ਨੂੰ ਕਈ ਵਾਰ ਕੁਹਾੜਾ ਲੈ ਕੇ ਪਏ ਹੋਏ ਨੇ ਸਾਰੇ ਇਹ ਜਿਹਨੇ ਸਿਆਸਤਦਾਨ ਨੇ। ਇਸ ਕਰਕੇ ਦੁਨੀਆ ਇਹਨਾਂ ਨੂੰ ਨਫ਼ਰਤ ਕਰਦੀ ਹੈ। ਇਹ ਕਾਬਲੇ ਨਫ਼ਰਤ ਦੇ ਨੇ। ਸਿੱਖਾਂ ਨੂੰ ਸਮਝ ਨਹੀਂ ਤੇ ਸਿੱਖਾਂ ਨੂੰ ਵੀ ਸਮਝ ਆਉਣ ਲੱਗੀ। ਹੁਣ ਅੰਦਰੋਂ ਕੀ ਨੇ, ਗੱਲਾਂ ਕੀ ਕਰਦੇ ਨੇ। 300 ਸਾਲ ਹੋ ਗਏ, ਮਿਸਲਾਂ ਵੀ ਦੇਖ ਲਈਆਂ ਇਹਨਾਂ ਦੀਆਂ। ਮਿਸਲਾਂ ਜਿਹੇ ਜਿਹੇ ਮਿਸਲਾਂ ਵਾਲੇ ਤਾਂ ਉਹੀ ਜਿਹੇ ਨੇ, ਫਰਕ ਕੋਈ ਨਹੀਂ। ਅੱਗੇ ਰਾਜ ਦੇਖਿਆ ਇਹਨਾਂ ਨੂੰ।
ਉਹ ਜਾਂ ਜੇ ਮਿਸਲਾਂ ਵਾਲੇ ਤੇ ਹੋ ਜਾਈਏ ਨੇ, ਜਿਹੜਾ ਕੁਰਸੀ ਤੇ ਬਹਿ ਜਾਂਦਾ ਉਹ ਜਿਹੀ ਹੋ ਜਾਂਦਾ। ਸਭ ਇੱਕੋ ਹੀ ਨੇ। ਜਿਹੜੀ ਗੱਲ ਤੇ ਗੁਰਬਾਣੀ ਹਟਾਉਂਦੀ ਹੈ, ਜਿਹੜਾ ਉਧਰ ਨੂੰ ਜਾਊਗਾ ਕਿਹਾ ਜਾਊ। ਜਾਂ ਗੁਰੂ ਕਹਿੰਦਾ ਤਪੋ ਰਾਜ ਰਾਜੋ ਨਰਕ, ਇਹ ਨਰਕ ਵੱਲ ਨੂੰ ਜਿਹੜਾ ਜਾਂਦਾ ਹੈ ਉਹ ਤਾਂ ਫਿਰ ਨਰਕੀ ਜੀ ਵਾਲਾ ਸੁਭਾਅ ਹੋਊਗਾ ਗਾਹਾਂ ਜਾ ਕੇ। ਜਿਉਂ ਜੋ ਨਰਕ ਨੂੰ ਜਾਊਗਾ ਤੇ ਉਦੋਂ ਕਰੂਰ ਹੁੰਦਾ ਚਲਾ ਜਾਊਗਾ, ਗੁਰੂ ਤੋਂ ਦੂਰ ਹੁੰਦਾ ਚਲਾ ਜਾਊਗਾ। ਇਹ ਰਾਹ ਨਰਕ ਦਾ ਹੈ। ਉਹਨਾਂ ਨੂੰ ਕੀ ਲੱਗੇ ਨਰਕ ਤੇ? ਉਹਨਾਂ ਦਾ ਗੁਰਬਾਣੀ ਬਦਲਤੀ, ਰਾਜ ਬਿਨਾਂ ਨਹੀਂ ਧਰਮ ਚਲਾ ਹੈ। ਇਹ ਤਾਂ ਗੁਰਬਾਣੀ ਬਦਲਤੀ, ਗੁਰਬਾਣੀ ਬਦਲ ਲਈ ਆਪਣੇ ਮਤਲਬ ਨੂੰ। ਧਰਮ ਬਿਨਾਂ ਨਹੀਂ ਰਾਜ ਚਲਾ ਹੈ, ਰਾਜ ਬਿਨਾਂ ਨਹੀਂ ਧਰਮ ਚਲਾ ਹੈ, ਬਦਲ ਲਿਆ। ਲੋਕਾਂ ਨੂੰ ਪਤਾ ਨਾ ਲੱਗ ਜਵੇ। ਤੁਸੀਂ ਤਾਂ ਗੁਰੂ ਨਾਲੇ ਧਰੋ ਕਰਦੇ ਹੋ। ਜਿਹੜਾ ਗੁਰੂ ਨਾਲੇ ਧਰੋ ਕਰੇ ਉਹ ਸੰਗਤ ਨਾਲ ਭਲਾ ਕਿੱਥੇ ਸੋਚ ਲੂ। ਇਹਦਾ ਧਰੋ ਕਰਨ ਵਾਲੇ ਨੇ ਗੁਰੂ। ਹਾਂਜੀ। ਅਪੇਖੰ ਅਭੂਤੰ ਅਦਵੈਖੰ। ਅਪੇਖਮ ਪੇਖ ਤੋਂ ਰਹਿਤ, ਅਪੇਖਮ ਪੇਖ ਤੋਂ ਰਹਿਤ। ਸਿੱਖ ਨੇ ਪੇਖ ਤੋਂ ਰਹਿਤ ਹੁਣ ਇਹ ਪੇਖ ਦਾ ਪ੍ਰਚਾਰ ਕਰਦੇ ਨੇ। ਜੇ ਪਰਮੇਸ਼ਰ ਨਾਲ ਇੱਕ ਮੈਂ ਕਹਣਾ ਤਾਂ ਪੇਖ ਛੱਡਣਾ ਪੈਣਾ, ਪੇਖ ਤੋਂ ਉੱਪਰ ਉੱਠਣਾ ਪੈਣਾ। ਜਿੰਨਾ ਚਿਰ ਪੇਖੀ ਹੈ, ਪੇਖ ਨਾਲ ਜੁੜਿਆ ਹੋਇਆ, ਉਹਨਾਂ ਚਿਰ ਤਾਂ ਲੋਗਾ ਰੀਤ ਹੈ। ਇਹ ਤਾਂ ਸਾਰੇ ਹੀ ਕਰਦੇ ਨੇ ਧਰਮ। ਇਹ ਤਾਂ ਲੋਗਾ ਰੀਤ ਹੈ। ਪੇਖ ਦਾ ਪ੍ਰਚਾਰ ਕਰਨਾ, ਪੇਖ ਨਾਲ ਜੁੜਨਾ, ਪੇਖ ਨਾਲ ਜੋੜਨਾ, ਇਹ ਲੋਗਾ ਰੀਤ ਹੈ। ਇਹ ਤਾਂ ਉੱਪਰ ਜਦ ਉੱਠੂ ਉਹ ਧਾਰਮਿਕ ਹੈ ਬੰਦਾ। ਥੱਲੇ ਵਾਲਾ ਧਾਰਮਿਕ ਨਹੀਂ ਹੈ। ਉਦੋਂ ਥੱਲੇ ਵਾਲਾ ਧਾਰਮਿਕ ਨਹੀਂ ਹੈ। ਜਦ ਉੱਤੋਂ ਉੱਠ ਗਿਆ ਫਿਰ ਸਭ ਦਾ ਸੱਚ ਹੈ। ਜਦ ਪੇਖ ਤੋਂ ਉੱਪਰ ਉੱਠ ਗਿਆ ਨਾ ਫਿਰ ਉਪਦੇਸ਼ ਚੋਬੜਨਾ ਕੋ ਸਾਂਝਾ ਦਊਗਾ ਉਹ। ਨਹੀਂ ਤਾਂ ਸਿੱਖਾਂ ਨੂੰ ਦਿੰਦੇ ਨੇ ਉਪਦੇਸ਼, ਤੁਸੀਂ ਐਂ ਕਰੋ। ਉਹਨਾਂ ਜਦ ਸਿੱਖਾਂ ਨੂੰ ਦੇਣਗੇ ਉਪਦੇਸ਼ ਫਿਰ ਚੌਬੜਨਾ ਕੋ ਸਾਂਝਾ ਹੋ। ਸਰਬ ਸਾਂਝੀ ਫਿਰ ਬਾਣੀ ਆਉਂਦੀ ਹੈ। ਸਰਬ ਸਾਂਝੀ ਬਾਣੀ ਅੰਦਰੋਂ ਫਿਰ ਫੁੱਟੂਗੀ, ਉਹ ਤਾਂ ਨਹੀਂ ਫੁੱਟਦੀ। ਇਹ ਤਾਂ ਬਾਣੀ ਸਰਬ ਸਾਂਝੀ ਨੂੰ ਵੀ ਹੋਰ ਕੋ ਬਣਾਤਾ ਇਹਨਾਂ ਨੇ, ਤਾਂ ਵਿਗਾੜ ਕੇ ਇਹ 'ਚ ਵੀ ਜ਼ਹਿਰ ਘੋਲਤੀ। ਅੰਮ੍ਰਿਤ ਦੇ ਵਿੱਚ ਜ਼ਹਿਰ ਘੋਲਤੀ ਇਹਨਾਂ ਨੇ। ਗੁਰਬਾਣੀ ਅੰਮ੍ਰਿਤ ਹੈ, ਦੁੱਧ ਹੈ। ਦੁੱਧ ਕਿਵੇਂ ਵਿਗੜ ਗਿਆ? ਫੱਟੇ ਚਾਟਾ ਦੁੱਧ ਦਾ, ਕਾਂਜੀ ਦੀ ਚੁੱਕ, ਇਹ ਕਾਹਦੇ ਫਟ ਗਿਆ? ਮਾਂ ਕੁਚੱਜੀ ਸੀ ਨਾ ਮੱਤ, ਜਿਹੜੀ ਮੱਤ ਲਈ ਹੋਈ ਆ ਕੁਚੱਜੀ ਹੈ। ਉਹ ਰਾਜ ਕਰੇਗਾ ਖਾਲਸਾ ਕਹਿੰਦੀ ਹੈ। ਸੰਸਾਰੀ ਰਾਜ ਭਾਲਦੀ ਹੈ, ਜਿੱਦੋਂ ਨਰਕ ਮਿਲਦਾ ਗਾਹਾਂ, ਉਹ ਕੁਚੱਜੀ ਹੈ। ਤਾਂ ਫਿੱਟ ਗਿਆ ਦੁੱਧ। ਬਹੁਤ ਕੌੜਾ ਲੱਗੂ ਸੱਚ, ਲੱਗੇ ਕੌੜਾ ਸਾਨੂੰ ਕੀ ਹੈ? ਕੌੜਾ ਲੱਗੇ ਚਾਹੇ ਮਿੱਠਾ ਲੱਗੇ, ਸੱਚ ਸੱਚ ਹੈ। ਜਿਹਨੂੰ ਕੌੜਾ ਲੱਗੂ ਆਪਣੇ ਅੰਦਰ ਝਾਕ ਕੇ ਦੇਖੇ ਮੈਨੂੰ ਕੌੜਾ ਕਿਉਂ ਲੱਗਦਾ ਸੱਚ। ਕੀ ਗੁਰਬਾਣੀ 'ਚ ਲਿਖਿਆ ਨਹੀਂ? ਤਾਂ ਰਾਜ ਰਾਜੋ ਨਰਕ ਕਿਉਂ ਲਿਖਿਆ? ਜੇ ਤੁਸੀਂ ਗੁਰੂ ਨੂੰ ਛੱਡਤਾ ਤਾਂ ਕੌੜਾ ਲੱਗਦਾ ਸੱਚ। ਸੱਚ ਜਿਵੇਂ ਕਿ ਹਿੰਦੂਆਂ ਨੂੰ ਕੌੜਾ ਲੱਗਦਾ ਤਾਂ ਤੁਹਾਨੂੰ ਲੱਗਦਾ। ਜੇ ਹਿੰਦੂਆਂ ਨੂੰ ਕੌੜਾ ਲੱਗਦਾ ਤਾਂ ਸੱਚ, ਜੇ ਤੁਹਾਨੂੰ ਲੱਗਦਾ ਨਾ ਕੌੜਾ ਸੱਚ ਜਿਹਨੂੰ, ਉਹ ਹਿੰਦੂ ਪੱਕਾ ਹੈ। ਇਹ ਮੰਨ ਲਵੇ, ਚਾਹੇ ਉੱਤੋਂ ਨਫ਼ਰਤ ਕਰਦਾ ਹਿੰਦੂਆਂ ਨੂੰ, ਪਰ ਆਪ ਹਿੰਦੂ ਹੈ ਅੰਦਰੋਂ, ਪੱਕਾ ਕੱਟੜ ਹਿੰਦੂ ਹੈ ਉਹ। ਗੁਰਮਤਿ ਦਾ ਵਿਰੋਧੀ ਹਿੰਦੂ ਹੈ ਨਾ। ਜਿਹੜਾ ਗੁਰਮਤਿ ਦਾ ਵਿਰੋਧੀ ਹੈ ਉਹੀ ਤਾਂ ਹਿੰਦੂ ਹੈ। ਜਿਹੜਾ ਹਿੰਦੂ ਹੋ ਕੇ ਗੁਰਮਤਿ ਦਾ ਵਿਰੋਧੀ ਨੇ, ਉਹ ਹਿੰਦੂ ਨਹੀਂ ਹੈ। ਜਿਹਨੂੰ ਇਹ ਮੰਨਦੇ ਨੇ ਹਿੰਦੂ ਗੁਰਮਤਿ ਦਾ ਵਿਰੋਧੀ ਨੇ, ਉਹ ਹਿੰਦੂ ਨਹੀਂ ਹੈ। ਗੁਰਮਤਿ ਦਾ ਵਿਰੋਧ ਕਰਨ ਵਾਲਾ ਹਿੰਦੂ ਹੈ। ਹਿੰਦੂ ਦੀ ਨਿਸ਼ਾਨੀ ਹੈ ਜਿਹੜਾ ਗੁਰਮਤਿ ਜਿਹਨੂੰ ਮਿੱਠੀ ਨਾ ਲੱਗੇ, ਕੌੜੀ ਲੱਗੇ, ਉਹ ਹਿੰਦੂ ਹੈ, ਉਹ ਸਖਤ ਹੈ। ਜਿਹਨੂੰ ਇਹ ਹਿੰਦੂ ਮੰਨਦੇ ਨੇ ਉਹ ਹਿੰਦੂ ਨਹੀਂ, ਜਿਹਨੂੰ ਇਹ ਸਿੱਖ ਮੰਨਦੇ ਨੇ ਉਹ ਸਿੱਖ ਨਹੀਂ। ਜਿਵੇਂ ਮੁਸਲਮਾਨ ਜਿਹਨੂੰ ਮੁਸਲਮਾਨ ਮੰਨਦੇ ਸੀ, ਉਹ ਮੁਸਲਮਾਨ ਨਹੀਂ ਸੀ। ਗੁਰੂ ਸਾਹਿਬ ਨੇ ਤਾਂ ਹੀ ਕਿਹਾ ਮੁਸਲਮਾਨ ਕਹਾਵਣ ਮੁਸ਼ਕਿਲ ਹੋਏ ਤਾਂ ਮੁਸਲਮਾਨ ਕਹਾਏ। ਇਵੇਂ ਜਿਹਨੂੰ ਅਸੀਂ ਸਿੱਖ ਮੰਨਦੇ ਉਹ ਸਿੱਖ ਨਹੀਂ ਹੈ। ਜਿਵੇਂ ਮੁਸਲਮਾਨ ਜਿਹਨੂੰ ਮੁਸਲਮਾਨ ਮੰਨਦੇ ਸੀ, ਉਹ ਜਿਹਨੂੰ ਅਸੀਂ ਸਿੱਖ ਅੱਜ ਮੰਨਦੇ ਉਹ ਸਿੱਖ ਨਹੀਂ ਹੈ। ਜਿਹਨੂੰ ਅੱਜ ਅਸੀਂ ਹਿੰਦੂ ਕਹਿੰਦੇ ਹਿੰਦੂ ਨਹੀਂ ਹੈ। ਹੋ ਸਕਦਾ ਹੋਵੇ, ਹੋ ਸਕਦਾ ਨਾ ਹੋਵੇ, ਕੋਈ ਜ਼ਰੂਰੀ ਨਹੀਂ। ਅਸੀਂ ਕੌਣ ਹੁੰਦੇ ਫੈਸਲਾ ਕਰਨ ਵਾਲੇ? ਕੌਣ ਸਿੱਖ ਹੈ ਕੌਣ ਮੁਸਲਮਾਨ? ਇਹ ਤਾਂ ਉਹਦੇ ਅੰਦਰ ਦੀ ਅਵਸਥਾ ਨੇ ਫੈਸਲਾ ਕਰਨਾ। ਜਿਹਨੂੰ ਸੱਚ ਮਿੱਠਾ ਲੱਗਦਾ ਉਹ ਸਿੱਖ ਹੈ,
ਚਾਹੇ ਉਹ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਚਾਹੇ ਈਸਾਈ ਹੈ, ਚਾਹੇ ਕੁਝ ਵੀ ਹੈ। ਜਿਹਨੂੰ ਅੰਤਰਾਤਮਾ ਦੀ ਆਵਾਜ਼ ਮਿੱਠੀ ਲੱਗਦੀ ਹੈ ਉਹ ਸਿੱਖ ਹੈ, ਸਾਰੇ ਸਿੱਖ ਨੇ। ਜਿਹਨੂੰ ਸੱਚ ਕੌੜਾ ਲੱਗਦਾ ਉਹ ਹਿੰਦੂ ਹੈ। ਅਪੇਖੰ ਅਭੂਤੰ। ਅਪੇਖੰ ਅਭੂਤੰ। ਅਭੂਤੰ ਕੀ ਹੈ? ਕੋਈ ਦੇਹ ਨਹੀਂ ਹੈ ਉਹਦੀ। ਪੰਜ ਭੂਤ ਹੁੰਦੇ ਨੇ, ਪੰਜ ਤੱਤ ਭੂਤ ਹੁੰਦੇ ਨੇ, ਇਹਨੂੰ ਭੂਤ ਕਹਿੰਦੇ ਨੇ। ਜੋ ਦੀਦ ਹੈ ਭਭੂਤੀ ਹੈ, ਭਭੂਤੀ ਹੈ ਮੈਟਰ, ਮੈਟਰ ਨੂੰ ਭਭੂਤੀ ਕਹਿੰਦੇ ਨੇ। ਪੰਜ ਤੱਤਾਂ ਨਾਲ ਉਹਦੀ ਉਹਦੇ ਨਾਲ ਕੋਈ ਲਿਪਤਤਾ ਚੀਜ਼ ਨਹੀਂ ਲੱਗੀ ਹੋਈ, ਭੂਤ ਹੈ। ਉਹ ਤਾਂ ਮਾਇਆ ਤੋਂ ਪਰੇ ਦੀ ਚੀਜ਼ ਹੈ, ਮਾਇਆ ਤੋਂ ਪਰੇ। ਅਭੂਤੰ ਅਦਵੈਖੰ। ਅਦਵੈਖੰ, ਕੋਈ ਦੋਖ ਨਹੀਂ ਉਹਦੇ ਵਿੱਚ। ਕਾਮ ਕ੍ਰੋਧ ਲੋਭ ਮੋਹ ਹੰਕਾਰ ਕੁਛ ਵੀ ਨਹੀਂ। ਇਹੋ ਜਿਹਾ ਸਿੱਖ ਨੇ ਹੁਣ ਕੋਈ ਇੱਛਾ ਹੀ ਨਹੀਂ ਉਹਦੇ ਚ। ਇਹੋ ਜਿਹਾ ਖਾਲਸਾ ਹੁੰਦਾ, ਹਰੇਕ ਨੂੰ ਖਾਲਸਾ ਲਾ ਲੈਂਦਾ ਆਪਣੇ ਪਿਓ ਦਾ ਰਾਜ ਹੈ ਨਾ, ਤੁਹਾਡੇ ਦਾ ਜਿਹੜਾ ਮਰਜ਼ੀ ਲਿਖ ਲਓ। ਖਾਲਸਾ ਮੁਸਲਮਾਨੀ ਨਾਂ ਹੈ, ਸਿੱਖਾਂ ਦਾ ਨਹੀਂ ਹੈ ਨਾਂ। ਮੁਸਲਮਾਨੀ ਨਾਂ ਹੈ ਖਾਲਸਾ, ਸਿੱਖਾਂ ਦਾ ਨਹੀਂ ਅਪਣਾਇਆ ਹੋਇਆ ਅਸੀਂ ਤਾਂ। ਸ਼ਹੀਦ ਔਰ ਖਾਲਸਾ ਮੁਸਲਮਾਨੀ ਨਾਂ ਨੇ ਦੋਏ। ਸ਼ਹੀਦ ਵੀ ਜਿਉਂਦੇ ਹੁੰਦੇ ਨੇ, ਮਰੇ ਤੇ ਨਹੀਂ ਹੁੰਦੇ। ਸ਼ਹੀਦ ਜਿਉਂਦੇ ਹੁੰਦੇ ਨੇ, ਮਰੇ ਤੇ ਨਹੀਂ ਹੁੰਦੇ। ਜਿਹਨੇ ਜੀਵਨ ਮੁਕਤ ਪਦਵੀ ਪਾ ਲਈ ਉਹ ਸ਼ਹੀਦ ਹੈ। ਜਿਹੜਾ ਕਹਿੰਦਾ ਮਰੇ ਤੇ ਮੁਕਤੀ ਮਿਲਦੀ ਹੈ ਨਾ, ਜਿਹਨੂੰ ਇਹ ਸ਼ਹੀਦ ਬੰਦੇ ਨੇ ਮਰੇ ਤੇ ਮੁਕਤ, ਉਹ ਤਾਂ ਕੱਟਿਆ ਹੋਇਆ ਮਰਨ ਮੁਕਤ ਕਿਹਨੂੰ ਪਾਈ। ਜਿਹਨੂੰ ਮੁਕਤੀ ਨਹੀਂ ਮਿਲੀ ਸ਼ਹੀਦ ਨਹੀਂ ਹੈ ਉਹ। ਸ਼ਹੀਦ ਉਹ ਜਿਹਨੂੰ ਮੁਕਤੀ ਮਿਲ ਗਈ। ਸ਼ਹੀਦ ਹੁੰਦਾ ਗਿਆਨ ਖੜਕ ਨਾਲ। ਇਹ ਦੋਈ ਤਲਵਾਰ ਦਾ ਸ਼ਹੀਦ ਨਹੀਂ ਹੁੰਦਾ ਹੈ। ਸ਼ਹੀਦ ਤਾਂ ਪਹਿਲਾਂ ਹੀ ਹੋਇਆ ਹੁੰਦਾ, ਜਿਹਨੇ ਮਰਨਾ ਕਬੂਲ ਕਰ ਲਿਆ ਸੀ ਉਹ ਸ਼ਹੀਦ ਸੀ। ਪੰਜ ਪਿਆਰਿਆਂ ਨੇ ਸਿਰ ਦੇ ਤੇ ਸ਼ਹੀਦ ਉਦਣੇ ਹੋ ਗਏ, ਚਾਹੇ ਸਿਰ ਜਦ ਮਰਜ਼ੀ ਦਿੱਤੇ ਉਹਨਾਂ ਨੇ ਫਿਰ ਬਾਅਦ ਚ। ਉਹ ਕਿਹਾ ਨਾ ਸੱਚ ਕੀ ਕਾਤੀ ਸੱਚ ਸਭ ਸਾਰ, ਉਹ ਸ਼ਹੀਦ ਦੀ ਉਹ ਡੈਫੀਨੇਸ਼ਨ ਹੈ ਮੁਸਲਮਾਨ ਨੂੰ ਦਿੱਤੀ ਹੋਈ। ਉਹਦਾ ਕਹਿਣਾ ਸੱਚ ਕੀ ਕਾਤੀ ਸੱਚ ਸਭ ਸਾਰ, ਇਹ ਮੁਸਲਮਾਨ ਨੂੰ ਸਮਝਾਇਆ ਵੀ ਐਂ ਸ਼ਹੀਦ ਹੁੰਦਾ ਹੈ। ਹਲਾਲ ਕਹਿੰਦੇ ਨੇ ਸ਼ਹੀਦ ਨੂੰ, ਉਹ ਜਿਹੜਾ ਹਲਾਲ ਹੋ ਜਾਵੇ ਸ਼ਹੀਦ ਹੈ ਉਹ ਹਲਾਲ ਕਹਿੰਦੇ ਨੇ ਵੀ ਉਹਦਾ ਜੰਮਣਾ ਹਲਾਲ ਹੋ ਗਿਆ। ਜਿਵੇਂ ਅਸੀਂ ਕਹਿੰਦੇ ਜੰਮਣਾ ਸਫਲ ਹੋ ਗਿਆ ਜੀਵਨ, ਉਹਦਾ ਹਲਾਲ ਹੋ ਗਿਆ। ਸੱਚ ਕੀ ਕਾਤੀ ਸੱਚ ਸਭ ਸਾਰ, ਘਾੜਤ ਤਿਸ ਕੀ ਅਪਰਪਾਰ। ਉਹਨੇ ਘੜਤਾ ਮਤ ਮਨ ਬੁੱਧ। ਉਹਦੇ ਨਾਲ ਕਹਿੰਦੇ ਜਿਹੜਾ ਉਹਦੇ ਨਾਲ ਸ਼ਹੀਦ ਹੋਵੇ ਨਾ ਗਿਆਨ ਖੜਕ ਨਾਲ, ਮਨ ਇਹਦੇ ਅੱਗੇ ਮਨ ਆਪਣੀ ਗਰਦਨ ਕਰ ਦਵੇ ਸਿਰ। ਜਿਹਨੇ ਮਨ ਵੇਚਿਆ ਸਤਿਗੁਰ ਦੇ ਪਾਸ ਉਹ ਸ਼ਹੀਦ ਹੈ, ਜਿਉਂਦਾ ਹੀ। ਸ਼ਹੀਦ ਹਮੇਸ਼ਾ ਹੀ ਜਿਉਂਦੇ ਹੁੰਦੇ ਨੇ, ਸ਼ਹੀਦ ਮਰਦੇ ਹੀ ਨਹੀਂ ਹੁੰਦੇ। ਸ਼ਹੀਦ ਸਰੀਰ ਛੱਡੇ ਤੇ ਹੁੰਦਾ, ਜਿਹੜਾ ਜਿਉਂਦਾ ਨਹੀਂ ਸ਼ਹੀਦ ਹੋਇਆ ਮਰੇ ਤੇ ਨਹੀਂ ਹੁੰਦਾ। ਉਹ ਲੋਕ ਉਹ ਸੰਸਾਰੀ ਲੋਕਾਂ ਦੇ ਸ਼ਹੀਦ ਨੇ। ਫਿਰ ਗੁਰਮਤਿ ਦੇ ਸ਼ਹੀਦ ਜਿਉਂਦੇ ਹੀ ਨੇ। ਗੁਰਮਤਿ ਦੇ ਸ਼ਹੀਦ ਜਿਉਂਦੇ ਹੀ ਹੋ ਜਾਂਦੇ ਨੇ। ਸਰੀਰ ਜਦ ਮਰਜੀ ਛੱਡਣ, ਉਹਦਾ ਜਨਮ ਤੁਹਾਰੇ ਲੇਖੇ ਹੁੰਦਾ। ਜਿੰਨਾ ਚਿਰ ਜਿਉਂਦੇ ਵੀ ਨਾ ਸ਼ਹੀਦੀ ਤੋਂ ਬਾਅਦ, ਉਹ ਤੁਹਾਰੇ ਲੇਖੇ ਜਨਮ ਹੁੰਦਾ। ਗੁਰਮਤਿ ਅੰਦਰ ਸ਼ਹੀਦ ਉਹ ਹੈ ਜਿਹੜਾ ਜਿਉਂਦਾ ਹੋ ਗਿਆ। ਸਰੀਰ ਜਦ ਮਰਜੀ ਛੱਡਿਆ। ਭਾਈ ਮਨੀ ਸਿੰਘ ਜਿਉਂਦਾ ਪਹਿਲਾਂ ਹੀ ਸ਼ਹੀਦ ਸੀ, ਉਹ ਸਰੀਰ ਤਾਂ ਬਾਅਦ 'ਚ ਉਹਨਾਂ ਦੇ ਜੁੰਮੇ ਲਾਤਾ। ਉਹਦਾ ਕੀ ਹੈ, ਨੌਵੇਂ ਪਾਤਸ਼ਾਹ ਪਹਿਲਾਂ ਹੀ ਸ਼ਹੀਦ ਸੀ। ਉਹ ਕਹਿ ਰਹੇ ਨੇ ਦਸਮ ਪਾਤਸ਼ਾਹ ਠੀਕਰ ਫੋਰ ਦਲੀਸਰ, ਉਹਦਾ ਠੀਕਰਾ ਬਣਿਆ ਦੱਸਦੇ ਨੇ ਸਰੀਰ ਰੂਪੀ। ਉਹਦੇ ਸਿਰ ਉਹਦਾ ਫੁੱਟਣਾ ਹੀ ਸੀ, ਕਿਤੇ ਫੁੱਟਦਾ ਪਰਾਪੁਰ ਕੀ ਉਹ ਪਿਆਨ ਦੱਸਦਾ ਰਹੇ ਨੇ। ਇਹ ਗੱਲਾਂ ਦਾ ਸਮਝ ਜ਼ਿਆਦਾ ਲੱਗਦੀ ਹੈ ਜੇ ਗੁਰਬਾਣੀ ਦੇ ਨਾਲ ਜੁੜੀਏ। ਜਿਹੜਾ ਸਮਝ ਲੂ ਇਹਨਾਂ ਗੱਲਾਂ ਨੂੰ ਉਹ ਤਾਂ ਹੈ ਗੁਰੂ ਦੇ ਨਾਲ। ਬਾਕੀ ਜਿਹੜੇ ਰਿਛ ਮੋ ਟੱਪੀ ਜਾਂਦੇ 3 ਸਾਲ ਗੁਰੂ ਦੇ ਨਾਲ, ਉਹਦਾ ਰਿਛ ਨੇ ਛਾਲਾਂ ਮਾਰੀ ਜਾਂਦੇ ਨੂੰ। ਪਤਾ ਗੁਰੂ ਕੀ ਹੈ, ਨਾਲ ਕਿਵੇਂ ਹੋਈਦਾ ਪਤਾ ਹੈ ਨਹੀਂ ਕਿਸੇ ਗੱਲ ਦਾ।
न रागं न रंगं न रूपं न रेखं। ਨਾ ਰਾਗਮ ਨਾ ਰੰਗਮ ਨਾ ਰੂਪਮ ਨਾ ਰੇਖਮ। ਨਾ ਉਹਦਾ ਕੋਈ ਰਾਗ ਹੈ, ਰਾਗ ਤੇ ਬਾਹਰ ਹੈ ਉਹ। ਜੇ ਰਾਗ ਦੇ ਬਾਹਰ ਹੈ ਕੀਰਤਨ ਦਰਬਾਰ ਜਿਹੜੇ ਰਾਗੀ ਨੇ ਕੀ ਕਰਦੇ ਨੇ, ਰਾਗ ਤਾਂ ਹੈ ਹੀ ਨਹੀਂ, ਇਹ ਕਿਵੇਂ ਜੋੜ ਦੇਣਗੇ ਉਹਦੇ ਨਾਲ? ਜਿਹੜਾ ਰਾਗ ਦੇ ਵਿੱਚ ਹੀ ਨਹੀਂ, ਰਾਗ ਨਾਲ ਕਿਵੇਂ ਜੋੜ ਦੇਣਗੇ? ਬਾਣੀ ਰਾਗਾਂ ਨਾਲ ਰਚਣ ਦਾ ਮਤਲਬ ਕੁਝ ਹੋਰ ਸੀ। ਇਹ 'ਚ ਮਿਲਾਵਟ ਨਹੀਂ ਹੋ ਸਕਦੀ ਹੁੰਦੀ ਰਾਗਾਂ 'ਚ। ਰਾਗ 'ਚ ਮਿਲਾਵਟ ਕਰਨੀ ਬਹੁਤ ਔਖੀ ਹੈ। ਇਸ ਕਰਕੇ ਸਾਰੇ ਗ੍ਰੰਥ ਰਾਗਾਂ ਦੇ ਵਿੱਚ ਹੁੰਦੇ ਨੇ। ਇਹ 'ਚ ਮਿਲਾਵਟ ਨਹੀਂ ਹੋ ਸਕਦੀ। ਗੱਲ ਤਾਂ ਇਹ ਮਿਲਾਵਟ ਨਾ ਕੋਈ ਕਰ ਦੇਵੇ। ਰਾਗ 'ਚ ਮਿਲਾਵਟ ਕਰਨੀ ਕਿਤੇ ਸਗਾਲੀ ਹੈ। ਮਾਤਰਾ ਵੱਧ ਜੂਗੀ, ਭਾਵਨਾ ਖਤਮ ਹੋ ਜੂਗੀ, ਅਰਥ ਉੱਤੇ ਆਗੇ ਥੱਲੇ ਨਹੀਂ ਬਣਨਗੇ। ਦੂਜੀ ਚੀਜ਼ ਤਾਂ ਪੂਰਾ ਪਹਿਲਾਂ ਹੀ ਕੱਢ ਦਿੰਦੇ ਨੇ ਅਗਲੇ। ਉਹਦਾ ਕੀ ਪਤਾ ਲੱਗਦਾ ਕਿੱਥੋਂ ਗੱਲ ਸ਼ੁਰੂ ਹੋਈ ਸੀ, ਕੀ ਗੱਲ ਵਿੱਚ ਹੋਰ ਜਿੰਨੀ ਮਰਜ਼ੀ ਐਡ ਕਰ ਦਿਓ, ਤੇ ਇਹਦੇ ਵਿੱਚ ਐਡ ਕਰਕੇ ਦਿਖਾਓ ਸ਼ਬਦ ਦੇ ਵਿੱਚ ਕਿਵੇਂ ਹੋ ਜੂ। ਫਿਰ ਨੰਬਰ ਜਗ੍ਹਾ ਜਗ੍ਹਾ ਨੰਬਰ ਲਿਖੇ ਹੋਏ ਨੇ, ਅੰਕ ਦਿੱਤੇ ਹੋਏ ਨੇ, ਕਹੇ ਪਤਾ ਨੇ ਕੀ ਹੈ। ਇਹ 'ਚ ਨਹੀਂ ਐਡੀਸ਼ਨ ਨਹੀਂ ਹੋ ਸਕਦੀ। ਇਹ ਵੀ ਇਹਨਾਂ ਨੂੰ ਪਤਾ ਨਹੀਂ ਵੀ ਕਿਉਂ ਹੈ ਕੀਤਾ ਹੋਇਆ। ਰਾਗਵਦ ਕਿਉਂ ਆ ਬਾਣੀ? ਹਾਂ, ਰਾਗਵਦ ਕਿਉਂ ਹੈ, ਕੀ ਅੰਕਾਂ ਦਾ ਮਤਲਬ ਹੈ, ਇਹਨਾਂ ਨੂੰ ਕੀ ਪਤਾ? ਇਹ ਤਾਂ ਉਹਨਾਂ ਨੂੰ ਪਤਾ ਜਿਹੜੇ ਨਾਲ ਜੁੜਦੇ ਨੇ, ਫਿਰ ਪਤਾ ਲੱਗਦਾ ਵਾ ਇਹ ਗੱਲ ਕੀ ਹੈ। ਹਾਂਜੀ, ਨਾ ਰਾਗੰ ਨਾ ਰੰਗੰ ਨਾ ਰੰਗ ਵੀ ਕੋਈ ਨਹੀਂ, ਨਾ ਰੂਪੰ ਨਾ ਰੇਖੰ। ਨਾ ਕੋਈ ਰੂਪ ਹੈ ਨਾ ਰੇਖ ਹੈ। ਉਹ ਜਿਹਦਾ ਕੋਈ ਸਰੀਰ ਦੇਖੋ ਨਾ, ਅੱਖਾਂ ਨੂੰ ਦੇਖਣ ਵਾਲੇ ਹੁੰਦੇ ਨੇ ਰਾਗ, ਨਾ ਰੰਗ। ਕੰਨਾਂ ਨੂੰ ਸੁਣਨ ਵਾਲਾ ਰਾਗ ਹੈ, ਅੱਖਾਂ ਨੂੰ ਦੇਖਣ ਵਾਲਾ ਰੰਗ ਰੂਪ ਹੈ। ਜਾਂ ਬਿਨਾਂ ਕੰਨਾਂ ਤੋਂ ਸੁਣਨਾ ਹੈ, ਬਿਨਾਂ ਅੱਖਾਂ ਤੋਂ ਦੇਖਣਾ, ਫਿਰ ਕਿਵੇਂ ਹੋ ਗਿਆ ਰੰਗ ਰੂਪ ਰੇਖ? ਦੇਖਣਾ ਵੀ ਜ਼ਰੂਰ ਹੈ ਬਿਨਾਂ ਅੱਖਾਂ ਤੇ, ਉੱਥੇ ਰੂਪ ਤਾਂ ਹੋ ਨਹੀਂ ਸਕਦਾ। ਫਿਰ ਰੂਪ ਤਾਂ ਅੱਖਾਂ ਨੂੰ ਦਿਖਦਾ। ਰੂਪ ਆ ਰੰਗ ਅੱਖਾਂ ਦਾ ਵਿਸ਼ਾ, ਅੱਖਾਂ ਨਾਲ ਦੇਖਣ ਵਾਲੀ ਚੀਜ਼ ਕੋਈ ਨਹੀਂ। ਇਹਦਾ ਮਤਲਬ ਰੂਪ ਆ ਰੰਗ ਤੇ ਤਾਂ ਪਰੇ ਹੋ ਗਿਆ। ਫਿਰ ਕੰਨਾਂ ਨਾਲ ਸੁਣਨ ਵਾਲੀ ਚੀਜ਼ ਕੋਈ ਨਹੀਂ, ਰੰਗ ਤੇ ਵੀ ਪਰੇ ਹੋ ਗਿਆ। ਇਹ ਰਾਗ ਦਾ ਕੰਨ ਰਸ ਬਣ ਗਿਆ। ਹੁਣ ਰਾਗ ਕੰਨ ਰਸ ਬਣ ਗਿਆ। ਜਦੋਂ ਰਾਗੀ ਨੂੰ ਗਿਆਨ ਨਾ ਹੋਵੇ ਨਾ ਕਿ ਮੈਂ ਕੀ ਬੋਲਦਾ, ਫਿਰ ਕੰਨ ਰਸ ਬਣ ਕੇ ਰਹਿ ਜਾਂਦਾ। ਜੇ ਰਾਗੀ ਨੂੰ ਗਿਆਨ ਹੋਵੇ, ਗਾਉਣ ਵਾਲੇ ਨੂੰ ਗਿਆਨ ਹੋਵੇ ਨਾ, ਉਹ ਉਹਦੇ ਨਾਲ ਰਾਗ ਰਸ ਨਾਲ ਜੁੜ ਕੇ ਨਾ ਨਾਮ ਰਸ ਦੀ ਸਪਲਾਈ ਕਰੇ, ਰਾਗ ਰਸ ਦੀ ਸਪਲਾਈ ਨਾ ਕਰੇ। ਰਾਗੀ ਰਾਗ ਦਾ ਰਸ ਦੀ ਸਪਲਾਈ ਕਰਦੇ ਨੇ ਸੰਗਤ ਨੂੰ। ਕੰਨ ਰਸ ਹੈ, ਰਾਗ ਰਸ ਕੰਨ ਰਸ ਹੈ। ਨਾਮ ਰਸ ਜਿਹੜਾ ਹੈ ਉਹ ਰਸਨਾ ਨਾਲ ਦਲੀ ਦਾ ਸੋਚਦਾ। ਨਾਮ ਰਸ ਚਾਹੀਦਾ ਸੀ, ਰਾਗ ਰਸ ਨਹੀਂ ਚਾਹੀਦਾ। ਇਸ ਕਰਕੇ ਕੀਰਤਨ ਦੇ ਵਿੱਚ ਨਾਮ ਰਸ ਹੁੰਦਾ। ਜਦੋਂ ਵਿਆਖਿਆਕਾਰ ਨੇ ਜਿਹੜੇ ਗੁਰਬਾਣੀ ਦੇ, ਉਹ ਨਾਮ ਰਸ ਦਿੰਦੇ ਹੁੰਦੇ ਨੇ। ਕੀਰਤਨ ਵਿਆਖਿਆ ਨੂੰ ਕਹਿੰਦੇ ਨੇ। ਅੰਦਰ ਕੀਰਤਨ ਕੇਵਲ ਵਿਖਿਆਨ, ਵਿਖਿਆਨ ਦਾ ਨਾਮ ਕੀਰਤਨ। ਇਹ ਰਾਗ ਰਸ ਦਾ ਇਹਦਾ ਕੀਰਤਨ ਨਹੀਂ ਹੈ। ਇਹਦਾ ਨਾਮ ਗਾਉਣ ਹੈ। ਕੋਈ ਗਾਵੇ ਰਾਗੀ ਨਾਦੀ ਬੇਦੀ ਪੋ ਭੰਤ ਕਰਨੀ, ਹਰ ਹਰ ਭੀਜੇ ਰਾਮ ਰਾਜੇ, ਇਹਦੇ ਨਾਲ ਨਹੀਂ ਭੇਜਦਾ ਮਨ। ਕੀਰਤਨ ਦਰਬਾਰਾਂ ਨਾਲ ਨਾ ਇਹਨਾਂ ਦਾ ਭੇਜੇ ਨਾ ਆਉਣਾ। ਕੌਣ ਹੈ? ਅਕਾਲ ਤਖਤ ਦਾ ਜਹੇਦਾਰ ਵੀ ਰਿਹਾ, ਰਾਗੀ ਵੀ ਰਿਹਾ। ਭਿੱਜ ਗਿਆ ਮਨ। ਕਿੱਥੇ ਖੜਾ? ਗੁਰੂ ਤੋਂ ਖਿਲਾਫ ਹੋਇਆ ਖੜਾ। ਉਹ ਕਰੋੜਾਂ ਰੁਪਈਏ ਕਮਾ ਕੇ ਗੁਰੂ ਦੀ ਸੰਗਤ ਤੋਂ, ਉਸੇ ਬਾਣੀ ਤੋਂ ਖਿਲਾਫ ਹੋਇਆ ਖੜਾ, ਉਸੇ ਘਰ ਤੋਂ। ਸੱਤਾ ਬਲਵੰਡ ਕੌਣ ਤੇ ਰਾਗੀ ਉਹਦੇ ਨਾਲ ਹੋ ਗਏ ਤੇ ਨਾ ਖਿਲਾਫ। ਉਵੇਂ ਹੋਇਆ ਖੜਾ, ਹੋਰ ਕੀ ਹੈ? ਹੁਣ ਕਦਰ ਨਹੀਂ ਮਿਲੀ ਬਾਜ਼ਾਰ 'ਚ ਫਿਰਦਾ ਰਿਹਾ ਇੰਨਾ ਚਿਰ। ਮੈਂ ਜਹੇਦਾਰਾਂ ਕਿਸੇ ਨੇ ਪੁੱਛਿਆ ਨਹੀਂ, ਥੋੜਾ ਖਿਲਾਫ ਬੋਲ ਕੇ ਦੇਖਿਆ, ਹੁਣ ਜ਼ਿਆਦਾ ਖੁੱਲ੍ਹ ਕੇ ਖਿਲਾਫ ਹੋ ਗਿਆ। ਕਿਸੇ ਏਜੰਸੀ ਦੇ ਢਹਿ ਚੜ੍ਹ ਗਿਆ ਹੋਊ। ਉਹ ਵਰਤਣ ਵਾਲੇ ਤਾਂ ਬਹੁਤ ਬੈਠੇ ਨੇ, ਗੁਰੂ ਘਰ ਦੇ ਖਿਲਾਫ ਵਰਤੇ ਹੀ ਰਹੇ ਨੇ। ਰਾਮ ਰਾਏ ਖੜਾ ਕੀਤਾ ਕਿਸੇ ਨੇ, ਕੋਈ ਤਾਂ ਹੁੰਦਾ ਹੀ ਰਿਹਾ। ਇਹਨੂੰ ਖਬਰਾਂ ਕਿਹਨੇ ਕੀਤਾ ਹੋਊ, ਕੀ ਪਤਾ ਇਹਦੇ ਪਿੱਛੇ ਵੀ ਕੋਈ ਹੋਵੇ। ਕਦੋਂ ਗੱਫਾ ਮਿਲ ਗਿਆ ਹੋਵੇ ਤਗੜਾ, ਕੀ ਪਤਾ। ਹੁਣ ਐਵੇਂ ਤਾਂ ਕੋਈ ਇਹੋ ਜਿਹੀ ਗੱਲ ਐ ਸਟੈਂਡ ਲੈਂਦਾ ਨਹੀਂ। ਕੱਲ ਤੂੰ ਆਪ ਜਹੇਦਾਰ ਬਣ ਕੇ ਜਦ ਹੁਣ ਕਹਿੰਦਾ ਜਹੇਦਾਰ ਮਾੜੇ ਨਕਲੀ ਨੇ, ਤੂੰ ਅਸਲੀ ਸੀ। ਤੂੰ ਅਸਲੀ ਦੀ ਮੋਹਰ ਕਿੱਥੋਂ ਲਾਈ ਸੀ? ਤੂੰ ਅਸਲੀ ਸੀ, ਇਹ ਨਕਲੀ ਹੈ।
ਜਿਨ੍ਹਾਂ ਨੇ ਤੈਨੂੰ ਬਣਾਇਆ ਸੀ ਉਹਨਾਂ ਨੇ ਇਹਨੂੰ ਬਣਾਇਆ ਹੋਇਆ। ਜਦ ਵੀ ਵੋਟਾਂ ਨਾਲ ਜੁੜ ਕੇ ਆਉਂਦੇ, ਹੁਣ ਵੀ ਵੋਟਾਂ ਨਾਲ ਜੁੜ ਕੇ ਆਉਂਦੇ ਨੇ। ਏਦਾਂ ਲੱਗਦਾ ਹੀ ਹੁੰਦਾ। ਇਹਦਾ ਜਦੋਂ ਮਨ ਹਰਾਮੀ ਹੋ ਜਾਵੇ ਹੁਜਤਾਂ ਬਥੇਰੀਆਂ ਹੁੰਦੀਆਂ। ਮਨ ਹਰਾਮੀ ਹੁਜਤਾਂ ਢੇਰ। ਮਹਾਦੇਵ ਦੇਵੰ ਮਹਾਯੋਗ ਯੋਗੰ। ਮਹਾਦੇਵ ਦੇਵੰ ਮਹਾਯੋਗ ਯੋਗਮ। ਜਿਹਨੇ ਸਾਰੀ ਜ਼ਿੰਦਗੀ ਪੈਸੇ ਖਾਤਰ ਸਿੱਖੀ ਵੇਚੀ ਹੈ, ਉਹ ਸਿੱਖੀ ਦੇ ਨੇੜੇ ਕਿਵੇਂ ਚਲਾ ਗਿਆ? ਨਾ ਭਿੱਜੇ ਰਾਗੀ ਨਾਦੀ। ਇਹ ਤਾਂ ਭਿੱਜਦੇ ਹੀ ਨਹੀਂ ਹੁੰਦੇ, ਕਦੇ ਭਿੱਜ ਸਕਦੇ ਨੇ। ਉਹਦਾ ਮੂਰਖ ਨੇ ਲੋਕ, ਇਹਦੇ ਵਰਗੇ ਹੀ ਨੇ ਜਿਹੜੇ ਇਹਨੂੰ ਕਹਿੰਦੇ ਨੇ ਜਿਹਨੇ ਸੇਵਾ ਕਾਹਦੀ ਕੀਤੀ ਹੈ। ਇਹ ਜਿਹੀ ਸੇਵਾ ਨਾ ਜਾਈ ਜੇ ਸਿਆਸਤਦਾਨ ਕਰਦੇ ਨੇ। ਹੁਣ ਸਿਆਸਤਦਾਨ ਕਹਿੰਦੇ ਅਸੀਂ ਸੰਗਤ ਦੀ ਸੇਵਾ ਕਰਦੇ। ਬਾਦਲ ਕਹਿੰਦੇ ਰਾਜਨੀਤੀ ਸੇਵਾ ਸਾਰੇ ਹੀ ਕਹਿੰਦੇ ਨੇ, ਸਿਆਸਤਦਾਨ ਸਾਰੇ ਕਹਿੰਦੇ ਸੇਵਾ ਕਰਦੇ ਨੇ। ਇਹ ਜੀ ਸੇਵਾ ਰਾਗੀ ਕਰਦੇ ਨੇ, ਪੈਸੇ ਪਿੱਛੇ ਕਰਦੇ ਨੇ ਸੇਵਾ। ਇਹ ਕਾਹਦੀ ਸੇਵਾ? ਸੇਵਾ ਦਾ ਅਸਲ ਦੇ ਵਿੱਚ ਆਦਮੀ ਕਰੇ ਨਹੀਂ ਸਕਦਾ। ਆਦਮੀ ਨੌਕਰੀ ਤਾਂ ਕਰ ਸਕਦਾ ਹੈ, ਸੇਵਾ ਨਹੀਂ ਕਰ ਸਕਦਾ। ਪਰਮੇਸ਼ਰ ਦਾ ਚਾਕਰੀ ਤਾਂ ਕਰ ਸਕਦਾ। ਚਾਕਰ ਲੱਗੇ ਚਾਕਰੀ, ਜੇ ਚੱਲਾ ਖਸਮ ਪਾਏ। ਚਾਕਰੀ ਤੱਕ ਲਿਖਿਆ, ਸੇਵਾ ਨਹੀਂ ਲਿਖਿਆ। ਸੇਵਾ ਕੋ ਦੋ ਭਲੇ ਇੱਕ ਸੰਤ ਕਰਾਮ। ਜੇ ਇਹਨਾਂ ਨੂੰ ਗਿਆਨ ਹੋਵੇ ਗੁਰਬਾਣੀ ਦਾ ਤਾਂ ਸੇਵਾ ਕਹਿਣੇ ਨਾ ਹੈ। ਜਿਹੜੇ ਸੇਵਾ ਕਰਨ ਵਾਲੇ ਨੇ ਉਹਨਾਂ ਨੂੰ ਗੁਰਬਾਣੀ ਦਾ ਗਿਆਨ ਹੈ ਨਹੀਂ। ਸਾਬਤ ਹੋ ਜਾਣਾ ਵੀ ਗੁਰਬਾਣੀ ਦਾ ਇਹਨਾਂ ਨੂੰ ਗਿਆਨ ਹੈ ਹੀ ਨਹੀਂ। ਕਾਰ ਸੇਵਾ ਵਾਲਿਆਂ ਨੂੰ ਵੀ, ਕਾਰ ਸੇਵਾ ਵਾਲੇ ਤਾਂ ਵਿਚਾਰੇ ਬਾਣੀ ਪੜ੍ਹਦੇ ਹੀ ਨਹੀਂ। ਚੱਲ ਉਹਨੂੰ ਤਾਂ ਗਿਆਨ ਕਿੱਥੋਂ ਹੋਣ? ਉਹਨਾਂ ਦਾ ਤਾਂ ਸੰਬੰਧ ਹੀ ਨਹੀਂ ਹੈ ਗੁਰਬਾਣੀ ਦਾ। ਉਹ ਤਾਂ ਸੁਣ ਦਿੰਦੇ ਹੀ ਨਹੀਂ। ਤਾਂ ਕਹਿੰਦੇ ਸਤਨਾਮ ਵਾਹਿਗੁਰੂ ਤੇ ਗਾਹਾਂ ਜਾਣਾ ਹੀ ਨਹੀਂ, ਗਾਹਾਂ ਖਤਰਾ। ਫਿਰ ਤਾਂ ਕਾਰ ਸੇਵਾ ਤੋਂ ਹਟਾ ਦਿੱਤੀ ਹੈ ਬਾਣੀ। ਕਾਰ ਸੇਵਾ ਨੂੰ ਕਾਰ ਸੇਵਾ ਨਹੀਂ ਰਹਿਣ ਦੇਣਾ ਇਹਨੇ। ਸਾਡੇ ਜੋ ਕੁਛ ਅਸੀਂ ਸੇਵਾ ਕਰਦੇ ਇਹਨੂੰ ਪਰਪੰਚ ਕਹਿ ਦੇਣਾ। ਬਾਣੀ ਨੂੰ ਸਾਬਤ ਕਰ ਦੇਣਾ ਵੀ ਇਹ ਪਰਪੰਚ ਹੈ। ਫਿਰ ਤਾਂ ਕਾਰ ਸੇਵਾ ਪਰਪੰਚ ਬਣ ਜਾਣੀ ਹੈ। ਜੇ ਗੁਰਬਾਣੀ ਪੜ੍ਹ ਲਈ ਫਿਰ ਸੇਵਾ ਨਹੀਂ ਰਹਿਣੀ, ਫਿਰ ਪਰਪੰਚ ਹੈ ਇਹ। ਬਿਰਲੇ ਕਹੀਏ ਨਾਨਕਾ ਜੇ ਨਾ ਰਚੈ ਪਰਪੰਚ। ਫਿਰ ਇਹ ਪਰਪੰਚ ਬਣ ਜਾਣਾ। ਜਿੰਨੇ ਗੁਰਦੁਆਰੇ ਵਧੀਆ ਉਹਨਾਂ ਸਿੱਖ ਘਟੀਆ ਪਰਪੰਚ ਸੀ। ਇਹ ਸਿੱਖ ਪਰਪੰਚ ਮਗਰ ਲੱਗ ਗਏ। ਗੁਰਦੁਆਰੇ ਪੱਕੇ ਹੋ ਗਏ, ਸਿੱਖ ਕੱਚੇ ਹੋ ਗਏ, ਸਿੱਖੀ ਕੱਚੀ ਹੋ ਗਈ। ਇਹਨਾਂ ਗੱਲਾਂ ਦਾ ਸਿੱਖੀ ਕੱਚੀ ਹੋਈ ਹੈ। ਪਰਪੰਚ ਹੈ ਨਾ, ਲੀਡਰ ਪਰਪੰਚੀ ਹੋਵੇ, ਸਿੱਖੀ ਕੱਚੀ ਆਪੇ ਹੋ ਜੂਗੀ। ਤੇ ਸਿੱਖੀ ਪੜਾਉਣ ਵਾਲਾ ਪਰਪੰਚੀ ਹੈ ਤੇ ਸਿੱਖੀ ਪੱਕੀ ਹੋ ਕੱਚੀ ਹੋਊਗੀ। ਇਹ ਤਾਂ ਨਿਵੇਂ ਕੱਚੀ ਕਰ ਰਹੇ ਨੇ। ਮਹਾਦੇਵ ਦੇਵੰ ਮਹਾਯੋਗ ਯੋਗੰ। ਮਹਾਦੇਵ ਦੇਵ ਮਹਾਯੋਗ ਯੋਗਮ। ਜਿਹੜੇ ਦੇਵ ਨੇ ਨਾ, ਕੁਝ ਗਿਆਨ ਦੇ ਰਹੇ ਨੇ। ਅੰਦਰ ਦੇਵ ਹੈ ਨਾ, ਮਹਾਦੇਵ ਦੇਵੰ। ਹਾਂ, ਇਹਨਾਂ 'ਚ ਵੀ ਮਹਾਦੇਵ ਹੁੰਦੇ ਨੇ, ਵੱਡੇ ਗਿਆਨੀ ਹੁੰਦੇ ਨੇ ਨਾ। ਗੁਰ ਹਾਈ ਜਿਹੜੇ ਹੁੰਦੇ ਨਾ, ਗੁਰ ਹਾਈ ਕਹਿਣਾ ਨਾ ਜਾਈ ਤੇਰੀ ਤਲ ਵੜਿਆਈ। ਇੱਕ ਤਾਂ ਛੋਟੇ ਨੇ, ਗਿਆਨ ਪੜ੍ਹ ਰਹੇ ਨੇ, ਇੱਕ ਗਿਆਨ ਪੜ੍ਹਾ ਰਹੇ ਨੇ। ਜਿਹੜੇ ਪੜ੍ਹਾ ਰਹੇ ਨੇ ਉਹ ਮਹਾਦੇਵ ਨੇ। ਮਹਾਦੇਵ ਦੇਵੰ। ਦੇਖੋ ਨਾ, ਇੱਕ ਤਾਂ ਟੀਚਰ ਹੈ, ਇੱਕ ਟੀਚਰ ਨੂੰ ਵੀ ਗਾਹਾਂ ਪੜ੍ਹਾ ਰਿਹਾ। ਇੱਕ ਟੀਚਰ ਤਾਂ ਬੱਚੇ ਨੂੰ ਪੜ੍ਹਾ ਰਿਹਾ, ਅਨਪੜ੍ਹਾਂ ਨੂੰ। ਜਿਹੜੇ ਟੀਚਰ ਬਣਾਏ ਨੇ ਉਹ ਵੀ ਤਾਂ ਜਿੱਥੋਂ ਟੀਚਰ ਬਣ ਕੇ ਨਿਕਲਦੇ ਨੇ ਉਹ ਮਹਾਦੇਵ ਹੋਏ ਨਾ। ਫਿਰ ਮਹਾਦੇਵ ਦੇਵੰ, ਉਹਦਾ ਮਹਾਦੇਵਾਂ ਦਾ ਵੀ ਦੇਵਾਂ। ਤੇ ਉਹਨਾਂ ਦਾ ਵੀ ਪੜਾਉਣਾ। ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਟੌਪ ਤੇ ਹੈ ਉਹਦੇ ਅੱਗੇ ਫਿਰ ਤੂੰ ਖੜਾ। ਉਹ ਤੂੰ ਕੌਣ ਹੈ? ਉਹ ਇਹੀ ਤੂੰ ਹੀ ਸ਼ਬਦ ਹੈ। ਆੜਾ ਸ਼ਬਦ ਹੈ ਨਾ, ਬਿਨਾਂ ਕਰਨਾ ਸੁਣਨ ਵਾਲਾ, ਇਹ ਉਹਨੂੰ ਸੰਬੋਧਨ ਮਹਾਦੇਵ ਦੇਵ। ਇਹ ਤੋਂ ਹੀ ਮਿਲਣਾ, ਕੋਈ ਸ਼ਬਦ ਤੋਂ ਹੀ ਮਿਲਣਾ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਖੜੀ ਗਿਆਨ ਲਾ ਲਓ, ਉਹੀ ਕਰਦਾ ਨਾ। ਫਿਰ ਮਹਾਦੇਵ ਦੇਵ ਨਹੀਂ ਹੋਇਆ। ਮਹਾਦੇਵ ਕੌਣ ਹੈ? ਲਾ ਲਓ ਮਹਾਦੇਵ ਹੈ ਨਾ, ਗਿਆਨ ਕਰਨ ਵਾਲਾ। ਜਿਹਨੇ ਗੁਰਬਾਣੀ ਰਚੀ ਆ ਮਹਾਦੇਵ ਹੈ।
ਜਿਹਨੂੰ ਪੜ੍ਹਾ ਰਿਹਾ ਉਹ ਦੇਵ ਹੈ। ਮੰਨੂ ਕੌਣ? ਸ਼ੁੱਧ ਆਤਮਾ ਮੰਨੂਗੀ ਬਾਣੀ ਨੂੰ, ਦੇਵ ਹੁੰਦਾ। ਸ਼ੁੱਧ ਆਤਮਾ ਦੇਵ ਹੈ। ਗੁਰਬਾਣੀ ਨੂੰ ਸ਼ੁੱਧ ਆਤਮਾ ਮੰਨੂ, ਕਿਸੇ ਨੇ ਦੂਏ ਨਹੀਂ ਮੰਨਣਾ। ਜਿਹਦੀ ਆਤਮਾ ਸ਼ੁੱਧ ਹੈ, ਜੇ ਹਿਰਦਾ ਸ਼ੁੱਧ ਹੈ ਨਾ, ਜਿਹਦਾ ਹਿਰਦਾ ਸ਼ੁੱਧ ਹੈ, ਗੁਰਬਾਣੀ ਮੰਨੂ, ਦੂਆ ਨਹੀਂ ਮੰਨ ਸਕਦਾ ਕੋਈ ਵੀ। ਇਹ ਭੁਲੇਖਾ ਕਰ ਦੇਣ। ਜਿਹਦਾ ਹਿਰਦਾ ਸ਼ੁੱਧ ਨਹੀਂ ਉਹਨੂੰ ਬਾਣੀ, ਉਹਨੇ ਬਾਣੀ ਨਹੀਂ ਮੰਨਣੀ। ਬਾਣੀ ਹਿਰਦਾ ਸ਼ੁੱਧ ਵੀ ਕਰ ਦਿੰਦੀ ਹੈ, ਕਰਦੀ ਹੈ। ਹਿਰਦਾ ਸ਼ੁੱਧ ਵੀ ਇਹਦੇ ਨਾਲ ਹੁਣ ਬੰਦੇ ਤੇ ਹੀ ਹੋਣਾ। ਜਿਉਂ ਸ਼ੁੱਧ ਹੋਈ ਜਾਊ ਤੇ ਉਹਦੇ ਜ਼ਿਆਦਾ ਮੰਨੀ ਜਾਊ, ਟਿਕੀ ਜਾਊ। ਮਹਾਯੋਗ ਯੋਗੰ, ਔਰ ਜਿਹੜਾ ਸ਼ੁੱਧ ਹਿਰਦੇ ਵਾਲੇ ਦੇ ਅੰਦਰ ਹੀ ਉਹ ਗਿਆਨ ਪ੍ਰਗਟ ਹੋਣਾ, ਬਾਣੀ ਪ੍ਰਗਟ ਹੋਣੀ ਹੈ, ਉਹ ਫਿਰ ਮਹਾਦੇਵ ਬਣ ਜਾਣਾ। ਜਿਹਦੇ ਅੰਦਰ ਸ਼ਬਦ ਪ੍ਰਗਟ ਹੋਣਾ ਨਾ, ਉਹ ਮਹਾਦੇਵ, ਉਹਦਾ ਦੇਵ ਤੂੰ ਹੈ। ਫਿਰ ਸੰਸਾਰ 'ਚ ਮਹਾਦੇਵ ਉਹੀ ਹਨ, ਬੜਾ ਭਗਤ ਬਰਾਬਰ, ਪੰਡਤ ਸੂਰ ਛਤਰਪਤੀ ਰਾਜਾ, ਭਗਤ ਬਰਾਬਰ ਹੋਰ ਨਾ ਕੋਈ। ਪੰਡਤ ਥੱਲੇ ਰਹਿ ਗਿਆ ਨਾ, ਵਿਦਵਾਨ ਗੁਰਮੁਖ ਉੱਤੇ ਹੋ ਗਿਆ ਨਾ। ਉਹ ਵਿਦਵਾਨ ਤਾਂ ਐਵੇਂ ਮਹਾਰੇ ਆਟੇ ਮਾਕੜੀ ਜਾਂਦੇ ਨੇ, ਤਾਂ ਪੱਲੇ ਕੱਖ ਨਹੀਂ, ਕਿਤੇ ਵੀ ਨਹੀਂ ਗੁਰਬਾਣੀ ਜਿਹਨਾਂ ਨੂੰ ਕਿਹਾ ਹੋਇਆ ਵੀ ਤੁਹਾਡੇ ਪੱਲੇ ਕੱਖ ਹੈ। ਦੱਸਿਆ ਹੀ ਕਿਸੇ ਨੇ ਨਹੀਂ। ਇਹਨਾਂ ਦਾ ਹੰਕਾਰ ਹੁਣ ਟੁੱਟੂਗਾ ਵੀ ਦਿਖਾਓ ਤੁਹਾਡੇ ਪੱਲੇ ਕੀ ਹੈ। ਕੋਈ ਪੁੱਛਣ ਵਾਲਾ ਹੈ ਹੀ ਨਹੀਂ ਸੀ ਇਹਨਾਂ ਨੂੰ, ਐਵੇਂ ਆਕੜੀ ਗਏ ਨੇ। ਕੱਖ ਨਹੀਂ ਛੱਡਿਆ ਭਗਤਾਂ ਨੇ, ਸਾਰਿਆਂ ਦੇ ਪੰਡਤਾਂ ਦੇ, ਪੰਡਤਾਂ ਦੇ ਪੱਲੇ ਰਿਸ਼ੀ ਮੁੰਡਿਆਂ ਦੇ ਕੱਖ ਨਹੀਂ ਛੱਡਿਆ ਭਗਤਾਂ ਨੇ। ਛੱਡਿਆ ਕੀ, ਹੈ ਹੀ ਨਹੀਂ ਸੀ ਕੱਖ, ਪੜਦਾ ਹੀ ਸੀ ਨਾ। ਉਹਨਾਂ ਨੇ ਖੋਇਆ ਕੁਛ ਨਹੀਂ, ਉਹਨਾਂ ਨੇ ਦੱਸਿਆ ਪੜਦਾ ਚੱਕ ਕੇ ਵੀ ਦਿਖਾਓ ਇਹਨਾਂ ਦੇ ਪੱਲੇ ਕੀ ਹੈ। ਇਹਨਾਂ ਨੂੰ ਦਿਖਾਉਣਾ ਹੀ, ਇਹਨਾਂ ਦਾ ਪੜਦਾ ਹੀ ਚੱਕਣਾ ਵੀ ਇਹਨਾਂ ਦੇ ਪੱਲੇ ਕੱਖ ਨਹੀਂ, ਦਿਖਾਓ ਕੀ ਹੈ ਇਹਨਾਂ ਦੇ ਪੱਲੇ, ਦੇਖ ਲਓ ਕੀ ਹੈ। ਜਿਹੜਾ ਕੋਈ ਇਹਨਾਂ ਨੇ ਹੁਣ ਤੇ ਅਰਥਾਇਆ, ਅਰਥ ਕੀਤੇ ਨੇ, ਕਿਤਾਬਾਂ 'ਚ ਪਏ ਨੇ, ਪਤਾ ਹੀ ਹੈ, ਦੇਖ ਲੈਣ, ਉਹੀ ਕੁਛ ਹੈ ਨਾ। ਉਹ ਜਿਹੜਾ ਕੋਈ ਕਹਿ ਰਹੇ ਨੇ ਉਹੀ ਕੁਛ ਹੈ। ਕਿਤਾਬਾਂ ਬਥੇਰੀਆਂ ਲਿਖਦੇ ਨੇ ਪਈਆਂ ਨੇ, ਦੇਖ ਲਓ ਕੀ ਹੈ ਉਹਦੇ 'ਚ। ਗੁਰਬਾਣੀ ਕੀ ਕਹਿੰਦੀ ਹੈ, ਕੀ ਲਿਖਦੇ ਨੇ, ਉਹੀ ਪੱਲੇ ਹੈ ਨਾ ਉਹਦੇ। ਆਪੇ ਚੁੱਪ ਕਰ ਜਾਂਦੇ ਨੇ। ਐਸੀ ਕੁੱਟ ਕੁੱਟੀ ਜਾਂਦੀ ਹੈ ਇਹਨਾਂ ਦੀ। ਮਹਾਂ ਕੁੱਟ ਕੁੱਟਾਂਗਾ ਉਹ ਨਾ ਇਹਦੇ ਵਿੱਚ, ਇਹ ਮਹਾਂ ਕੁੱਟ ਕੁੱਟਾਂਗ ਵੀ ਇਹ ਕਰਦੀ ਹੈ। ਹਾਂਜੀ, ਮਹਾਯੋਗ ਯੋਗੰ, ਮਹਾਯੋਗ ਯੋਗ ਐਸਾ ਯੋਗ ਹੈ, ਇਸ ਤਰੀਕੇ ਨਾਲ ਜੁੜਦਾ, ਫਿਰ ਨਹੀਂ ਟੁੱਟਦਾ। ਤੋੜੀ ਨਾ ਟੁੱਟਾ, ਜਿਵੇਂ ਫੀਮ ਨਹੀਂ ਨਾ ਛੁੱਟਦੀ, ਫਿਰ ਨਹੀਂ ਛੁੱਟਦੀ। ਤਾਂ ਹੀ ਅਮਲੀ ਨੂੰ ਕਿਹਾ, ਅਮਲੀ ਕੋ ਜੈਸੇ ਅਮਲ ਵਾਲਾ ਸੈਸੇ ਮੇਰੇ ਮਨ ਨਾ ਭਈਆ। ਅਮਲੀ ਦੀ ਤਾਂ ਸਿਫਤ ਦੱਸੀ ਹੈ, ਅਮਲੀ ਦਾ ਤਾਂ ਗੁਣ ਦੱਸਿਆ। ਇਹਨਾਂ ਦਾ ਕੀ ਦੱਸਿਆ? ਮਨਮੁੱਖਾਂ ਦਾ, ਵਿਦਵਾਨਾਂ ਦਾ ਕੀ ਦੱਸਿਆ? ਵਿਦਵਾਨ ਬੋਲਦੇ ਨੇ ਨਸ਼ਿਆਂ ਦੇ ਖਿਲਾਫ, ਇਹਨਾਂ ਦਾ ਕਿਹੜਾ ਗੁਣ ਦੱਸਿਆ? ਇਹ ਦੱਸਣ, ਤੁਹਾਡਾ ਕਿਹੜਾ ਗੁਣ ਦੱਸਿਆ? ਤੁਹਾਡੇ 'ਚ ਗੁਣ ਕਿਹੜਾ ਕਿਹਾ ਗੁਰਬਾਣੀ ਨੇ ਵਿਦਵਾਨਾਂ 'ਚ? ਵਿਦਵਾਨਾਂ ਤਾਂ ਮੂਰਖ ਵਿਦਿਆ ਬੇਕਰਦਾ ਆ ਗੁਣ ਦੱਸਿਆ, ਬੇਖੱਟੇ ਬੇਖਾਏ। ਜਾਂ ਤਾਂ ਕਿਹਾ ਮੂਰਖ ਵਿਦਿਆ ਬੇਕਰਦਾ, ਬੇਖੱਟੇ ਬੇਖਾਏ। ਜਾਂ ਪੜਿਆ ਮੂਰਖ ਆਖਿਆ ਜਿਤ ਲੱਭ ਲੋ ਹੰਕਾਰ। ਜੇ ਲੱਭ ਲੋ ਹੰਕਾਰ ਨਹੀਂ ਹੈ, ਉਹ ਬਚਿਆ ਵਿਦਵਾਨ, ਬਾਕੀ ਕੋਈ ਨਹੀਂ ਬਚਿਆ, ਬਾਕੀ ਸਭ ਮੂਰਖ ਨੇ। ਆਹ ਤੁਹਾਨੂੰ ਭਰੋਸਾ ਮਿਲਿਆ ਹੈ ਗੁਰਬਾਣੀ 'ਚ। ਚਾਹੇ ਵੰਡ ਕੇ ਖਾ ਲਓ, ਚਾਹੇ ਇਕੱਲੇ ਖਾ ਲਓ। ਹੋਰ ਦੱਸੋ, ਤੁਹਾਡੇ ਹੱਕ 'ਚ ਦਿਖਾਓ ਤਾਂ ਸੇ ਕੀ ਹੈ। ਵਿਦਿਆ ਸੋਧੇ ਤਤ ਲਹੇ, ਜੇ ਤਤ ਲੈਣਾ ਵਿਦਿਆ ਸੋਧੋ। ਵਿਦਿਆ ਸੋਧਣ ਵਾਲਾ, ਵਿਦਿਆ ਵਿਚਾਰਨ ਵਾਲਾ ਫਿਰ ਗੁਰਮੁਖ ਬਣ ਜਾਂਦਾ, ਫਿਰ ਵਿਦਵਾਨ ਨਹੀਂ ਰਹਿੰਦਾ। ਜਿਵੇਂ ਸੰਤ ਜਦ ਭਗਤ ਬਣਦੇ ਨੇ ਨਾ, ਤਾਂ ਉਹ ਸੰਤ ਨਹੀਂ ਕਹੂਦੇ। ਸੰਤਾਂ ਦਾ ਬਣ ਲੈ ਨਾ, ਸੰਤ ਤਾਂ ਹੁੰਦਾ ਹੀ ਨਹੀਂ ਇਹਦੇ ਤਾਰੀ। ਜਾਂ ਸੰਤਾਂ ਨੂੰ ਸਮਝ ਆਉਂਦੀ ਹੈ ਵੀ ਅਸੀਂ ਗਲਤ, ਆਪਣੇ ਆਪ ਨੂੰ ਸੰਤ ਕਹਿਣਾ ਗਲਤ ਹੈ, ਫਿਰ ਆਪਣੇ ਆਪ ਨੂੰ ਸੰਤ ਨਹੀਂ ਮੰਨਦੇ, ਭਗਤ ਮੰਨਦੇ। ਸੰਤ ਤਾਂ ਆਪਣੇ ਆਪ 'ਚ ਰਾਜਾ ਹੈ। ਹਾਂ, ਭਗਤ ਜਿਹੜਾ ਹੈਗਾ, ਭਗਤ ਦਾਸ ਹੈ, ਸੰਤ ਦਾਸ ਨਹੀਂ ਹੈ। ਸੰਤ ਦਾਸ ਨਹੀਂ ਹੋਏ, ਸੰਤਾਂ ਕੀ ਦਾਸ ਨਹੀਂ। ਸੰਤਾ ਕਹਿੰਦਾ ਮੇਰਾ ਦਾਸ ਹੋਵੋ।
ਸੰਤਾ ਅੰਤਰਾਤਮਾ ਦਾ ਨਾਮ ਹੈ। ਸੰਤਾ ਸ਼ੁੱਧ ਮਨ ਹੈ। ਅਸ਼ੁੱਧ ਮਨ ਜਿਹੜਾ ਸਰੀਰ ਚੋਂ ਕਹਿ ਲਓ ਮੈਂ ਸੰਤ, ਤਾਂ ਬਲੈਕਮੇਲਰ ਹੋ ਗਿਆ। ਜਦੋਂ ਇਹ ਗੱਲ ਦੀ ਸਮਝ ਆਉਂਦੀ ਹੈ ਫਿਰ ਭਗਤ ਹੈ ਉਹ ਕਹੋਦਾ। ਭਗਤ ਹੁੰਦਾ ਦਾਸ, ਭਗਤੀ ਕਰੀ ਦੀ ਆਪ ਤੋਂ ਉੱਚੇ ਕਿਸੇ ਦੀ। ਸੰਤ ਕਿਸੇ ਦੀ ਭਗਤੀ ਕਿਹਦੀ ਕਰਨੀ? ਭਗਤੀ ਸੰਤ ਨੇ। ਸੰਤ ਨੇ ਕਿਸੇ ਦੀ ਭਗਤੀ ਨਹੀਂ ਕਰਨੀ। ਸੰਤ ਸ਼ਾਂਤੀ ਤਾਂ ਪਹਿਲਾਂ ਹੀ ਹੈ, ਉਹਨੂੰ ਭਗਤੀ ਦੀ ਲੋੜ ਕੀ ਹੈ? ਜਿਹੜਾ ਹੈ ਹੀ ਸੰਤ ਪਹਿਲਾਂ ਹੀ। ਭਗਤੀ ਤਾਂ ਉਹ ਕਰੇ ਜਿਹੜਾ ਸ਼ਾਂਤ ਹੈ। ਦਵਾਈ ਤਾਂ ਉਹ ਲਵੇ ਜਿਹਨੂੰ ਬਿਮਾਰੀ ਹੈ। ਸੰਤ ਨੂੰ ਤਾਂ ਕੋਈ ਬਿਮਾਰੀ ਹੁੰਦੀ ਹੋਈ ਨਹੀਂ। ਗੁਰੂ ਸਾਹਿਬ ਕੀ ਕਰ ਰਹੇ? ਹੁਣ ਸੰਤਨ ਕੀ ਰੇਣ ਪਿਆਰੇ, ਹੁਣ ਸੰਤਨ ਕੀ ਸਰਨਾ। ਹੁਣ ਸੰਤਨ ਕੀ ਸਰਨਾ। संत हमारी ओट सतानी, संत हमारा गहना। संत भगत तो उच्चा होया, ਜਿਹੜਾ ਪਹਿਲਾਂ ਹੀ ਉੱਚਾ ਬਣਿਆ ਬੈਠਾ ਮਨਮੁਖ। ਫੇਰ ਦੱਸਿਆ ਵੀ ਸੰਤ ਹੁੰਦਾ ਕੀ ਹੈ। ਮੈਂ ਸੰਤ ਨਹੀਂ ਹੈਗਾ, ਹੋ ਮੰਗੂ ਸੰਤਨ ਰਹਿਣਾ। ਕਬੀਰ ਵੀ ਕਹਿ ਰਿਹਾ ਮੈਂ ਨਹੀਂ ਕਿਸੇ ਕਾ ਦੇਣਾ। ਇਹਨਾਂ ਨੂੰ ਤਾਂ ਇਹ ਨਹੀਂ ਪਤਾ ਸੰਤ ਹੁੰਦਾ ਕੌਣ ਹੈ, ਕੀ ਹੁੰਦਾ। ਜੇ ਇਹਨਾਂ ਨੂੰ ਪਤਾ ਹੀ ਨਹੀਂ ਸੰਤ ਕੀ ਹੁੰਦਾ, ਫਿਰ ਮੂਰਖ ਨਹੀਂ ਤਾਂ ਹੋਰ ਕੀ ਨੇ। ਇਹ ਵਿਦਵਾਨਾਂ ਦੇ ਚੇਲੇ ਹੁੰਦੇ ਨੇ। ਸੰਤ ਵਿਦਵਾਨਾਂ ਦੇ ਚੇਲੇ ਨੇ, ਆ ਵਿਦਵਾਨ ਨੇ। ਇੱਕੋ ਹੀ ਗੱਲ ਹੈ, ਇਹਨਾਂ 'ਚ ਕੋਈ ਫਰਕ ਨਹੀਂ ਹੁੰਦਾ। ਰਿਸ਼ੀ ਮੁਨੀ ਵਿਦਵਾਨ ਸੀ, ਰਿਸ਼ੀ ਮੁਨੀ ਮੰਨ ਲਓ ਉਹ ਵੀ ਵਿਦਵਾਨ ਸੀ, ਇਹ ਵੀ ਵਿਦਵਾਨ ਨੇ। ਹਾਂ, ਵਿਦਵਾਨਾਂ ਦੇ ਵਿਚਾਰਿਆਂ ਨਾਲ ਇਹ ਫਰਕ ਹੈ। ਸੰਤ ਥੋੜੇ ਜਿਹੇ ਇਹਨਾਂ 'ਚ ਨਿਮਰਤਾ ਹੁੰਦੀ ਹੈ। ਸੰਤਾਂ 'ਚ ਗਿਆਨ ਦੀ ਘਾਟ ਹੁੰਦੀ ਹੈ, ਉਹ ਨਿਮਰਤਾ ਹੁੰਦੀ। ਵਿਦਵਾਨ ਉਹੀ ਮਾਂ ਦੇ ਆਟੇ ਵਾਂ ਆਕੜੇ ਜ਼ਿਆਦਾ ਹੁੰਦੇ ਨੇ ਵੀ ਅਸੀਂ ਵਿਦਵਤਾ ਬਹੁਤ ਹੈ ਸਾਨੂੰ। ਸੰਤ ਗੱਲ ਮੰਨ ਵੀ ਸਕਦੇ ਨੇ, ਮੰਨ ਵੀ ਲੈਂਦੇ ਨੇ। ਵਿਦਵਾਨ ਮੰਨ ਲੈਣੇ ਹੋਏ ਨਹੀਂ ਸਕਦਾ। ਇਸ ਕਰਕੇ ਪੰਡਤ ਕਿਸੇ ਨਾਲ ਗੱਲ ਨਹੀਂ ਮੰਨੀ ਗੁਰੂ ਦੀ। ਸੰਤਾਂ ਨੇ ਬਹੁਤਿਆਂ ਨੇ ਮੰਨ ਲਈ। ਸੰਤਾਂ ਨੇ ਤਾਂ ਬਹੁਤਿਆਂ ਨੇ ਮੰਨੀ ਇਹ ਗੱਲ। ਅਗਿਆਨੀ ਸੀ, ਗਿਆਨ ਮਿਲ ਗਿਆ, ਲੈ ਲਿਆ। ਸੰਤ ਗਿਆਨ ਲੈ ਲੈਂਦੇ ਨੇ। ਇਹ ਇੰਨਾ ਮੰਨਦੇ ਨੇ ਵੀ ਜੇ ਬਹੁਤਾ ਗਿਆਨ ਕਿਸੇ ਕੋਲੋਂ ਲੈ ਲਈਏ, ਕਿਸੇ ਘਾਟਾ ਨੂੰ ਦੇ ਦਈਏ। ਇਹ ਗੱਲ ਮੰਨਦੇ ਨੇ ਸਾਰੇ ਸੰਤ। ਵਿਦਵਾਨ ਨਹੀਂ ਇਹ ਗੱਲ ਮੰਨਦੇ। ਉਹ ਕਹਿੰਦੇ ਮੇਰੇ ਜਿਆਦਾ ਗਿਆਨ ਕਿਸੇ ਕੋਲ ਹੈ ਹੀ ਨਹੀਂ। ਇਹਨਾਂ ਦੀ ਇਹ ਗੱਲ ਹੁੰਦੀ ਹੈ। ਵਿਦਵਾਨ ਮੂਰਖ ਹੁੰਦੇ ਨੇ, ਮਨਮੁਖ ਹੁੰਦੇ ਨੇ, ਹੋ ਜਾਂਦੇ ਨੇ। ਜੇ ਵਿਦਵਾਨ ਰਹੇ, ਮਨਮੁਖ ਹੋ ਜਾਂਦਾ, ਪੱਥਰ ਹੋ ਜਾਂਦਾ ਬਿਲਕੁਲ। ਸੁਣਦਾ ਹੀ ਦੂਏ ਦੀ ਗੱਲ। ਉਹ ਕਹਿੰਦਾ ਮੇਰੇ ਜਿੰਨਾ ਗਿਆਨ ਹੈ ਹੀ ਨਹੀਂ ਕਿਸੇ ਕੋਲ। ਸੰਤਾਂ ਦੇ ਵਿੱਚ ਬਦਲਦੀ ਗੁਰੂ ਅਮਰਦਾਸ ਸੰਤੇ ਨੇ ਪਹਿਲਾਂ ਸੰਤਾਂ ਜੋ ਆਏ ਹੋਏ ਨੇ। ਮਾੜਾ ਫਿਰ ਧੰਨ ਕਬੀਰ ਸੰਤਾਂ ਜੋ ਆਇਆ ਹੋਇਆ। ਇਹਨਾਂ 'ਚ ਬਦਲਦੀ ਕਪੈਸਿਟੀ ਹੁੰਦੀ ਹੈ। ਇੱਥੇ ਸੁਭਾਅ ਹੈ। ਪੜ੍ਹਾਈ ਇਹਨਾਂ ਨੂੰ ਹੋਰ ਤਰ੍ਹਾਂ ਦੀ ਹੈ। ਮੂਵੇ ਵੱਲ ਨੇ ਥੋੜ੍ਹਾ ਜਿਹਾ ਨੰਬਰ ਉੱਧਰ ਨੂੰ ਸੁਧਾਰਵਾਦੀ ਇਹਨਾਂ ਨੂੰ ਸੰਗਤ ਮਿਲੀ ਹੋਈ ਹੈ। ਵਿਦਵਾਨਾਂ ਜੇਬ ਨਹੀਂ ਹੁੰਦੀ। ਸੰਤਾਂ ਦੇ ਡੇਰਿਆਂ 'ਚੋਂ ਤਾਂ ਆਦਮੀ ਆਏ ਨੇ। ਗੁਰਮੁਖ ਸੰਤਾਂ ਦੇ ਡੇਰਿਆਂ 'ਚੋਂ ਆਏ ਨੇ ਬਣ ਕੇ। ਕਾਲਜਾਂ ਸਕੂਲਾਂ 'ਚ ਹੋਈ ਨਹੀਂ ਆਇਆ ਗੁਰਮੁਖ ਬਣੇ ਕਦੇ। ਸੰਤਾਂ ਦੇ ਨਾਲ ਸੰਬੰਧਿਤ ਆਦਮੀ ਨੇ ਜਿਹੜੇ, ਉਹ ਆਏ ਨੇ। ਗੁਰਮੁਖ ਹੀ ਹੋਏ ਨੇ, ਇਹਨਾਂ 'ਚੋਂ ਹੀ ਹੋਏ ਨੇ, ਸੰਤਾਂ 'ਚੋਂ ਹੋਏ ਨੇ। ਪਰ ਸੰਤ ਨਹੀਂ ਕਹਾਏ ਫਿਰ ਉਹ। ਇਸ ਕਰਕੇ ਸੰਤਾਂ ਦੇ ਥੱਲੇ ਹੇਠ ਬਣੀ ਨਹੀਂ ਹੈ। ਇਹ ਗੱਲ ਸੰਤਾਂ ਨੂੰ ਸਮਝ ਲੈਣੀ ਚਾਹੀਦੀ ਹੈ। ਗੱਲ ਕੀ ਕਹੀ ਹੈ। ਜਿਹੜਾ ਇਹ ਗੱਲ ਸਮਝ ਲੈਂਦਾ ਉਹ ਅੱਗੇ ਤਰੱਕੀ ਕਰਦਾ। ਫਿਰ ਉਹ ਦਾਸ ਬਣਦਾ, ਫਿਰ ਸੰਤ ਨਹੀਂ ਕਹਾਉਂਦਾ। ਉਹ ਗੁਰੂ ਨਹੀਂ ਬਣਦਾ। ਜਿੰਨਾ ਚਿਰ ਰਾਮਾਨੰਦ ਗੁਰੂ ਬਣਿਆ ਹੋਇਆ ਉਹਨਾਂ ਜਿਹੜੇ ਮੂਰਖ ਹੈ। ਜਾਂ ਕਬੀਰ ਨੂੰ ਪਤਾ ਲੱਗਿਆ, ਕਬੀਰ ਤੇ ਬੱਚਾ ਦੇ ਫਿਰ ਪਲਟ ਗਿਆ। ਇੱਕੋ ਸ਼ਬਦ ਹੈ ਰਾਮਾਨੰਦ ਦਾ। ਹਾਂ, ਇਮਾਨਦਾਰ ਸੀ ਰਾਮਾਨੰਦ। ਸ਼ਾਸਤਰ ਪੜ੍ਹੇ ਸੀ, ਨਹੀਂ ਸੀ ਪਤਾ। ਕਬੀਰ ਦੀ ਗੱਲ ਨੂੰ ਫੜਕ ਬਣ। ਇਹ ਨਹੀਂ ਦੇਖਿਆ ਵੀ ਕਬੀਰ ਮੇਰਾ ਚੇਲਾ ਸੀ ਕੱਲ, ਅੱਜ ਮੈਂ ਇਹਦੀ ਗੱਲ ਕਿਉਂ ਸੁਣਾ, ਕਿਉਂ ਮੰਨੋ। ਝੱਟ ਬਣ ਗਿਆ। ਜਾਂ ਕਬੀਰ ਨੇ ਕਿਹਾ ਵੀ ਗੱਲ ਤਾਂ ਹੈ, ਕਿਸੇ ਪਰਮਾਤਮਾ ਦੀ ਭਗਤੀ ਦੀ ਲੋੜ ਨਹੀਂ ਹੈ। ਇਹਨੇ ਆਪ ਹੀ ਪਰਮਾਤਮਾ ਬਣਨਾ। ਆਤਮ ਜਾਣਿਆ ਪਰਮਾਤਮਾ ਸੋਈ।
ਉਹਨੇ ਕਹੋ ਇਹ ਤਾਂ ਦਾਲ ਹੈ, ਇੱਕੇ ਨਹੀਂ ਹੋਣਾ, ਬਾਹਰੋਂ ਇੱਕ ਕਿਤੋਂ ਨਹੀਂ ਮਿਲਣਾ। ਝੱਟ ਬਣ ਗਿਆ, ਕਹਿੰਦਾ ਹਾਂ ਠੀਕ ਹੈ। ਵਾਹ ਮੰਨਿਆ, ਸਵਾਲ ਠੀਕ ਨਿਕਲਿਆ। ਸਵਾਲ ਇਹ ਹੈ ਨਾ, ਜਵਾਬ ਮਿਲ ਗਿਆ, ਜਵਾਬ ਮਿਲਿਆ ਅੰਦਰੋਂ, ਬਾਹਰ ਨਹੀਂ ਹੈ ਕੁਛ ਵੀ। ਬਾਹਰ ਟੋਲਣਾ ਸੇ ਭਰਮ ਭਲਾਈ। ਬਸ ਉਹ ਬਾਹਰ ਟੋਲਦਾ ਸੀ। ਫਿਰ ਕਹਿੰਦਾ ਵਹਾਂ ਤਾਂ ਜਾਈਏ ਜੋ यहाँ ਨਾ ਹੋਏ। ਮੰਦਰ 'ਚ ਕੀ ਕਰਨ ਜਾਣਾ, ਮੰਦਰ ਤਾਂ ਹੀ ਨਹੀਂ ਕੁਛ। ਮੰਦਰ ਚੱਲਿਆ ਸੀ ਨਾ ਥਾਲੀ ਲੈ ਕੇ, ਥਾਲੀ ਰੱਖਦੀ ਵੀ ਹੈ ਅੰਦਰ ਮੇਰੇ। ਮਨ ਮੰਦਰ ਦੇ ਵਿੱਚ ਹੈ, ਮਨ ਆਪਣੇ ਆਪ 'ਚ ਮੰਦਰ ਹੈ ਇੱਕ। ਮਨ ਮੰਦਰ ਤਨ ਵੇਸ ਕਲੰਦਰ, ਮਨ ਮੰਦਰ ਦੇ ਵਿੱਚ ਨਿਵਾਸ ਹੈ ਉਹਦਾ। ਮਨ ਮੰਦਰੇ ਗੁਰਦੁਆਰੋ ਹੈ, ਅੰਦਰੇ ਬੈਠਾ ਗੁਰਦੇਵ। ਜਿਹੜਾ ਗੁਰਦੇਵ, ਮਾਤਾ ਗੁਰਦੇਵ ਪਿਤਾ ਅੰਦਰੇ ਹੈ ਇਹਦੇ ਆਪਣੇ। ਮਹਾਕਾਮ ਕਾਮੰ ਮਹਾਕਾਮ ਕਾਮੰ ਮਹਾਭੋਗ ਭੋਗੰ। ਮਹਾਭੋਗ ਭੋਗ। ਕਾਮਨਾ ਕਿੰਨੀ ਹੈ ਤੇਰੇ ਅੰਦਰ, ਕਿੰਨੀ ਕਾਮਨਾ? ਕਿਸੇ ਦੇ ਅੰਦਰ ਇੰਨੀ ਕਾਮਨਾ ਹੈ ਹੀ ਨਹੀਂ। ਉਹ ਕਿਸੇ ਨੂੰ ਆਪਣਾ ਫਿਕਰ ਹੋਊ, 4 ਨਿਆਣਿਆਂ ਦਾ ਫਿਕਰ ਹੋਊ, 10 ਦਾ ਫਿਕਰ ਹੋਊ, ਟੱਬਰ ਦਾ ਫਿਕਰ ਹੋਊ, ਕਬੀਲੇ ਦਾ ਫਿਕਰ ਹੋਊ, ਚਲੋ ਰਾਜ ਦਾ ਫਿਕਰ ਹੋਊ। ਤੈਨੂੰ ਸਾਰੀ ਸ੍ਰਿਸ਼ਟੀ ਦਾ ਫਿਕਰ ਹੈ। ਸਾਰੀ ਸ੍ਰਿਸ਼ਟੀ, ਆਹ ਧਰਤੀ ਛੱਡ ਕੇ ਖਬਰਾਂ ਕਿੰਨੀਆਂ ਧਰਤੀਆਂ ਤੇ ਹੋਰ ਜੀਵ। ਫਿਰ ਸਭ ਕੁਝ ਪੌਣ ਚੱਲਦੀ ਹੈ, ਭੈ ਵਿੱਚ ਪਵਨ ਚੱਲਿਆ ਸਲਵਾਓ। ਕਿਤੇ ਕਿਤੇ ਸਾਰਿਆਂ ਨੂੰ ਰੋਜੀ ਦੇਣੀ। ਤੇਰੇ ਜਿੰਨੀ ਕਾਮਨਾ ਕੀ ਹੈ, ਮਹਾਕਾਮ ਕਾਮੰ ਮਹਾਭੋਗ ਭੋਗੰ। ਤੇਰੀ ਡਿਊਟੀ ਵੀ ਹੈ ਨਾ, ਇੱਛਾ ਵੀ ਹੈ, ਤੈਨੂੰ ਲੋੜ ਵੀ ਇੰਨੀ ਹੈ। ਪਰ ਲੋੜ ਪਰਉਪਕਾਰ ਪਰਮਾਰਥ ਦੀ ਲੋੜ ਹੈ, ਸਵਾਰਥ ਦੀ ਲੋੜ ਨਹੀਂ ਹੈ। ਬਸ ਇੰਨਾ ਫਰਕ। ਲੋੜ ਸਵਾਰਥ ਦੀ ਹੈ, ਪਰਮਾਰਥ ਦੀ ਨਹੀਂ। ਟੈਂਗੜਾ ਕਿਸੇ ਦਾ ਮੰਗਣਾ, ਸਮਰੱਥਾਂ ਤੂੰ ਸਮਰੱਥਾਂ। ਹਾਂਜੀ, ਮਹਾਭੋਗ ਭੋਗੰ। ਮਹਾਭੋਗ ਭੋਗ। ਜੇ ਭੋਗ ਹੋਵੇ ਕਿੰਨਾ ਚਾਹੀਦਾ? ਸਾਰੇ ਪਦਾਰਥ ਤੇਰੇ ਹੀ ਨੇ, ਭੋਗਣ ਵਾਲੇ ਤੇਰਾ ਹੀ ਰੂਪ ਹੈ, ਤੇਰਾ ਹੀ ਪਰਿਵਾਰ ਹੈ। ਦੂਆ ਤਾਂ ਕੋਈ ਹੈ ਉਹ ਨਹੀਂ, ਤੇ ਦੂਆ ਹੀ ਨਹੀਂ ਕੋਈ, ਇੱਕੋ ਟੱਬਰ ਹੈ। ਸਾਰੇ ਟੱਬਰ ਦਾ ਹੁਣ ਜ਼ਿੰਮੇਵਾਰੀ ਜਿਹੜਾ ਘਰ ਦਾ ਆਗੂ ਹੋਵੇ ਉਸੇ ਤੇ ਹੁੰਦੀ ਹੈ। ਸਾਰਿਆਂ ਦਾ ਫਿਕਰ ਹੈ ਤੈਨੂੰ, ਕਹਿੰਦੇ ਨਹੀਂ ਸਭ ਦਾ ਫਿਕਰ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ। ਜਦੋਂ ਉਹਨੂੰ ਚਿੰਤਾ ਹੈ ਤੇ ਉਹਨੂੰ ਭੋਗ ਕਰਨਾ ਚਾਹੀਦਾ। ਸਭ ਰਸ ਭੋਗ ਵੈ ਸੋਈ। ਸਭ ਰਸ ਭੋਗ ਵੈ ਸੋਈ। ਹਾਂਜੀ, ਕਹੂੰ ਰਾਜਸੰ ਤਾਮਸੰ ਸਾਤਕੇੰ। ਕਿਤੇ ਰਾਜਾ ਬਣਿਆ ਬੈਠਾ। ਤਾਮਸੰ ਰਾਜਸੰਗ ਹੁੰਦਾ ਹੈ ਵਿਸ਼ਨੂੰ ਦਾ ਜਿਹੜਾ ਹੈ ਨਾ ਸੁਭਾਅ, ਉਹ ਰਾਜਸੰਗ। ਰਾਜਸੰਗ ਦੇ ਵਿੱਚ ਵੀ ਪਰਉਪਕਾਰੀ ਹੁੰਦਾ ਹੈ, ਲੋਕਾਂ ਦੇ ਵਾਸਤੇ ਕਰਨਾ। ਜਿਵੇਂ ਘਰ ਦਾ ਕੋਈ ਮੁਖਤਿਆਰ ਹੈ, ਉਹ ਵੀ ਰਾਜਾ ਹੀ ਹੈ ਕਿਸਮ ਦਾ। ਸਾਰੇ ਉਹਦੇ ਕਹਿਣੇ ਚੱਲਦੇ ਨੇ, ਪਰ ਉਹ ਦੂਜਿਆਂ ਦਾ ਫਿਕਰ ਕਰਦਾ, ਆਪਣਾ ਘੱਟ ਕਰਦਾ। ਆਪਣਾ ਫਿਕਰ ਘੱਟ ਕਰਦਾ। ਕਹਿੰਦਾ ਚਲੋ ਐਤਕੀ ਟੈਟ ਆ, ਐਤਕੀ ਮੈਂ ਨਹੀਂ ਜੁੱਤੀ ਲੈਂਦਾ, ਪੁਰਾਣੀ ਨਾਲ ਸਾਲ ਲੈਣਾ, ਇਹਨਾਂ ਨੂੰ ਲੈ ਦਈਏ ਸਾਰਿਆਂ ਨੂੰ। ਇਹਨਾਂ ਚੋਂ ਨਾ ਕੋਈ ਐਂ ਕਹੇ ਵੀ ਭਾਈ ਮੈਨੂੰ ਨਹੀਂ ਲੈ ਕੇ ਦਿੱਤੀ। ਜੇ ਆਪ ਲੈ ਲਵੇ ਉਂਗਲੀ ਉੱਠੂਗੀ, ਆਪ ਚੰਗੇ ਕੱਪੜੇ ਸਮਾਵਲੇ ਉਂਗਲੀ ਉੱਠੂਗੀ ਨਾ। ਇਹਨਾਂ ਨੂੰ ਲੈ ਦੀ, ਇਹਨਾਂ 'ਚ ਕੋਈ ਔਖਾ ਨਾ ਰਹੇ, ਨਿਆਣਾ ਨਾ ਕੋਈ ਔਖਾ ਰਹੇ, ਭਾਈ ਨਾ ਔਖਾ ਰਹੇ। ਚਲੋ ਭਾਈ ਵੀ ਨਿਆਣੇ ਹੁੰਦੇ ਨੇ, ਛੋਟੇ ਜਿਹੜੇ ਨੇ, ਇਹ ਨਾ ਔਖੇ ਰਹਿਣ। ਮੈਂ ਚਾਹੇ ਔਖਾ ਹੀ ਲੈ ਰਿਹਾ, ਚਲੋ ਕਿਸੇ ਦਾ ਆਧਾਰ ਸੁਧਾਰੇ ਫੜ ਕੇ ਚਾਹੇ ਕਰਾਂ, ਉਹ ਉਹਨਾਂ ਦਾ ਮਸਲਾ ਹੱਲ ਕਰ ਲੈ, ਉਹਨੂੰ ਫਿਕਰ ਰਹਿੰਦਾ। ਰਾਜ ਸਿੰਘ ਕਹੂੰ ਰਾਜ। ਇਹ ਰਾਜ ਸਿੰਘ, ਰਾਜਾ ਤੇ ਚਿੰਤਾ ਵੀ ਹੈ। ਹਾਂ, ਤਾਮਸੰ ਕਿਤੇ ਤਾਮ ਸਿੰਘ ਹੈ, ਤਾਮ ਸਿੰਘ ਸ਼ਿਵ ਜੀ ਦਾ ਸੁਭਾਅ ਹੈ। ਤਮੋਗੁਣੀ, ਉਹ ਸੁਭਾਅ ਉਲਟਾ ਹੈ। ਹਾਂ, ਸਾਤਕੇੰ ਕਿਤੇ ਸਤੋਗੁਣੀ। ਸਤੋਗੁਣੀ ਬ੍ਰਹਮ ਦਾ ਸੁਭਾਅ ਹੈ। ਸੱਚ ਨਾਲ ਜੁੜਨਾ, ਸੱਚ ਦੀ ਖੋਜ ਕਰਨਾ, ਸੱਚ ਦੱਸਣਾ, ਸੱਚ ਲੱਭਣਾ। ਸਤੋਗੁਣੀ ਸੁਭਾਅ ਹੈ ਨਾ, ਸੱਚ ਲੱਭਣਾ ਔਰ ਸੱਚ ਦੱਸਣਾ, ਸੱਚ ਦਾ ਪ੍ਰਚਾਰ ਕਰਨਾ, ਸੱਚ ਨਾਲ ਜੁੜਨਾ, ਸੱਚ ਨਾਲ ਜੋੜਨਾ।
ਇਹ ਸਾਤਕੇ ਅੰਗ ਅਸਲ ਵਿੱਚ ਤਾਂ ਇਹੀ ਸੀ। ਤਿੰਨੇ ਬ੍ਰਹਮਾ ਵਿਸ਼ਨੂੰ ਦੇਖੋ ਨਾ, ਬ੍ਰਹਮਾ ਦਾ ਬ੍ਰਹਮ ਗਿਆਨ ਹੈ। ਬ੍ਰਹਮਾ ਨੇ ਬ੍ਰਹਮ ਗਿਆਨ ਖੋਜਣਾ, ਸੱਚ ਨਾਲ ਜੋੜਨਾ, ਲੋਕਾਂ ਨੂੰ ਆਪ ਜੁੜਨਾ। ਰਾਜੇ ਨੇ ਪਰਉਪਕਾਰ ਕਰਨਾ ਤਾਂ ਹੀ ਰਾਜਾ ਨਾ। ਜੇ ਪਰਉਪਕਾਰ ਕਰੇ ਉਹ ਤਾਂ ਫਿਰ ਰਾਜਾ ਨਹੀਂ ਹੈ ਉਹ। ਜੇ ਨਾ ਕਰੇ, ਰਾਜ ਤੇ ਬੈਠ ਜੇ, ਰਾਜ ਕਰੇ ਨਾ, ਫਿਰ ਤਾਂ ਕੁੱਤਾ ਹੋਇਆ, ਫਿਰ ਰਾਜਾ ਗੱਲ ਹੋਇਆ। ਘਰ ਦਾ ਮੁਖਤਿਆਰ ਹੋਵੇ, ਆਪ ਦਾ ਦਾਰੂ ਪੀਵੇ, ਉਹ ਘਰਦਿਆਂ ਨੂੰ ਸਬਜ਼ੀ ਵੀ ਕਹੇ ਨਾ ਬਣਾਓ, ਫਿਰ ਕਾਹਦਾ ਕਰਦਾ ਮੁਖਤਿਆਰ ਹੋਵੇ? ਉਹ ਤਾਂ ਗਲਤ ਹੋਇਆ ਨਾ। ਫਿਰ ਜੇ ਠੀਕ ਹੈ ਤਾਂ ਇਹੋ ਜਿਹਾ ਹੀ ਚਾਹੀਦਾ, ਕੋਈ ਹਰ ਸਮਾਨ ਨਹੀਂ ਰਾਜਾ ਚਾਹੀਦਾ, ਤਾਂ ਉਹ ਜਿਹਾ ਹੀ ਹੈ। ਉੱਥੇ ਹੀ ਸ਼ਾਂਤੀ ਰਹਿ ਸਕਦੀ, ਨਹੀਂ ਜੇ ਸ਼ਾਂਤੀ ਹੋ ਜੂਗੀ ਫਿਰ ਸ਼ਾਂਤੀ ਕਿਵੇਂ ਹੋਊਗੀ? ਇਹ ਤਾਂ ਉਥਲ ਪੁਥਲ ਹੋ ਜੂਗੀ। ਰਾਜੇ ਦਾ ਮਤਲਬ ਹੈ ਆਪ ਤੰਬੂਆਂ 'ਚ ਰਹਿੰਦੇ, ਦਿੱਲੀ ਤੇ ਅਰਬਾਂ ਖਰਬਾਂ ਰੁਪਈਏ ਨਾ ਖਰਚ ਕਰਦੇ, ਮਕਾਨ ਬਹੁਤ ਸਾਦੇ ਬਣਾ ਕੇ ਰਹਿੰਦੇ, ਦਫ਼ਤਰ ਬਹੁਤ ਸਾਦੇ ਬਣਾ ਕੇ ਰਹਿੰਦੇ। ਇਹਨਾਂ ਨੇ ਤਾਂ ਆਪਣੇ ਤੇ ਅਰਬਾਂ ਖਰਬਾਂ ਰੁਪਈਏ ਖਰਚ ਕਰ ਲਏ। ਪਬਲਿਕ ਨੂੰ ਸਹੂਲਤਾਂ ਦਿੰਦੇ, ਪਬਲਿਕ ਨੂੰ 15 ਪੈਸੇ ਜਾਂਦੇ ਨੇ, ਆਪ ਬੰਦੇ ਨੇ 85 ਪੈਸੇ ਉਤਲੇ ਖਾ ਜਾਂਦੇ ਨੇ, ਜਿਹੜੇ 2-3% ਵਾਲੇ ਨੇ। ਤੇ ਰਾਜ ਦੇ ਵਿੱਚ ਫਿਰ ਅਸ਼ਾਂਤੀ ਕਿਵੇਂ ਨਾ ਹੋਵੇ? ਮੁਲਕਾਂ ਦੇ ਵਿੱਚ ਮੁਲਕਾਂ ਸ਼ਾਂਤੀ ਕਾਹਦੇ ਆਸਰੇ ਹੋ ਜੂਗੀ? ਫਿਰ ਕਹਿੰਦੇ ਨੇ ਸ਼ਾਂਤੀ ਨਹੀਂ ਹੁੰਦੀ। ਹੋਵੇ ਕਿਉਂ ਸ਼ਾਂਤੀ? ਜਿੰਨੇ % ਤੁਸੀਂ ਹੋ, ਤੁਸੀਂ ਚੱਲ ਦੁਗਣਾ ਰੱਖ ਲਓ ਖਰਚਾ। ਤੁਹਾਡਾ ਇੰਨਾ ਖਰਚਾ ਕਿਉਂ ਹੈ? ਬਾਕੀਆਂ ਦਾ ਕਿਉਂ ਹੈ? ਇੱਕ ਆਦਮੀ 3000 ਨਾ ਕਿਉਂ ਸਾਰੇ? ਤੁਸੀਂ ਤੁਹਾਡਾ 3 ਲੱਖ ਨਾਲ ਕਿਉਂ ਨਹੀਂ ਸਰਦਾ? ਤੁਸੀਂ ਵੀ ਆਦਮੀ, ਉਹ ਵੀ ਆਦਮੀ। ਐਡਾ ਬੜਾ ਫਰਕ ਜਦ ਹੋਊਗਾ, ਸ਼ਾਂਤੀ ਨਹੀਂ ਹੋ ਸਕਦੀ। ਫਿਰ ਸੋਚਿਆ ਹੀ ਨਾ ਸ਼ਾਂਤੀ ਹੋਊਗੀ। ਫਿਰ ਚੱਲੋ ਜਿੰਨਾ ਚਿਰ ਚੱਲਦਾ, ਕੀ ਹੋਊਗਾ ਗਾਹਾਂ? ਤਾਂ ਕੁਦਰਤ ਕਰੂਗੀ ਜੋ ਹੋਊਗਾ। ਜਾਂ ਬੁੱਧੀ ਸਾਰਿਆਂ ਦੀ ਇਹੋ ਜਿਹੀ ਹੋਈ ਹੈ, ਵਿਨਾਸ਼ ਕਾਲ ਵਿਪਰੀਤ ਬੁੱਧੀ। ਜਦ ਬੁੱਧੀ ਵਿਪਰੀਤ ਸੋਚ ਹੋ ਜਾਂਦੀ ਹੈ ਨਾ ਆਦਮੀਆਂ ਦੀ, ਪੂਰੇ ਵਿਨਾਸ਼ ਕਾਲ ਵੀ ਹੁੰਦੇ, ਸਮਾਂ ਵੀ ਵਿਨਾਸ਼ਕਾਰੀ ਆਉਂਦਾ ਹੁੰਦਾ। ਇਹ ਗੱਲ ਆਪਣੇ ਆਪ 'ਚ ਸੱਚ ਹੈ ਔਰ ਸੱਚ ਰਹੂਗੀ। ਯੂਨੀਵਰਸਲ ਜਿਹੜੀ ਟਰੁੱਥ ਹੁੰਦੀ ਹੈ ਉਹ ਹਮੇਸ਼ਾ ਰਹਿੰਦੀ ਹੈ। ਸਮਾਂ ਆਪਣੇ ਆਪ ਨੂੰ, ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ। ਜੇ ਵਿਪਰੀਤ ਬੁੱਧੀ ਹੋਈ ਹੈ ਸਰਕਾਰ ਦੀ, ਮਿਨਿਸਟਰਾਂ ਦੀ, ਤਾਂ ਵਿਨਾਸ਼ ਹੋਣਾ ਵੀ ਨਿਸ਼ਚਿਤ ਹੈ, ਰੋਕ ਨਹੀਂ ਸਕਦਾ ਕੋਈ। ਭਾਣਾ ਉਹ ਵੀ ਪਰਮੇਸ਼ਰ ਦਾ। ਬਈ ਦੇਖਣ ਵਾਲੇ ਤਾਂ ਭਾਣੇ ਨੂੰ ਦੇਖੋ ਨਾ, ਕ੍ਰਿਸ਼ਨ ਹੈ ਇੱਕ ਪਾਸੇ, ਉਹ ਕਹਿ ਰਿਹਾ ਵੀ ਬਚ ਰਹੇ ਨਾ ਜੰਗ ਹੋਵੇ, ਨਹੀਂ ਬਚ ਸਕਦੀ ਜੰਗ, ਕੀ ਕਰੇ? ਰਾਮਚੰਦਰ ਬਚਾ ਰਿਹਾ ਵੀ ਜੰਗ ਹੋ ਜਾਵੇ, ਬਚ ਰਹੇ। ਸੀਤਾ ਦੇ ਚੱਲ ਨਾ ਲੜੀਏ, ਕਿਉਂ ਮਰੇ ਐਡੀ ਪਬਲਿਕ? ਨਹੀਂ ਬਣ ਰਿਹਾ ਰਾਵਣ, ਮਜਬੂਰੀ ਜੰਗ ਹੋਈ। ਉਹਨੇ ਵੀ ਸੋਚ ਲਿਆ ਵਿਨਾਸ਼ ਕਾਲ ਵਿਪਰੀਤ ਬੁੱਧੀ ਵੀ ਹੁਣ ਭਾਈ ਇਹ ਭਾਵੀ ਅਵੇਟ ਹੈ, ਇਹ ਹੌਲੀ ਨਹੀਂ ਟਲਣੀ ਹੈ। ਇਸੇ ਨੂੰ ਭਾਵੀ ਕਹਿੰਦੇ ਨੇ। ਕਹੂੰ ਨਾਰ ਕੇ ਰੂਪ ਧਾਰੇ ਨਰੇਯੰ, ਕਹੂੰ ਨਾਰ ਕਹੂੰ ਰਾਜਸਮ ਤਾਮਸਮ ਸਾਤਕੇਯੰ। ਕਿਤੇ ਰਾਜ, ਇਹ ਤਿੰਨੇ ਨਰ ਨੇ। ਰਾਜਾ ਰਜੋਗੁਣ ਵਾਲਾ, ਤਮੋਗੁਣ ਵਾਲਾ, ਸਤੋਗੁਣ ਦੇ ਵਿੱਚ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੇ, ਤਿੰਨੇ ਨਰ ਨੇ। ਕਹੂੰ ਨਾਰ ਕੇ ਰੂਪ ਧਾਰੇ ਨਰੇਯੰ, ਇਹ ਨਰੇਂਗ ਨਾਰ ਕੇ ਰੂਪ ਧਾਰੇ ਆ। ਕਿਤੇ ਉਹ ਕਿਵੇਂ? ਜਿੱਥੇ ਗਿਆਨ ਖੜਕ ਕੇ ਹੈ ਨਰੇ, ਉਹ ਵੀ ਨਾਰ ਨਹੀਂ ਹੈ। ਉਹ ਕਹੂੰ ਨਾਰ ਕੇ ਰੂਪ ਧਾਰੇ ਨਰੇਯੰ, ਹਾਂ ਉਹ ਵੀ ਨਰੇ ਹੈ, ਨਾਰ ਨਹੀਂ ਹੈ। ਉਹ ਜਿਹਨੂੰ ਦੇਵੀ ਕਿਹਾ ਉਹ ਵੀ, ਜਿਹਨੂੰ ਬੁੱਧੀ ਕਿਹਾ ਉਹ ਵੀ ਗਿਆਨ ਦਾ ਹੀ ਰੂਪ ਹੈ। ਉਹ ਸਿਰਫ ਗਿਆਨ ਹੈ, ਉਹਦੀ ਖੜਕ ਬਣਾਈ ਹੋਈ ਹੈ, ਲੋਹਾ ਦੀ ਤਲਵਾਰ ਬਣਾ ਲਈ, ਉਹਦਾ ਨੌਂ ਰੱਖਿਆ ਹੋਇਆ, ਨੌਂ ਇਸਤਰੀ ਲੱਗਾ ਹੈ ਨਰੇ। ਉਹ ਵੀ ਰੂਪ ਨਾਰ ਦਾ ਨਰੇ ਹੈ, ਉਹ ਵੀ।
कहूँ नार के रूप धारे नरेंग नरेंग नारा है नरेंग नारा हो नरेंग नरेंग आदमी हो है रूप है उनको दिता होया है नार दा आहो क्यों तलवार ਹੁਣ ਜਿਹੜਾ ਉਹਨੂੰ ਭਗਉਤੀ ਕਿਹਾ ਹੋਇਆ ਹੈ ਉਹ ਵੀ ਆਦਮੀ ਹੋ ਭਗਤੇ ਹਨ ਭਗਤੇ ਭਗਉਤੀ ਹਨ ਬਸ ਫਿਰ ਭਗਉਤੀ ਉਹ ਕਿਉਂਕਿ ਉਹ ਭਾਣੇ ਦੇ ਵਿੱਚ ਚੱਲਦਾ ਕਿਉਂਕਿ ਹੱਥ ਪਰਮੇਸ਼ਰ ਦਾ ਉਹਨੇ ਚੱਲਣਾ ਇਸ ਕਰਕੇ ਜਿਹੜਾ ਅਧੀਨ ਹੁੰਦਾ ਨਾ ਅਧੀਨ ਚੱਲਦਾ ਉਹਨੂੰ ਨਾਰ ਕਹਿੰਦੇ ਨੇ ਨਾਰ ਦਾ ਮਤਲਬ ਇਸਤਰੀ ਨਹੀਂ ਹੁੰਦਾ ਨਾਰ ਦਾ ਮਤਲਬ ਇਸਤਰੀ ਕਦੇ ਨਹੀਂ ਹੁੰਦਾ ਉਹ ਇਸਤਰੀ ਪੁਰਖ ਅੱਡ ਆਉਂਦਾ ਅਧੀਨ ਚੱਲਣਾ ਹਾਂ ਜਿਹੜਾ ਕਿਸੇ ਦੇ ਹੱਥ 'ਚ ਚੱਲਦਾ ਆਪਣਾ ਜਿਹਦਾ ਕੋਈ ਮਰਜ਼ੀ ਨਹੀਂ ਉਹ ਨਾਰ ਦਾ ਰੂਪ ਹੈ ਤ੍ਰਿਆ ਦਾ ਰੂਪ ਹੈ ਤ੍ਰਿਆ ਕਹਿੰਦੇ ਨੇ ਸਾਰੀ ਸ੍ਰਿਸ਼ਟੀ ਨਾਰ ਦਾ ਰੂਪ ਹੈ ਕਹੂੰ ਦੇਵੀਅੰ ਦੇਵਤੰ ਦੈਂਤ ਰੂਪੰ ਕਹੂੰ ਦੇਵੀਆਂ ਦੇਵਤੰ ਦੇਵਤੰ ਦੈਂਤ ਰੂਪੰ ਕਿਤੇ ਦੇਵੀ ਦਾ ਰੂਪ ਹੈ ਦੇਵੀ ਦਾ ਮੱਤ ਦਾ ਬੁੱਧ ਦਾ ਰੂਪ ਹੈ ਕਹੂੰ ਦੇਵਤੰ ਕਹੂੰ ਦੇਵਤੰ ਕਿਤੇ ਗਿਆਨ ਸਰੂਪ ਹੈ ਕਿਤੇ ਦੈਂਤ ਰੂਪ ਹੈ ਦੈਂਤ ਰੂਪੰ ਦੈਂਤ ਰਾਖਸ਼ ਰੂਪ ਨਾ ਮੰਨਣ ਵਾਲਾ ਰੱਬ ਨੂੰ ਮੰਨਣ ਵਾਲਾ ਇਹ ਦੇਵੀ ਕਾਹਦਾ ਜਿਹੜਾ ਭਗਤ ਹੈ ਉਹ ਦੇਵੀ ਦਾ ਰੂਪ ਹੈ ਜਿਹੜੇ ਦੇਵਤੇ ਨੇ ਇਹਨੂੰ ਮੰਨਣ ਵਾਲੇ ਨੇ ਦੇਖੋ ਦੇਵਤੇ ਜਿਹੜੇ ਨੇ ਉਹ ਗੁਰਦੁਆਰੇ ਜਾਣ ਵਾਲੇ ਹੀ ਨੇ ਧਰਮ ਨੂੰ ਉਹਨਾਂ ਦੇ ਸਿਰ ਤੇ ਧਰਮ ਦੇ ਸਹਾਇਕ ਹੁੰਦੇ ਨੇ ਉਹ ਧਰਮ ਨਾਲ ਸਹਿਮਤ ਹੁੰਦੇ ਨੇ ਸਿਰਫ ਧਾਰਮਿਕ ਬੰਦੇ ਨਹੀਂ ਹੁੰਦੇ ਦੇਵਤੇ ਦੇਵਤੇ ਧਾਰਮਿਕ ਬੰਦੇ ਨਹੀਂ ਹੁੰਦੇ ਪਰ ਧਰਮ ਦੇ ਵਿਰੋਧੀ ਵੀ ਨਹੀਂ ਹੁੰਦੇ ਇਵੇਂ ਅੱਜ ਜਿਹੜਾ ਸਿੱਖ ਹੈ ਇਹ ਉਹ ਤਾਂ ਸਿੱਖੀ ਗੁਰਮਤਿ ਦਾ ਗੁਰੂ ਦੇ ਦਾ ਵਿਰੋਧ ਕਰਦਾ ਨਹੀਂ ਹੈ ਪਰ ਧਾਰਮਿਕ ਨਹੀਂ ਹੈ ਧਾਰਮਿਕ ਜ਼ਿਆਦਾ ਹੋ ਜਾ ਗੁਰਬਾਣੀ ਬਣੂਗਾ ਜਦ ਕਹਿੰਦਾ ਭਾਈ ਮੰਨਣੀ ਤਾਂ ਔਖੀ ਹੈ ਬਾਣੀ ਧਾਰਮਿਕ ਕਿੱਥੇ ਰਿਹਾ ਜਿਹੜੇ ਚੱਲਣਾ ਦੀ ਬਾਣੀ ਤੇ ਧਾਰਮਿਕ ਨਹੀਂ ਹਾਂ ਉਹ ਸਹਿਮਤ ਹੈ ਮੱਥਾ ਟੇਕ ਦਿੰਦਾ ਵੀ ਗੱਲ ਤਾਂ ਠੀਕ ਆ ਸੱਚ ਹੈ ਜਿਹੜਾ ਦੂਆ ਵਿਰੋਧੀ ਉਹ ਕਹਿੰਦਾ ਉਹ ਮੰਨਦਾ ਹੀ ਨਹੀਂ ਇਹਨੂੰ ਉਹ ਦੈਂਤ ਰੂਪੰ ਉਹ ਦੈਂਤ ਰੂਪ ਹੈ ਉਹ ਮੰਨਦਾ ਹੀ ਨਹੀਂ ਉਹ ਤਾਂ ਕਹਿੰਦਾ ਇਹ ਤਾਂ ਦਿਲ ਬਹਿਲਾਵੇ ਦੀਆਂ ਗੱਲਾਂ ਨੇ ਇਹ ਕਹਿੰਦੇ ਨੇ ਉਹ ਤਾਂ ਵੀ ਕਹਾਂ ਉਹ ਮਿਲ ਜਾਂਦਾ ਉਹ ਮਿਲ ਜਾਂਦਾ ਕਹਾਂ ਇਹ ਸਭ ਦਿਲ ਬਹਿਲਾਵੇ ਦੀਆਂ ਗੱਲਾਂ ਨੇ ਉਹ ਤਾਂ ਐਂ ਕਹਿੰਦੇ ਨੇ ਵੀ ਸੁਰਗ ਹੁੰਦਾ ਇਹ ਹੁੰਦਾ ਉਹ ਹੁੰਦਾ ਜਾਂ ਜਿਹੜਾ ਜੰਮਣ ਮਰਨਾ ਮਿਟ ਜਾਂਦਾ ਵੀ ਐਵੇਂ ਫੋਕਿਆ ਤੁਹਾਡੇ ਦਿਲਾਸੇ ਨੇ ਉਹ ਤਾਂ ਮੰਨਦੇ ਹੀ ਨਹੀਂ ਇਸ ਗੱਲ ਨੂੰ ਧਾਰਮਿਕ ਬੰਦਾ ਹੋਰ ਹੋਣਾ ਧਾਰਮਿਕ ਹੋਰ ਗੱਲ ਹੈ ਜਿਵੇਂ ਜਿਹੜੇ ਇੱਕ ਕੋਈ ਪਾਰਟੀ ਹੈ ਸਿਆਸੀ ਉਹਦੇ ਖਾਸ ਮੈਂਬਰ ਹੋਣਾ ਹੋਰ ਗੱਲ ਹੈ ਉਹਦੇ ਨਾਲ ਜਿਹੜੇ ਸਹਿਮਤ ਨੇ ਉਹ ਗੱਲ ਹੋਰ ਉਹਦੇ ਛੱਡ ਕੇ ਦੂਏ ਪਾਸੇ ਵੀ ਜਾਂਦੇ ਕਦੇ ਇੱਧਰ ਵੋਟ ਪਾਤੀ ਕਦੇ ਇੱਧਰ ਪਾਤੀ ਉਹ ਪੱਕੇ ਨਹੀਂ ਹੁੰਦੇ ਉਹ ਨਹੀਂ ਪੱਕੇ ਹੁੰਦੇ ਕਿਸੇ ਪਾਰਟੀ ਨੂੰ ਧਾਰਮਿਕਾਂ ਦੇ ਪੱਕੇ ਨਹੀਂ ਹੁੰਦੇ ਕਦੇ ਸੰਤਾਂ ਦੇ ਚਲੇ ਗਏ ਕਦੇ ਕਦੇ ਚਲੇ ਕਦੇ ਕਿਤੇ ਚਲੇ ਗਏ ਦੇਵਤੇ ਹਾਂ ਦੇਵਤੇ ਹਜੂ ਉਹ ਕਹਿੰਦੇ ਨੇ ਉੱਥੇ ਗੁਰਬਾਣੀ ਕਹਿੰਦੀ ਹੈ ਵੀ ਉੱਥੇ ਜਾਣਾ ਮਤਲਬ ਹੈ ਜਿਹੜੇ ਗੁਰਬਾਣੀ ਤੇ ਵਿਰੁੱਧ ਗੱਲਾਂ ਨੇ ਉੱਥੇ ਵੀ ਚਲੇ ਜਾਂਦੇ ਨੇ ਜੇ ਬਾਦਲ ਹੈ ਹੁਣ ਉਹ ਚਲਿਆ ਜਾਂਦਾ ਉਹ ਤਿਲਕ ਲਵਾਇਆ ਹੁੰਦਾ ਉੱਥੇ ਚਲੇ ਜਾਂਦਾ ਨੇ ਸਾਰੇ ਚਲੇ ਜਾਂਦੇ ਤੇ ਜੈ ਜੇ ਹੋਰ ਸਿੱਖ ਹੋ ਜਾ ਬਾਦਲ ਹੈ ਫਿਰ ਸਿੱਖ ਕਿਹੜਾ ਸਾਰੀ ਬਾਣੀ ਨੂੰ ਬੋਲਦੇ ਹੀ ਨੇ ਇਹਨੂੰ ਧਾਰਮਿਕ ਆਦਮੀ ਨਹੀਂ ਕਹਿ ਸਕਦੇ ਉਹ ਕਿਹੜਾ ਕਹਿੰਦਾ ਮੈਂ ਧਾਰਮਿਕ ਆ ਉਹ ਤਾਂ ਕਹਿੰਦਾ ਨਹੀਂ ਮੈਂ ਧਾਰਮਿਕ ਆ ਸਿੱਖ ਕਹੋਣਾ ਧਾਰਮਿਕ ਬੰਦਾ ਕਹੋਣਾ ਹੈ ਅਸਲ 'ਚ ਸਿੱਖ ਉਹੀ ਕਹਾ ਸਕਦਾ ਜਿਹੜਾ ਪਾਬੰਦ ਹੋਵੇ ਗੁਰਬਾਣੀ ਤੇ ਚੱਲਣ ਦਾ ਅਸਲ 'ਚ ਗੱਲ ਇਹ ਹੈ ਮੁਸਲਮਾਨ ਉਹੀ ਕਹਾ ਸਕਦਾ ਜਿਹੜਾ ਇਸਲਾਮ ਜਿਹਦੇ ਅੰਦਰ ਈਮਾਨ ਹੋਵੇ ਮੁਸਲਮਾਨ ਈਮਾਨ ਵਾਲਾ ਹੀ ਨਹੀਂ ਹੈ ਮੁਸਲਮਾਨ ਕਿਵੇਂ ਹੋ ਗਿਆ ਜੇ ਸਿੱਖਿਆ ਦਾ ਨਹੀਂ ਪਤਾ ਗੁਰੂ ਦੀ ਕੀ ਹੈ ਗੁਰਬਾਣੀ ਕੀ ਕਹਿੰਦੀ ਹੈ
ਦੱਸ ਨਹੀਂ ਸਕਦਾ, ਸਿੱਖਿਆ ਸਮਝਾ ਨਹੀਂ ਸਕਦਾ, ਸਿੱਖ ਕਿਵੇਂ ਹੋ ਗਿਆ? ਇਹ ਸਿੱਖਿਆ ਲੈਣ ਦੀ ਭੁੱਖੇ ਨਹੀਂ ਜਿਹਨੂੰ ਹੈ, ਉਹ ਸਿੱਖ ਕਿਵੇਂ ਹੋ ਗਿਆ? ਇੱਛਾ ਹੀ ਨਹੀਂ ਹੈ, ਪਤਾ ਲੱਗੇ ਤੇ ਵਿਰੋਧ ਕਰਦਾ, ਸਿੱਖ ਕਿਵੇਂ ਹੋ ਗਿਆ? ਇਹੀ ਗੱਲ ਹੈ ਬਸ। ਜਿਵੇਂ ਮੁਸਲਮਾਨ ਸੀ ਉਹ ਜਿਹੀ ਪੋਜੀਸ਼ਨ ਸਿੱਖਾਂ ਦੀ, ਸਿੱਖਾਂ ਦੀ ਬਲਕਿ ਤੋਂ ਵੀ ਪੈੜੀ ਹੈ। ਮੁਸਲਮਾਨਾਂ 'ਚ ਬਹੁਤ ਆਦਮੀ ਨੇ ਜਿਹੜੇ ਇਸਲਾਮ ਬਾਰੇ ਜਾਣਦੇ ਨੇ, ਚਾਹੇ ਉਹਨਾਂ ਦਾ ਧਰਮ ਨਾ ਸਾਡੇ ਜਿੰਨਾ ਗਿਆਨਵਾਨ ਨਹੀਂ ਹੈ, ਧਰਮ ਥੋੜਾ ਗਿਆਨ ਹੈ ਸਾਡੇ ਨੂੰ, ਪਰ ਜਿੰਨਾ ਕੁ ਉਹਨਾਂ ਨੂੰ ਉਹਨਾਂ ਗਿਆਨ ਹੈ ਉਹ ਦਿੰਦੇ ਨੇ। ਉਹਨਾਂ ਨੇ ਆਦਮੀ ਤਿਆਰ ਕੀਤੇ ਨੇ, ਲੱਗੇ ਰਹਿੰਦੇ ਨੇ। ਸਾਡੇ ਤਾਂ ਇਹ ਵੀ ਗੱਲ ਛੱਡਿਆ, ਸਾਡੇ ਤਾਂ ਪੈਸਾ ਕਮਾਉਣ ਦਾ ਸਾਧਨ ਹੈ ਸਿਰਫ ਧਰਮ। ਪ੍ਰਚਾਰਕ ਪੈਸੇ 'ਚ ਲੱਗੇ ਹੋਏ ਨੇ, ਵਿਦੇਸ਼ਾਂ ਜਾਂਦੇ ਨੇ, ਪੈਸੇ ਕਮਾਉਣ ਜਾਂਦੇ ਨੇ, ਰਾਗੀ ਕੀਰਤਨ ਕਰਦੇ ਨੇ, ਉਹ ਵੀ ਪੈਸੇ ਖਾਤਰ ਫਿਰਦੇ ਨੇ। ਸਾਡਾ ਤਾਂ ਸਿਰਫ ਸਾਰਾ ਵਪਾਰੀਕਰਨ ਕਰਤਾ ਧਰਮ ਦਾ। ਸਭ ਤੋਂ ਜ਼ਿਆਦਾ ਵਪਾਰੀਕਰਨ ਸਿੱਖ ਧਰਮ ਦਾ ਹੋਇਆ ਹੈ, ਸਭ ਤੋਂ ਜ਼ਿਆਦਾ। ਨਾ ਅੰਗਰੇਜ਼ਾਂ ਦਾ ਹੈ ਜਾਂ ਸੰਤ ਨੇ, ਸਭ ਵਪਾਰੀਕਰਨ ਕੀਤਾ ਸੰਤਾਂ ਨੇ। ਜਿੱਦਾਂ ਸਾਰਿਆਂ ਨੂੰ ਸ੍ਰੇਸ਼ਟ ਧਰਮ ਸੀ, ਉਹਨਾਂ ਹੀ ਨਾਸ ਮਾਰਤਾ ਇਹਨਾਂ ਨੇ ਵਪਾਰੀਕਰਨ ਕਰਕੇ, ਉਹਨਾਂ ਹੀ ਜ਼ਿਆਦਾ ਕਰਤਾ ਵਪਾਰੀਕਰਨ। ਜਿੰਨੀ ਸਿੱਖ ਨੂੰ ਭੁੱਖ ਹੈ ਪੈਸੇ ਦੀ, ਕਿਸੇ ਨੂੰ ਖਈ ਨਹੀਂ। ਇਹੀ ਪੈਸੇ ਤੋਂ ਦੂਰ ਜਾਣਾ ਸੀ, ਇਸ ਨੂੰ ਜ਼ਿਆਦਾ ਭੁੱਖ ਹੈ। ਜਾਂ ਤਾਂ ਕਹਿ ਲਓ ਇਹੀ ਕਲਯੁਗ ਤੋਂ ਖਿਲਾਫ ਸੀ। ਕਲਯੁਗ ਇਹਦੇ ਤੇ ਬਕਾਰਾਂ ਦੇ ਖਿਲਾਫ ਸੀ। ਸਾਰਿਆਂ ਨੂੰ ਬਕਾਰਾਂ ਦਾ ਸਾਰਾ ਜ਼ੋਰ ਇਹਨਾਂ ਦੇ ਖਿਲਾਫ ਲੱਗਿਆ ਹੈ। ਇਹਨਾਂ ਨੂੰ ਦਿਸ਼ਾਹੀਨ ਕਰ ਦਿਓ, ਬਾਕੀ ਰੌਲਾ ਨਹੀਂ ਧਰਮ ਦਾ। ਬਾਕੀ ਧਰਮ ਦਾ ਕੋਈ ਰੌਲਾ ਨਹੀਂ ਹੈ। ਬਕਾਰਾਂ ਨੂੰ, ਸਿੱਖਾਂ ਨੂੰ ਖਤਮ ਕਰੋ। ਸਿੱਖੀ ਤੋਂ ਸਾਰੇ ਬਕਾਰਾਂ ਨੂੰ ਖਤਰਾ ਹੈ। ਆਡੀ ਪਰਵਲ ਮਾਇਆ ਨੂੰ ਵੀ ਸਿੱਖੀ ਤੋਂ ਖਤਰਾ ਹੈ। ਸ਼ੈਤਾਨ ਨੂੰ ਸਭ ਤੋਂ ਜ਼ਿਆਦਾ ਸਿੱਖੀ ਤੋਂ ਖਤਰਾ ਹੈ। ਇਹਨੂੰ ਧਸੋ ਦੋ ਥੱਲੇ ਧਰਮ ਨੂੰ, ਜਾਂ ਤਾਂ ਫਿਰ ਇਹ ਗੱਲ ਹੈ। ਇਹ ਲੀਡਰ ਹੈ ਸਾਰੇ ਧਰਮਾਂ ਦਾ, ਇਹ ਰਾਜ ਹੈ ਸਾਰੇ ਧਰਮਾਂ ਦਾ, ਝੰਡਾ ਵਰਦਾਰ ਹੈ। ਇਹ ਝੰਡੇ ਰਾਜ ਤੇ ਹੀ ਅਟੈਕ ਕੀਤਾ ਹੋਇਆ ਉਹਨਾਂ ਨੇ। ਔਰ ਸਾਡੇ ਹੀ ਅਸੀਂ ਉਹ ਦੱਸਿਆ ਹੋਇਆ, ਭੂ ਬਿਨਾਂ ਕਰੇ ਕੌਣ ਲੜਾਈ। ਗੁਰਬਾਣੀ ਨੇ ਦੱਸਿਆ ਵੀ ਰਾਜੇ ਤੇ ਹਮਲਾ ਕਰੀਦਾ ਸਿੱਧਾ ਹੀ। ਬਾਕੀ ਦਾ ਕੀ ਹੈ? ਬਾਕੀ ਫੌਜਾਂ ਤਾਂ ਸਹਿਮਤ ਹੋ ਜਾਂਦੀਆਂ ਹੁੰਦੀਆਂ ਨੇ। ਤਾਰਾ ਤਾਂ ਮਾਰ ਲਿਆ, ਬਾਕੀ ਫੌਜਾਂ ਸਹਿਮਤ ਹੋ ਗਈਆਂ। ਉਹਨਾਂ ਨੇ ਸਾਰਿਆਂ ਨੂੰ ਟਾਰਗੇਟ ਹੀ ਸਿੱਖੀ ਨੂੰ ਕੀਤਾ ਹੋਇਆ। ਇਹਨਾਂ ਦੇ ਮਾਇਆ ਨੇ ਆਪਣਾ ਸਾਰਾ ਜਾਲ ਇਹਨਾਂ ਦੇ ਸਿਰਤਾ, ਸਾਰਾ ਹੀ ਮਾਇਆ ਦਾ ਜਾਲ ਇਹਨਾਂ ਦੇ ਸਿੱਟਿਆ ਹੈ। ਉਹ ਇਹਦੇ ਸ਼ਾਹੀਨ ਕਰਤੇ ਸਾਰੇ। ਸਮਝਿਆ ਨਹੀਂ? ਹੁਣ ਦੇਖੋ ਕੀ ਕਰਦਾ। ਉਹ ਤਾਂ ਕਹਿੰਦੇ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਇਹਦੇ 'ਚ ਹੁਣ ਜਾਂ ਕਿਹਾ ਸੀ ਨਾ ਪਰਮੇਸ਼ਰ ਨੇ ਪੰਥ ਚਲਾ। ਇੱਥੇ ਪੰਥ ਚੱਲਣ ਨਹੀਂ ਦਿੰਦੀ ਮਾਇਆ। ਇੱਥੇ ਵੀ ਉਹ ਕਹਿੰਦੇ ਸੱਚਖੰਡ ਤਾਂ ਹੈ ਉਹ, ਜੇ ਇੱਥੇ ਵੀ ਚੱਲ ਗਿਆ ਤੇ ਇੱਥੇ ਸਾਰੇ ਵਾਸਤੇ ਜਗ੍ਹਾ ਹੀ ਨਹੀਂ। ਬਕਾਰਾਂ ਵਾਸਤੇ ਜਗ੍ਹਾ ਕਿੱਥੇ ਬਚੂ? ਬਕਾਰਾਂ ਵਾਸਤੇ ਆ ਸ੍ਰਿਸ਼ਟੀ ਹੈ ਜਗ੍ਹਾ। ਜੇ ਇੱਥੇ ਵੀ ਜਗ੍ਹਾ ਨਾ ਛੱਡੀ ਬਕਾਰਾਂ ਨੂੰ, ਇਹ ਵਿਚਾਰੇ ਕਿੱਥੇ ਰਹਿਣਗੇ? ਇਹ ਫਿਰ ਤਕੜੇ ਹੋ ਕੇ ਭਿੜਦੇ ਨੇ। ਜਿਹੜਾ ਬਕਾਰਾਂ ਦੇ ਖਿਲਾਫ ਹੈ ਉਹ ਵੀ ਤਕੜੇ ਹੋ ਕੇ ਇਹਦੇ ਨਾਲ ਟੱਕਰਦੇ ਨੇ ਵੀ ਲੈ ਫਿਰ ਆ ਜਾ, ਦੋ ਹੱਥ ਕਰੇ ਲਈਏ ਦੇ ਨਾਲ। ਤਕੜੇ ਹੋ ਕੇ ਬਕਾਰ ਪਏ ਨੇ ਸਿੱਖਾਂ ਦੇ ਗਲ। ਇਹਨਾਂ ਨੂੰ ਸਮਝ ਨਹੀਂ ਇਸ ਗੱਲ ਦੀ, ਇਹ ਸੁੱਤੇ ਪਏ ਨੇ ਨਾ। ਮਾਇਆ ਤਕੜੀ ਹੋ ਕੇ ਸਿੱਖੀ ਨੂੰ ਮਾਰਨ ਲੱਗੀ ਹੋਈ ਹੈ, ਪੂਰਾ ਹਮਲਾ ਹੈ। ਇੱਧਰੋਂ ਹੁਣ ਜਦ ਦੇਖਿਆ ਨਾ ਪਰਮੇਸ਼ਰ ਨੇ, ਦਸਮ ਪਾਤਸ਼ਾਹ ਨੇ ਤਾਂ ਪਹਿਲਾਂ ਹੀ ਕਿਹਾ ਸੀ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਜਦ ਦੇਖਿਆ ਵੀ ਆਪਣੇ ਜਹਾਜ਼ ਥੋੜਾ ਹੀ ਰਹਿੰਦਾ, ਚਿਮਨੀਆਂ ਹੀ ਦਿੰਦੀਆਂ ਨੇ, ਪਾਣੀ ਤਾਂ ਪੈ ਗਿਆ ਸਾਰੇ 'ਚ। ਉਹਨੇ ਫੇਰ ਕਿਹਾ ਪਰਮੇਸ਼ਰ ਨੂੰ ਵੀ ਹੁਣ ਕਹਿੰਦਾ ਉਹਨੂੰ ਕੀ ਲੱਗਦਾ, ਪਰਮੇਸ਼ਰ ਨੂੰ ਕੀ ਲੱਗਦਾ? ਉਹਦਾ ਕੋਈ ਨਹੀਂ ਲੱਗਦਾ। ਉਹ ਫਿਰ ਹੋ ਜਾਏ ਆਪਣਾ ਮੰਤਰ ਛੱਡ ਦਿੰਦਾ। ਉਹ ਫੇਰ ਪ੍ਰਗਟ ਕਰ ਦਿੰਦਾ ਹੁੰਦਾ ਸ਼ਬਦ। ਉਹ ਬਹੁਤ ਕੁਝ ਕਰ ਸਕਦਾ ਹੈ। ਉਹ ਆਪਣੀ ਹੁਣ ਉਹਦੀ ਕਲਾ ਵਰਤਣੀ ਹੈ। ਹੁਣ ਸਿੱਖੀ ਉੱਤੇ ਆਉਣੀ ਹੈ। ਹੁਣ ਇਹ ਪਰਮੇਸ਼ਰ ਦੀ ਕਲਾ ਨਾਲ ਸਿੱਖੀ ਉੱਤੇ ਆਉਣੀ ਹੈ। ਕਿਸੇ ਆਦਮੀ ਜਿਹਦੇ ਰੋਕ ਹੁੰਦੀ ਹੈ ਰੋਕ ਲਿਓ। ਸਿੱਖੀ ਉੱਤੇ ਆਉਣੀ ਹੈ ਪਰਮੇਸ਼ਰ ਦੀ ਕਲਾ ਨਾਲ। ਪ੍ਰਗਟਿਓ ਖਾਲਸਾ ਪਰਮਾਤਮਕ ਹੈ ਮੌਜ। ਇਹ 10 ਗ੍ਰੰਥ ਦੀ ਗੱਲ ਹੈ, ਪੰਕਤੀ ਹੈ। ਜਿਹੜੇ ਕਹਿੰਦੇ 10 ਗ੍ਰੰਥ ਹੈ ਨਹੀਂ, ਔਰ ਇਹਦਾ ਸੱਚ ਹੈ। ਪ੍ਰਗਟਿਓ ਖਾਲਸਾ
ਪਰਮਾਤਮਾ ਕੇ ਮੌਜ ਮੌਜ, ਉਹਦੀ ਮੌਜ ਹੈ। ਖਾਲਸਾ ਪ੍ਰਗਟ ਹੋਊ ਜੀ ਤੇ ਰੋਕ ਹੁੰਦਾ, ਰੋਕ ਕੇ ਦਿਖਾ ਦਿਓ। ਜੇ ਤਾਂ ਇਹਨਾਂ ਨੇ ਰੋਕ ਲਿਆ ਤਾਂ 10 ਹੋਰਾਂ ਤੇ ਝੂਠਾ, ਤੇ ਨਹੀਂ ਤਾਂ ਸੱਚਾ। ਫਿਰ ਕਹਿਦਾ ਇਹ ਰਿਹਾ, ਜੇ ਤਾਂ ਪ੍ਰਗਟ ਹੋ ਗਿਆ ਤਾਂ ਵੀ 10 ਹੋਰਾਂ ਸੱਚਾ, ਜੇ ਇਹਨਾਂ ਤੇ ਨਾ ਰੁਕਿਆ ਤਾਂ ਵੀ 10 ਹੋਰਾਂ ਸੱਚਾ। ਉਹਦੇ ਤਾਂ ਆਪਣੀ ਮੋਹਰ ਆਪ ਲਾ ਦੇਣੀ ਹੈ। ਇਹਨਾਂ ਨੂੰ ਕੀ ਪਤਾ ਇਸ ਗੱਲ ਦਾ, ਮੂਰਖਾਂ ਨੂੰ। ਦੇਖੋ ਕਿਵੇਂ ਲੱਗਦੀਆਂ ਨੇ ਮੋਹਰਾਂ ਤੜਾ ਤੜ। ਹਾਂਜੀ, ਕਹੂੰ ਰੂਪ ਅਨੇਕ ਧਾਰੇ ਅਨੂਪੰ। ਕਹੂੰ ਰੂਪ ਧਾਰੇ ਤਾਰੇ, ਅਨੇਕ, ਕਹੂੰ ਰੂਪ ਅਨੇਕ ਧਾਰੇ ਅਨੂਪੰ। ਕਿਤੇ ਅਨੇਕਾਂ ਹੀ ਅਨੂਪ ਰੂਪ ਧਾਰੇ ਹੋਏ ਨੇ। ਅਨੂਪ ਕਿਸਮ ਦੇ ਰੂਪ, ਐਸੇ ਰੂਪ ਨੇ ਜਿਹਦੀ ਕੋਈ ਮਿਸਾਲ ਨਹੀਂ ਹੈ। ਉਹ ਗਿਆਨ ਦੇ ਰੂਪ ਨੇ ਸਾਰੇ, ਮੱਤਾਂ ਦੇ ਰੂਪ ਨੇ। ਜਿਹੜੀ ਵੀ ਮੱਤ ਹੁੰਦੀ ਹੈ ਉਹ ਆਪਣੇ ਵਰਗੀ ਇੱਕੋ ਹੀ ਹੁੰਦੀ ਹੈ। ਉਹਦੇ ਵਰਗੀ ਦੂਈ ਜਿਹੜੀ ਹੁੰਦੀ ਹੈ ਉਹਦੇ ਵਰਗੀ ਨਹੀਂ ਹੁੰਦੀ, ਦੂਈ ਹੋਰ ਹੁੰਦੀ ਹੈ। ਇਹ ਮੱਤਾਂ ਦੇ ਰੂਪ ਵੀ ਆਪਣੇ ਆਪਣੇ ਇਕੱਲੇ ਇਕੱਲੇ ਹੀ ਨੇ। ਜਿਹੜੇ ਮੱਤਾਂ ਦੇ ਰੂਪ ਨੇ ਨਾ, ਗਿਆਨ ਦੇ ਰੂਪ ਨੇ। ਗਿਆਨ ਦੇ ਵੀ ਤਾਂ ਕਿੰਨੇ ਰੂਪ ਨੇ। ਜਿਹਨੇ ਗਿਆਨ ਦੇ ਰੂਪ ਨੇ, ਹਰ ਆਪੇ ਹੀ ਇੱਕ ਰੰਗ ਹੈ, ਆਪੇ ਬੋਲ ਰੰਗੀ। ਉਹ ਜਿਹੜਾ ਰੰਗ ਆ ਉਹੀ ਰੂਪ ਹੈ ਉਹਦਾ। ਕਹੂੰ ਫੂਲ ਹਵੈ ਕੇ ਭਲੇ ਰਾਜ ਫੂਲੇ। ਦੇਖੋ ਜੇ ਰੂਪ ਧਾਰੇ ਹੁੰਦਾ ਨਾ, ਅਨੂਪਮ ਨਾਲ ਨਾ ਸ਼ਬਦ ਹੁੰਦਾ, ਰੂਪਕ ਹੈ ਨਾ ਗਿਲ ਗਿਆ। ਅਨੂਪਮ ਫਿਰ ਰੂਪ ਅਸੀਂ ਸੰਸਾਰੀ ਮੰਨ ਲੈਂਦੇ। ਆ ਜਿਹੜੇ ਜੂਨਾਂ ਦੇ ਰੂਪ ਨੇ ਫਿਰ ਮੰਨ ਲੈਂਦੇ, ਕਿਉਂਕਿ ਅਨੂਪਮ ਲੱਗਿਆ ਹੋਇਆ ਲਫ਼ਜ਼ ਹੈ। ਕਹੂੰ ਰੂਪ ਅਨੇਕ ਧਾਰੇ ਅਨੂਪਮ। ਹਾਂ, ਅਨੂਪਮ ਨਾਲ ਲੱਗਿਆ ਹੋਇਆ ਤਾਂ ਅਰਥ ਨਿਰਾਕਾਰੀ ਕਰਨੇ ਪੈਣੇ ਨੇ। ਤੇ ਨਿਰਾਕਾਰ ਦਾ ਰੂਪ ਕਹੇ ਜਾ ਹੋਵੇ ਅਨੂਪ ਹੀ ਹੁੰਦਾ। ਬੁੱਧੀ ਦਾ ਰੂਪ ਕਹੇ ਜਾ ਹੋਵੇ ਅਨੂਪ ਹੀ ਹੁੰਦਾ। ਬੁੱਧੀ ਦਾ ਦਰਸ਼ਨ ਹੁੰਦਾ, ਚਾਹੇ ਬੁੱਧੀ ਕਹੇ ਜੀ ਹੋਈ ਹੈ, ਦਰਸ਼ਨ ਤਾਂ ਉਹਦਾ ਹੁੰਦਾ ਨਹੀਂ ਹੈ, ਦੀਦੀ ਤਾਂ ਉਹ ਵੀ ਨਹੀਂ। ਮਨ ਕਿਹਾ ਜਾ ਹੋਵੇ, ਅਗਿਆਨੀ ਹੋਵੇ, ਗਿਆਨੀ ਹੋਵੇ, ਦੀਦਾ ਖੋਜ ਹੁੰਦਾ। ਉਹਦਾ ਰੂਪ ਅਨੂਪ ਹੀ ਰਹਿਣ, ਜੈ ਜਾ ਵੀ ਹੈ। ਤੇਰਾ ਰੂਪ ਅਗੰਮ ਹੈ, ਰੂਪ ਤੇਰਾ ਦਰਸਾਰਾ। ਦਰਸਾਰੇ ਤੇਰਾ ਰੂਪ ਅਗੰਮ ਹੈ, ਰੂਪ ਤੇਰਾ ਬੁੱਧੀ ਤੋਂ ਪਰੇ ਹੈ। ਜੇ ਦਰਜੋ ਦੀਦਾ ਉਹ ਰੂਪ ਹੈ, ਉਹਦਾ ਦੱਸ ਨਹੀਂ ਸਕਦੇ। ਜੋ ਦੀਦਾ ਰੂਪ ਤੇਰਾ ਦਰਸਾਰਾ ਹੋਇਆ, ਉਹ ਦੱਸੀਏ ਕਿਹਦੇ ਵਰਗਾ ਦੂਆ ਹੋਇਆ ਕੁਛ ਹੈ ਨਹੀਂ। ਕਹੇ ਜਾਏ ਰੂਪ ਹੋਵੇ, ਅਨੂਪ ਹੀ ਰਹਿਣ। ਇਹ ਨਹੀਂ ਆ ਕੇ ਬ੍ਰਹਮ ਗਿਆਨ ਤੇ ਆ ਕੇ ਰੂਪ ਬਣਨ। ਇਹ ਵੀ ਭਰਮ ਨਹੀਂ ਹੈ ਵੀ ਬ੍ਰਹਮ ਗਿਆਨ ਤੇ ਆ ਕੇ ਰੂਪ ਬਣਨ। ਹਰੇਕ ਆਤਮਾ ਜਾਂ ਨਿਕਲ ਕੇ ਦੀਦੀ ਆਪਾਂ ਨੂੰ, ਚਾਹੇ ਕਿਸੇ ਕੁੱਤੇ ਬਿੱਲੇ ਦੀ ਵੀ ਹੋਵੇ ਆਤਮਾ, ਉਹਦਾ ਰੂਪ ਆਪਣਾ ਰੂਪ ਹੈ। ਰੂਪ ਅਨੂਪ ਹੀ ਰਹਿਣਾ ਦਾ, ਚਾਹੇ ਮੈਲਾ ਹੋਵੇ ਚਾਹੇ ਉਜਲ ਹੋਵੇ। ਆਤਮਾ ਤਾਂ ਆਤਮਾ ਹੀ ਰਹਿਣੀ ਹੈ, ਬਲੀਨ ਹੋਵੇ ਚਾਹੇ ਪਵਿੱਤਰ ਹੋਵੇ। ਜਿੰਨੀ ਮਰਜ਼ੀ ਪਵਿੱਤਰ ਹੋਵੇ, ਜਿੰਨੀ ਮਰਜ਼ੀ ਬਲੀਨ ਹੋਵੇ। ਉਹ ਬਲੀਨ ਔਰ ਪਵਿੱਤਰ ਦਾ ਰੂਪ ਅਲੱਗ-ਅਲੱਗ ਹੈ। ਬਲੀਨਤਾ ਔਰ ਪਵਿੱਤਰਤਾ ਕਰਕੇ ਤਾਂ ਅਲੱਗ-ਅਲੱਗ ਰੂਪ ਨੇ, ਪਰ ਅਨੂਪ ਸਾਰੇ ਹੀ ਨੇ। ਤਾਂ ਕਰਕੇ ਇਹ ਆਤਮਾ ਦੇ ਰੂਪ ਦੀ ਗੱਲ ਹੈ, ਕਿਉਂਕਿ ਅਨੂਪ ਲਫ਼ਜ਼ ਦੇ ਆਇਆ ਹੋਇਆ। ਕਹੂੰ ਫੂਲ ਹਵੈ ਕੇ ਭਲੇ ਰਾਜ ਫੂਲੇ। ਫੂਲ ਹੋਇਆ ਕਿ ਕਿਤੇ ਫੁੱਲ ਬਣ ਕੇ ਭਲੇ ਰਾਜ ਫੂਲੇ। ਰਾਜ ਫੁੱਲ ਕਿਤੇ ਫੁੱਲ ਬਣ ਕੇ ਹਿਰਦੇ ਵਿੱਚ ਖੜਿਆ ਹੋਇਆ। ਹਿਰਦੇ 'ਚ ਫੁੱਲ ਖੜਨਾ ਹੈ, ਬਾਹਰ ਥੋੜੀ ਖੜਨਾ ਹੈ। ਫੁੱਲ ਤਾਂ ਹਿਰਦੇ 'ਚ ਖੜੂ। ਉਹ ਕੱਲ ਨਿਰਾਕਾਰ ਦੀ ਚਲਦੀ ਹੈ ਸਾਰੀ, ਉਹ ਇੱਥੇ ਵੀ ਹਿਰਦੇ ਕਮਲ ਪ੍ਰਗਾਸ। ਹਾਂ, ਹਿਰਦੇ ਕਮਲ ਪ੍ਰਗਾਸਿਆ। ਕਿਤੇ ਕਿਸੇ ਦੇ ਫੁੱਲੇ ਖੜਿਆ ਹੋਇਆ। ਫਲ ਕਾਰਨ ਫੁੱਲੀ ਬਨ ਰਾਏ। ਫਲ ਲੱਗਣ ਨੂੰ ਅਜੇ ਲੱਗਿਆ ਨਹੀਂ ਫਲ, ਹਿਰਦਾ ਖੜਿਆ ਤਾਂ ਹੈ। ਹਿਰਦਾ ਕਦ ਖੜਦਾ ਜਦ ਉਹਨੂੰ ਪਤਾ ਲੱਗ ਜਾਂਦਾ ਨੇ ਵੀ ਹਾਂ ਹੁਣ ਮੈਨੂੰ ਰਾਹ ਮਿਲ ਗਿਆ। ਬਾਜਾ ਫੁੱਲ ਖੜਦਾ ਤੇ ਫਲ ਦੀ ਸਮਝੋ ਤਿਆਰੀ ਹੁੰਦੀ। ਫਲ ਦੀ ਨਿਸ਼ਾਨੀ ਹੈ ਵੀ ਫਲ ਮਿਲ ਜੂਗਾ। ਹੁਣ ਜੇ ਪੇੜ ਨੂੰ ਫੁੱਲ ਲੱਗ ਗਿਆ ਤਾਂ ਆਪਾਂ ਨੂੰ ਪਤਾ ਵੀ ਹੁਣ ਬਈ ਇੰਨੇ ਸਾਲ ਹੋ ਗਏ ਪਾਲਦੇ ਨੂੰ, ਹੁਣ ਫੁੱਲ ਲੱਗਿਆ, ਐਤਕੀ ਫਲ ਆਊਗਾ। ਫੁੱਲ ਲੱਗਣਾ ਫਲ ਦੀ ਆਸ ਹੈ, ਫਲ ਦੀ ਨਿਸ਼ਾਨੀ ਹੈ ਨਾ।
ਭਲੀ ਪੰਤ ਕਹੂੰ ਫੂਲ ਹਵੈ ਕੇ ਭਲੇ ਰਾਜ ਫੂਲੇ। ਭਲੇ ਰਾਜ ਫੂਲੇ, ਰਾਜ ਹੈ ਨਾਲ ਲਫ਼ਜ਼, ਉਹ ਰਾਜ ਦੀ ਨਿਸ਼ਾਨੀ ਹੈ ਫੁੱਲ। ਜਾਂ ਹਿਰਦਾ ਖਿੜ ਗਿਆ ਨਾ, ਉਹ ਛਤਰ ਜਿਹੜਾ ਸਿੰਘਾਸਣ ਪ੍ਰਿਥਵੀ ਮਿਲਣੀ ਹੈ ਉਹਦੀ ਨਿਸ਼ਾਨੀ ਹੈ। ਨਾਮ ਦੀ ਨਿਸ਼ਾਨੀ ਹੈ, ਨਾਮ ਮਿਲੂਗਾ। ਹੁਣ ਜਾਂ ਨਾਮ ਹੋ ਗਿਆ ਮਾਥੇ ਛਤਰ ਤਰੇ ਜਾਣਾ, ਰਾਜ ਹੋ ਜਾਣਾ, ਅਵਿਨਾਸ਼ੀ ਰਾਜ ਮਿਲ ਜਾਣਾ। ਤੇ ਅਵਿਨਾਸ਼ੀ ਰਾਜ ਦੀ ਜਦ ਹੋਇਆ ਅੰਦਰ, ਉਹਦੇ ਹੌਸਲਾ ਤਾਂ ਹੋਣਾ ਹੀ ਹੈ ਨਾ, ਅੰਦਰ ਹੋਣਾ ਹੀ ਹੈ ਨਾ ਹੌਸਲਾ ਤਾਂ। ਹਾਂਜੀ, ਕਹੂੰ ਭਵਰ ਹਵੈ ਕੇ ਭਲੀ ਭਾਂਤ ਭੂਲੇ। ਕਿਤੇ ਭੌਰਾ ਬਣਿਆ ਫਿਰਦਾ, ਫੁੱਲ ਡੋਲਦਾ ਫਿਰਦਾ ਜੋ, ਭਲੀ ਭਾਂਤ ਭੂਲੇ। ਕਿਤੇ ਭੌਰਾ ਬਣਿਆ ਫਿਰਦਾ, ਭੌਰਾ ਕਿਤੇ ਪਾਵਰ ਏਕ ਪੋਹ ਪਰ ਅਸਬੀਦਾ, ਉਹਦਾ ਫੁੱਲ ਟੋਲਦਾ ਫਿਰਦਾ। ਕਿਸੇ ਦੇ ਹਿਰਦੇ 'ਚ ਗਿਆਨ ਹੋਵੇ, ਭੌਰਾ ਬਾਹਰਲਾ ਵੀ ਫੁੱਲਾਂ ਨੂੰ ਟੋਲਦਾ। ਫੁੱਲ ਜੋ ਦੀ ਖੁਰਾਕ ਹੈ। ਜਿਹੜਾ ਮਨ ਭੌਰਾ ਹੋ ਜਾਂਦਾ ਉਹ ਵੀ ਫੁੱਲ, ਉਹਦਾ ਮਨ ਭੂੜਾ ਨਾ, ਜਾਂ ਗੋਹੇ ਤੇ ਬਹਿੰਦਾ, ਉਹ ਭੂੜਾ ਭੌਰਾ ਫੁੱਲ ਤੇ ਬਹਿੰਦਾ। ਭੌਰਾ ਫੁੱਲ ਤੇ ਬਿਨਾਂ ਬਹਿੰਦਾ ਹੀ ਨਹੀਂ ਕਿਤੇ। ਰੰਗ ਦਾ ਫਰਕ ਥੋੜਾ ਹੀ ਹੁੰਦਾ ਭੌਰੇ ਦਾ ਭੂੜ ਦਾ, ਰੰਗ ਦਾ ਨਹੀਂ ਬਹੁਤਾ ਫਰਕ ਹੁੰਦਾ। ਪਰ ਉਹ ਕਿੱਥੇ ਬਹਿੰਦਾ, ਉਹ ਕਿੱਥੇ ਬਹਿੰਦਾ, ਉਹ ਫੁੱਲ ਤੇ ਹੀ ਬਹਿੰਦਾ। ਕਹੂੰ ਭਵਰ ਹਵੈ ਕੇ ਭਲੀ ਭਾਂਤ ਭੂਲੇ। ਭਲੀ ਭਾਂਤ ਭੁੱਲੇ, ਉਹ ਕੀ ਹੈ? ਉਹ ਭੁੱਲ ਗਿਆ ਸਭ ਕੁਝ ਸੰਸਾਰ ਨਹੀਂ ਉਹਦੇ ਆ, ਉਹ ਤਾਂ ਫੁੱਲ ਟੋਲਦਾ। ਭਲੀ ਭਾਂਤ ਭੂਲੇ, ਉਹ ਭੁੱਲ ਗਿਆ ਸਭ ਕੁਝ, ਉਹਨੂੰ ਭੁੱਲ ਚਾਹੀਦਾ, ਭਵਰੇ ਨੂੰ ਉਹ ਨਹੀਂ ਕੋਈ ਚਾਹੀਦਾ। ਉਹਦਾ ਸਰਵ ਧਿਆਨ ਫੁੱਲ 'ਚ ਹੈ। ਕੋਈ ਫੁੱਲ ਮਿਲੇ, ਕਿਤੋਂ ਗਿਆਨ ਮਿਲੇ। ਟੋਲਦੇ ਹੁੰਦੇ ਨੇ, ਹੁਣ ਵੀ ਟੋਲਦੇ ਨੇ ਜਿਹਨੂੰ ਲੋੜ ਹੈ, ਟੋਲਦੇ ਰਹੇ ਨੇ। ਕੌਣ ਟੋਲਦੇ ਸੀ? ਭੱਟ ਟੋਲਦੇ ਸੀ। ਬਸ ਇਹ ਕਹਾਂ ਫਿਰਿਓ ਕਿਨੂੰ ਨਾ ਪਰਚੋ ਲਾਇਓ, ਉਹੀ ਟੋਲਦੇ ਤੇ। ਸਬੂਤ ਤਾਂ ਸਾਰੇ ਪਏ ਨੇ ਸਾਡੇ ਕੋਲ, ਗੁਰਬਾਣੀ 'ਚ ਪਏ। ਉਹ ਟੋਲਦਾ ਤਾਂ ਕੋਈ ਫੁੱਲ ਭੌਰੇ ਸੀ, ਉਹ ਵੀ ਫਿਰਦੇ। ਭੱਟ ਗੁਰੂ ਘਰ 'ਚ ਆ ਕੇ ਫੁੱਲ ਖਿੜੇ ਹੋਏ ਸੀ, ਉੱਥੇ ਦਾ ਬਾਗ ਖੜਿਆ ਪਿਆ ਸੀ। ਮਨ ਖੜਿਆ ਹਰਿਆ ਬਾਗ, ਬਹਿ ਗਏ ਫਟਾਫਟ ਲੈ ਲਿਆ ਰਸ, ਫੁੱਲ ਦਾ ਰਸ ਲੈ ਲਿਆ। ਬਸ ਆਪਣਾ ਵੀ ਖੜ ਗਿਆ, ਆਪਣਾ ਮਨ ਵੀ ਖੜ ਗਿਆ, ਰਸ ਗਿਆਨ ਦਾ ਲੈ ਲਿਆ। ਹਾਂ, ਕਹੂੰ ਪੌਣ ਹਵੈ ਕੇ ਬਹੇ ਬੈਗ ਐਸੇ ਬੇਗ ਐਸੇ, ਕਹੂੰ ਪੌਣ ਹੋਏ ਕਿ ਕਿਤੇ ਪੌਣ ਬਣ ਕੇ ਐਸਾ ਬੇਗ ਬਣ। ਕੈਸਾ ਬੇਗ? ਕੈਸਾ ਬੇਗ? ਦੇਖੋ ਭਾਈ, ਗਿਆਨ ਕੀ ਆਈ ਆਂਦੀ ਬੇਗ ਹੈ। ਪੌਣ ਕੀ ਬਾਣੀ ਹੈ, ਮੂੰਹ ਕਾ ਕਿਆ ਭਾਵ ਹੈ। ਕਿਤੇ ਪੌਣ ਬਣ ਕੇ ਐਸੇ ਬੇਗ ਦੇ ਨਾਲ ਬਹਿੰਦਾ, ਐਸੀ ਤੇਜ਼ੀ ਨਾਲ ਬਹਿੰਦਾ, ਗਿਆਨ ਦੀ ਆਂਦੀ ਆ ਜਾਂਦੀ ਹੈ। ਦੇਖੋ ਭਾਈ, ਗਿਆਨ ਕੀ ਆਈ ਆਂਦੀ, ਸਭੇ ਰਾਣੀ ਭਰਮ ਕੀ ਟਾਟੀ ਰਹੇ ਨ ਮਾਇਆ ਬੰਦੀ। ਜਦੋਂ ਪਰਮੇਸ਼ਰ ਦਾ ਹੁੰਦਾ ਨਾ ਮਰਜੀ, ਗਿਆਨ ਕੀ ਆਂਦੀ ਆ ਜਾਂਦੀ ਹੈ। ਕਿ ਆਹ ਹਨੇਰੀ ਆਉਂਦੀ ਹੈ, ਕਿਸੇ ਨੂੰ ਪੁੱਛ ਕੇ ਆਉਂਦੀ ਹੈ। ਜਿੰਨਾ ਮਰਜੀ ਕਹੀ ਜਾਣ, ਅੰਦਾਜ਼ਾ ਲਾਈ ਜਾਣ, ਪਤਾ ਹੀ ਲੱਗਦਾ ਆਊ ਕਿ ਨਹੀਂ ਆਊ, ਕਦ ਆਊ। ਸੁਨਾਮੀ ਲਹਿਰਾਂ ਆ ਜਾਂਦੀਆਂ ਨੇ। ਇਹ ਤਾਂ ਉਹਦੀ ਖੇਡ ਹੈ ਰਚਨਾ। ਇਹ ਗਿਆਨ ਕੀ ਆਂਦੀ ਵੀ ਜ਼ਿਆਦਾ ਆਉਂਦੀ ਹੈ, ਵੀ ਉਹਦੀ ਮਰਜ਼ੀ ਹੈ। ਗਿਆਨ ਕੀ ਆਂਦੀ ਹੀ ਖਾਲਸੇ ਦਾ ਪ੍ਰਗਟ ਹੋਣਾ। ਕਬੀਰ ਖਾਲਸਾ ਹੀ ਹੈ ਨਾ, ਉਹੀ ਕਹਿ ਰਿਹਾ ਗਿਆਨ ਕੀ ਆਈ ਆਂਦੀ। ਪ੍ਰਗਟਿਓ ਖਾਲਸਾ ਪਰਮਾਤਮਾ ਕੇ ਮੌਜ, ਗਿਆਨ ਕੀ ਆਂਦੀ ਦਾ ਪ੍ਰਗਟ ਹੋਣਾ ਹੀ ਖਾਲਸਾ ਪ੍ਰਗਟ ਹੋਣਾ। ਬਸ ਉਹਦੇ ਮੂਹਰੇ ਕੋਈ ਗਿਆਨੀ ਨਹੀਂ ਖੜ ਸਕਦਾ, ਕੋਈ ਵਿਦਵਾਨ ਨਹੀਂ ਰੁਕ ਸਕਦਾ। ਦੁਨੀਆ ਦਾ ਕੋਈ ਪ੍ਰਚਾਰਕ, ਕੋਈ ਗਿਆਨੀ, ਕੋਈ ਧਰਮ, ਕੋਈ ਬਖਤਾ, ਕੋਈ ਨਹੀਂ ਰੁਕ ਸਕਦਾ। ਸਭ ਹਨੇਰੀ ਦੇ ਵਿੱਚ, ਤੂਫਾਨ ਦੇ ਮੂਹਰੇ ਪੈਰ ਹੀ ਨਹੀਂ ਲੱਗਦੇ ਕਿਸੇ ਦੇ। ਸਭੇ ਉਡਾਨੀ ਭਰਮ ਛੱਡਦੀ ਹੀ ਨਹੀਂ। ਉਹ ਭਰਮ ਦਾ ਸਵਾਲ ਹੀ ਨਹੀਂ ਉਹਦੇ ਮੂਹਰੇ ਅਟਕ ਜਵੇ। ਭਰਮ ਗਿਆਨੀਆਂ ਦੇ ਮੂਹਰੇ ਭਰਮ ਅਟਕਦਾ ਹੈ। ਭਰਮ ਗਿਆਨੀਆਂ ਦਾ ਭਰਮ ਪਾਇਆ ਹੋਇਆ ਨਾ। ਸਭੇ ਉਡਾਨੀ ਭਰਮ ਦੇ ਪੜਦੇ ਸਾਰੇ ਉਡਾ ਦਿੰਦੀ ਹੈ। ਰਹਿ ਨਾ ਮਾਇਆ ਬਾਂਦੀ, ਮਾਇਆ ਨਾਲ ਸੰਬੰਧ ਕੋਈ ਨਹੀਂ।
ਮਾਇਆ ਨਾਲ ਸੰਬੰਧ ਤੋੜ ਦਿੰਦੀ ਹੈ। ਉਹਦੀ ਜਿਹੜੀ ਗੱਲ ਹੁੰਦੀ ਹੈ ਉਹਦਾ ਮਾਇਆ ਨਾਲ ਸੰਬੰਧ ਨਹੀਂ ਹੁੰਦਾ। ਮਾਇਆ ਨਾਲ ਜੋੜ ਕੇ ਨਹੀਂ ਗੱਲ ਕਰਦੇ, ਉਹ ਨਿਰਾਕਾਰ ਨਾਲ ਜੋੜ ਕੇ ਗੱਲ ਕਰਦੇ ਨੇ। ਉਹ ਨਿਰਾਕਾਰ ਨਾਲ ਜੋੜਦੇ ਤਾਂ ਗੱਲ ਆਂਦੀ ਨਹੀਂ ਸੀ ਬਣਨੀ। कहूँ पौन है वह के बहे बेग ऐसे। ਹੁਣ ਇਹੀ ਜੇ ਪੌਣ ਬਾਹਰਲੀ ਮੰਨ ਲਈਏ ਤਾਂ ਭਰਮ ਗਿਆਨ ਹੋ ਗਿਆ। ਜੇ ਮੂੰਹ ਕਾ ਕਿਹਾ ਬਾਓ ਗੁਰਬਾਣੀ ਜਿਵੇਂ ਜਦ ਪ੍ਰਗਟ ਹੋਈ ਹੈ ਉਹ ਮੰਨ ਲਈਏ, ਫਿਰ ਕੀ ਹੋਇਆ? ਫਿਰ ਗਿਆਨ ਕੀ ਆਂਦੀ ਬਣ ਗਈ। ਬਹੇ ਵੇਗ ਐਸੇ कहे मुँह न आवे कहूँ ताहे कैसे। ਦੱਸ ਉਹ ਦੱਸਣ ਤੇ ਪਰੀ ਇਹ ਗੱਲ ਕਿਵੇਂ ਬਹਿੰਦੀ ਹੈ ਉਹ ਮੈਂ ਦੱਸ ਨਹੀਂ ਸਕਦਾ। ਉਹ ਕਹੇ ਮੂੰਹ ਨਾ ਆਵੇ। ਹੁਣ ਜੇ ਬਾਹਰ ਦੀ ਹਨੇਰੀ ਹੁੰਦੀ ਕਿਉਂ ਨਹੀਂ ਦੱਸ ਹੁੰਦੀ? ਉਹ ਕਿਉਂ ਨਹੀਂ ਦੱਸ ਹੁੰਦੀ ਬਈ? ਉਹ ਤਾਂ ਦੱਸ ਹੋ ਜਾਂਦੀ ਬਈ। ਉਹ ਜੀ ਛੱਪਰ ਉਡਾ ਦਿੰਦੀ ਹੈ, ਉਹ ਜੀ ਦਰਖਤ ਛੱਡ ਦਿੰਦੀ ਹੈ, ਉਹ ਜੀ ਬੱਸਾਂ ਉਲਟਾ ਦਿੰਦੀ ਹੈ, ਉਹ ਤੂੜੀ ਦੇ ਕੁੱਪ ਵੀ ਚੱਕ ਲਏ ਤੇ ਉੱਥੇ ਰੇਹੜੀ ਚੱਕ ਲਈ ਸੀ। ਉਹਦਾ ਦੱਸੀ ਆਹ ਕਿਉਂ ਨਹੀਂ ਦੱਸ ਹੋਈ? कहे मुँह न आवे कहूँ ताहे कैसे। ਉਹ ਮੇਰੇ ਕਹਿਣ ਤੋਂ ਪਰੇ ਹੀ ਹੈ। ਕੀ ਕਰਦੀ ਹੈ ਮੈਨੂੰ ਮੈਂ ਨਹੀਂ ਦੱਸ ਸਕਦਾ। ਉਹ ਕਹਿਣ ਤੋਂ ਪਰੇ ਹੀ ਹੈ ਕੀ ਹੁੰਦਾ। ਉਹ ਤਾਂ ਜੋ ਤੂੰ ਚਾਹੁੰਦਾ ਉਹ ਹੁੰਦਾ। ਉਹ ਤਾਂ ਉਸ ਵੇਲੇ ਦੀ ਜੋ ਹਾਲਾਤ ਹੁੰਦੇ ਨੇ ਤੈਂ ਕਿਉਂ ਲੈਂਦੀ ਹੈ ਹਨੇਰੀ ਉਹ ਤੈਨੂੰ ਪਤਾ ਹੈ। ਉਸ ਵੇਲੇ ਦੇ ਹਿਸਾਬ ਨਾਲ ਇਹ ਦੱਸੀ ਨਹੀਂ ਜਾ ਸਕਦੀ। ਉਹ ਕਹੇ ਮੋਨ ਆਪ ਹੈ ਕਹੂੰ ਤਾਂ ਕੈਸੇ, ਕਿਵੇਂ ਦੱਸਾਂ ਮੈਂ ਉਹਨੂੰ? ਉਹ ਤਾਂ ਬੋਲਣ ਤੋਂ ਹੀ ਪਰੇ ਹੈ ਮੇਰੇ। ਹੁਣ ਇਹ ਕੀ ਹੈ? ਇਹ ਕੀ ਹੈ? ਬ੍ਰਹਮ ਗਿਆਨ ਹੈ। ਇੱਕ ਛੋਟੀ ਜੀ ਗੱਲ ਹੈ। ਇਹ ਹੈ ਵਿਚਿੱਤਰ ਨਾਟਕ ਜਿਹਨੂੰ ਕਹਿੰਦੇ ਨੇ। ਫਲਾਣੇ ਦਾ ਲਿਖਿਆ, ਢਿਮਕੇ ਦਾ ਲਿਖਿਆ ਹੋਇਆ। ਇਹ ਖੋਲੂ ਕਪਾਟ। ਹੁਣ ਇਹ ਨਾਟਕ ਤਾਂ ਹੈ, ਵਿਚਿੱਤਰ ਹੈ, ਪਰ ਰਚਨਾ ਸੰਸਾਰ ਦੀ ਵਿਚਿੱਤਰ ਹੈ। ਚਿੱਤਰ ਵਿਚਿੱਤਰ ਇਹ ਹੈ ਬਚੇਰਾ। ਸਾਰਾ ਹੀ ਸਮਝਾ ਦੇਣ। ਇਹ ਰਚਨਾ ਦੇ ਵਿੱਚ ਹੀ ਹੋ ਰਿਹਾ ਹੈ। ਆਂਦੀ ਗਿਆਨ ਕੀ ਉੱਥੇ ਹੀ ਆ ਰਹੀ ਹੈ ਵਿੱਚੇ ਰਚਨਾ ਦੇ ਵਿੱਚ। ਰਚਨਾ ਦੇ ਵਿੱਚ ਆਰਾਮ ਦੀ ਆਉਣੀ ਹੈ, ਉਹੀ ਦੱਸੀ ਹੋਈ ਹੈ। ਇਹ ਵਿਚਿੱਤਰ ਨਾਟਕ ਦੇ ਪਿਛਲੀ ਗੱਲ ਹੈ। ਨਾਟਕ ਹੈ ਸਾਰਾ ਵਿਚਿੱਤਰ। ਚਿੱਤਰ ਵਿਚਿੱਤਰ ਇਹ ਹੈ ਬਚੇਰਾ। ਤਾਂ ਜੀ ਚਿੱਤਰੇ ਚਿਤਰਾਖ ਚਤੇਰਾ। ਕਿਉਂਕਿ ਚਤੇਰੇ ਨੇ ਆਂਦੀ ਲਿਆਂਦੀ ਹੈ। ਦੱਸੇ ਕੀ ਦੱਸੇ? ਮੈਂ ਕੀ ਦੱਸਾਂ? ਕਦ ਲਿਆਉਂਦਾ? ਜਦੋਂ ਦੀ ਲੋੜ ਹੁੰਦੀ ਹੈ। ਕਾਹਦੇ ਵਾਸਤੇ ਲੋੜ ਹੁੰਦੀ ਹੈ? ਟਾਈਮ ਸਿਰ। ਕਹਿ ਜਾ ਪਰ ਮੈਂ ਉਸ ਵੇਲੇ ਫੈਲਿਆ ਹੋਇਆ। ਹਰ ਵੇਲੇ ਇੱਕੋ ਜਿਹਾ ਤਾਂ ਰਹਿੰਦਾ ਨਹੀਂ। ਪਰ ਆਂਦੀ ਜ਼ਿਆਦਾ ਹੁੰਦੀ ਉਹਦੇ ਪਿੱਛੇ ਫਿਰ ਜਲ ਵੀ ਬਰਸਦਾ ਹੁੰਦਾ। ਆਂਦੀ ਪਾਛੇ ਜੋ ਜਲ ਬਰਸੇ ਤੇ ਤੇਰਾ ਜਨ ਪੀਣਾ। ਤੇ ਤੇਰਾ ਜਨ ਪੀਣਾ। ਕਹੋ ਕਬੀਰ ਮਨ ਪਿਆ ਪ੍ਰਗਾਸਾ ਉਹਦੇ ਪੰਜਬ ਚ ਨਾ ਸੂਰਜ ਚੜਿਆ ਹੁੰਦਾ। ਫਿਰ ਭਰੇਖਾ ਕੋਈ ਨਹੀਂ ਰਹਿ ਜਾਂਦਾ ਕਿਸੇ ਨੂੰ। ਫਿਰ ਆਵੇ ਚੁੱਪ ਕਰ ਜਾਂਦੇ ਨੇ। ਉਹਨੂੰ ਤਾਂ ਖੱਡਾਂ ਜਾ ਵੜਦੇ ਨੇ ਜੇ ਸੂਰਜ ਚੜ੍ਹਦਾ। ਉੱਲੂ ਤਾਂ ਸਾਰੇ ਖੱਡਾਂ ਜਾ ਵੜਦੇ ਹੁੰਦੇ ਨੇ ਸੂਰਜ ਚੜ੍ਹੇ ਤੇ। ਉੱਲੂ ਹੋਣ ਜਾਂ ਉੱਲੂ ਦੇ ਬੱਚੇ ਹੋਣ ਸਭ ਖੱਡਾਂ ਜਾ ਵੜਦੇ ਹੁੰਦੇ ਨੇ। ਇਹ ਨਹੀਂ ਨਾ ਸੂਰਜ ਦੀ ਰੋਸ਼ਨੀ ਬਰਦਾਸ਼ਤ ਕਰਦੇ। ਇਹ ਤਾਂ ਖੱਡਾਂ ਜਾ ਵੜਦੇ ਨੇ। ਭੋਰੇ ਪੱਟ ਕੇ ਇਹ ਆਪਣੇ ਕਮਰੇ 'ਚ ਬੰਦ ਕਰਕੇ ਆਪਣੇ ਬਹਿ ਜਾਂਦੇ ਆਰਾਮ ਨਾਲ। ਮਾੜਾ ਫੇਰ ਲੱਗ ਜਾਂਦੇ ਨੇ। ਵਿਦਵਾਨ ਹੋਈ ਚੁੱਪ। ਵਿਦਵਾਨਾਂ ਨੂੰ ਤਾਂ ਉਹੀ ਸੰਗਤ ਮੂੰਹ ਹੀ ਨਹੀਂ ਲਾਉਂਦੀ ਹੁੰਦੀ। ਪੰਡਤ ਨੂੰ ਤਾਂ ਮੂੰਹ ਹੀ ਨਹੀਂ ਲਾਇਆ ਮੁੜ ਕੇ ਕਿਸੇ ਨੇ। ਲਾਇਆ ਪੰਡਤ ਨੂੰ ਮੂੰਹ? ਸੰਤ ਤਾਂ ਫਿਰ ਵੀ ਬਚ ਗਏ, ਚੁੱਪ ਕਰ ਗਏ। ਕੋਈ ਸੁਧਾਰ ਕਰ ਲਿਆ। ਆ ਚਲੇ ਆਉਂਦੇ ਨੇ ਸੰਤ। ਪੰਡਤ ਨੂੰ ਕੋਈ ਨਹੀਂ ਪੁੱਛਦਾ। ਜੇ ਮਿੱਟੀ ਪਲੀਤ ਹੋਈ ਹੈ ਪੰਡਤ ਦੀ ਹੋਈ ਹੈ ਜ਼ਿਆਦਾ। ਸੰਤਾਂ ਦੀ ਉਹਨੀ ਮਿੱਟੀ, ਕਿਉਂਕਿ ਸੰਤਾਂ ਵਿੱਚੋਂ ਹੀ ਆਦਮੀ ਆਏ ਨੇ ਨਾ ਭਗਤ। ਸੰਤਾਂ ਨੂੰ ਭੁਲੇਖਾ ਹੁੰਦਾ। ਕੋਈ ਸ਼ਰਾਰਤੀ ਹੁੰਦੇ ਨੇ ਉਹ ਚੁੱਪ ਕਰ ਜਾਂਦੇ ਨੇ। ਉਹ ਦੂਏ ਸਮਝਾ ਦਿੰਦੇ ਵੀ ਹੁਣ ਛੱਡ ਦੋ ਭਾਈ ਇਹ ਕੰਮ, ਹੁਣ ਸਿੱਧੇ ਹੋ ਜਾਓ, ਹੁਣ ਨਹੀਂ ਚੱਲਣਾ, ਬਥੇਰਾ ਤੁਸੀਂ ਕਰ ਲਿਆ ਗੜਬੜ, ਹੁਣ ਚੁੱਪ ਕਰਕੇ ਪ੍ਰਚਾਰ ਕਰੋ, ਸਿੱਧਾ ਨਹੀਂ ਚੁੱਪ ਕਰ ਜਾਓ। ਚਲੇ ਆਪਣਾ ਵਕਤ ਬਚਾ ਕੇ ਚੁੱਪ ਕਰ ਜਾਂਦੇ ਨੇ। ਇਹ ਵਿਦਵਾਨ ਮੂੰਹ ਰਹਿ ਜਾਂਦੇ ਲੋਕਾਂ ਦੇ। ਆ ਜਿਹੜੇ ਬੋਲਦੇ ਨਾ ਦੂਏ ਵਿਦਵਾਨਾਂ ਨੂੰ ਬੁਲਾਓ ਤਾਂ ਸਾਨੂੰ ਜੀ ਦੱਸ, ਉਹਨਾਂ ਦੇ ਬੁਲਾਓ ਜੀ ਐਂ ਕਰੋ। ਵਿਦਵਾਨ ਕੌਣ ਹੁੰਦੇ ਨੇ? ਇਹਦਾ ਫੈਸਲਾ ਕਰਨ ਵਾਲੇ ਵਿਦਵਾਨ ਹੁੰਦੇ ਕੌਣ ਨੇ? ਫੈਸਲਾ ਕਰਨ ਵਾਲੇ ਤੁਸੀਂ ਕੌਣ ਹੋ? ਕੌਣ ਫੈਸਲਾ ਕਰੂ ਸੱਚ ਝੂਠ ਦਾ? ਜਿਹਨੂੰ ਗਿਆਨ ਹੈ ਸੱਚ ਝੂਠ ਦਾ ਉਹ ਕਰੂਗਾ। ਤੁਹਾਨੂੰ ਕਿਹਨੂੰ ਗਿਆਨ ਹੈ? ਨਾ ਵਿਦਵਾਨਾਂ ਨੂੰ ਗਿਆਨ, ਨਾ ਤੁਹਾਨੂੰ ਗਿਆਨ। ਸੱਚ ਝੂਠ ਦਾ ਜਿਹਨੂੰ ਗਿਆਨ ਹੈ ਉਹ ਫੈਸਲਾ ਕਰੂ। ਪਹਿਲਾਂ
ਜੱਜ ਕੌਣ ਬਣੂ? ਗੁਰਮੁਖ ਖੋਟੇ ਖਰੇ ਪਛਾਣ। ਗੁਰਮੁਖ ਦੇ ਬਿਨਾਂ ਖੋਟੇ ਖਰੇ ਦੀ ਪਛਾਣੇ ਕਿਸੇ ਨੂੰ ਨਹੀਂ ਹੈ। ਖੋਟੇ ਖਰੇ ਦੀ ਕੱਚੀ ਪੱਕੀ ਬਾਣੀ ਦੀ ਪਛਾਣ ਕਿਹਨੂੰ ਹੈ? ਗੁਰਮੁਖ ਨੂੰ। ਕੱਚੀ ਪੱਕੀ ਬਾਣੀ ਦੀ ਜਿਹਨੂੰ ਪਛਾਣ ਨਹੀਂ ਹੈ, ਨਾ ਉਹ ਇਹ ਤੇ ਬਹਿਸ ਕਰ ਸਕਦਾ, ਨਾ ਕੋਈ ਫੈਸਲਾ ਦੇ ਸਕਦਾ। ਕੱਚੀ ਪੱਕੀ ਬਾਣੀ ਦੀ ਪਛਾਣ ਹੈ, ਜੇ ਕਿਸੇ ਨੂੰ ਸਮਝਾ ਦੇਵੇ ਉਹਦੇ ਨਾਲ ਫਿਰ ਗੱਲ ਕਰ ਲੈਣੇ, ਨਹੀਂ ਸੁਣ ਲੈਣ, ਬਸ ਸੁਣੇ ਲੈਣ। ਤੁਸੀਂ ਗੱਲ ਕਹਿੰਦੇ ਚਲੇ ਜਾਓ, ਇਹਨਾਂ ਦਾ ਧਿਆਨ ਨਾ ਦਿਓ। ਇਹਨਾਂ ਦੇ ਲੜਾਈ ਕਿਤੇ ਅੱਗੇ 150 ਸਾਲ ਮੁੱਕੀ ਨਹੀਂ, ਫਿਰ ਮੁੱਕਣੀ ਨਹੀਂ। ਲੋੜ ਕੀ ਇਹਨਾਂ ਨੂੰ ਮਗਜ ਮਾਰਨ ਦੀ? ਛਿੱਤਰ ਖਾ ਕੇ ਆਵੇ ਬਹਿ ਜਾਣਗੇ, ਆਵੇ ਬਹਿ ਜਾਣਾ ਛਿੱਤਰ ਖਾ ਕੇ। ਇਹਨਾਂ ਨੇ ਬੋਲਤੀ ਲੋਕਾਂ ਨੇ ਬੰਦ ਕਰ ਦੇਣੀ ਇਹਨਾਂ ਦੀ। ਪੜ੍ਹੇ ਲਿਖੇ ਬਥੇਰੇ ਮੁੰਡੇ ਨੇ ਜਿਹੜੇ ਲੱਗੇ ਨੇ ਇੰਟਰਨੈਟ ਤੇ, ਉਹਨਾਂ ਨੇ ਇਹਨਾਂ ਨੂੰ ਘੇਰ ਲੈਣਾ। ਥੱਲੇ ਬਥੇਰੇ ਨੇ, ਇਹਨਾਂ ਵਰਗੇ ਬਥੇਰੇ ਨੇ, ਇਹਨਾਂ ਨੂੰ ਚੰਗੇ ਨੇ ਉਹ ਜਿਹੜੇ ਕੁਛ ਭਾਲਦੇ ਨੇ, ਉਹਨਾਂ ਨੇ ਪੈ ਜਾਣਾ ਇਹਨਾਂ ਨੂੰ। ਹਾਂ, ਕਹੂੰ ਨਾਦ ਹਵੈ ਕੇ ਭਲੀ ਭਾਂਤ ਬਾਜੇ। ਆ ਦੇਖੋ, ਕਹੂੰ ਨਾਦ ਹੋਇਆ ਕਿ ਬਾਡੀ ਨੇ ਜਾ ਕੇ ਨਾਦ ਤੇ ਗੱਲ ਕਿਵੇਂ ਕਥਨ ਕਰੂ ਨਾਦ ਨੂੰ? ਆ ਇਹ ਗੱਲ ਭਲੀ ਭਾਂਤ ਬਾਜੇ। ਨਾਦ ਤਾਂ ਭਲੀ ਭਾਂਤ ਵੱਜ ਰਿਹਾ ਅਗਲੇ ਦੇ ਹਿਰਦੇ 'ਚ। ਗਿਆਨ ਕਿ ਉੱਥੋਂ ਆਂਦੀ ਆ ਰਹੀ ਹੈ, ਮੈਂ ਉਹਨੂੰ ਕੀ ਦੱਸਾਂ? ਉਹ ਤਾਂ ਕੱਥ ਕਥਾ ਹੈ, ਫਿਰ ਕੱਥ ਕਥਾ ਬਣ ਜਾਂਦੀ ਹੁੰਦੀ ਹੈ, ਉਹ ਨਹੀਂ ਕਥੀ ਜਾਂਦੀ ਹੁੰਦੀ। ਉਹੀ ਹੈ ਕਹੇ ਬੋਨਾ ਆਵੇ, ਕਥੋਂ ਤਾਹੇ ਕੈਸੇ, ਕਥੂ ਤਾਹੇ ਕੈਸੇ। ਕਬੀਰ ਕਹਿੰਦਾ ਵੀ ਜਦੋਂ ਪ੍ਰੇਮ ਰਸ ਹੁੰਦਾ ਨਾ, ਫਿਰ ਜਦੋਂ ਪ੍ਰੇਮ ਰਸ ਆਵਾ ਸੋ ਅਕੈ ਕਹਾ ਕਹਿ ਸਮਝਾਵਾਂ। ਜਿਹੜਾ ਕਹਿੰਦਾ ਪ੍ਰੇਮ ਰਸ ਆਉਂਦਾ ਨਾ ਕੁਸਮ ਦੇ ਵਿੱਚ, ਕੱਕਾ ਕਿਰਨ ਕਮਲ ਵਿੱਚ ਪਾਵਾ। ਕੱਕੇ ਨਾਲ ਜਦ ਗੱਲ ਕਰਦਾ ਨਾ ਬਾਬਾ ਨਖਰੀ 'ਚ, ਕੱਕਾ ਕਿਰਨ ਕਮਲ ਵਿੱਚ ਪਾਵਾ। ਜੇ ਕਹਿੰਦੇ ਇੱਕ ਕਿਰਨ ਗੁਰਬਾਣੀ ਦੇ ਗਿਆਨ ਦੀ ਕਮਲ ਹਿਰਦੇ 'ਚ ਪੈ ਜਾਵੇ ਨਾ, ਸਸੀ ਵਿਗਾਸ ਸੰਪਟ ਨਹੀਂ ਆਵਾ। ਐਸਾ ਮਨ ਖਿੜਦਾ, ਵਿਗਾਸ ਚਾਹੁੰਦਾ, ਦੁਬਾਰਾ ਇਕੱਠਾ ਹੁੰਦਾ ਹੀ ਨਹੀਂ, ਪੜਦਾ ਹੁੰਦਾ ਨਹੀਂ, ਭਰਮ ਦਾ ਪੜਦਾ ਚਾਕ ਹੋ ਜਾਂਦਾ। ਕਿਰਨ ਤਾਂ ਜਾਊ ਭਰਮ ਨੂੰ ਚੀਰ ਕੇ, ਕਿਰਨ ਲੰਘੂਗੀ, ਭਰਮ ਦਾ ਪੜਦਾ ਚਾਕ ਕਰਕੇ ਲੰਘੂਗੀ। ਭਰਮ ਕੱਟਿਆ ਗਿਆ, ਦੁਬਾਰਾ ਭਰਮ ਪੈਦਾ ਹੋ ਨਹੀਂ ਸਕਦਾ। ਪਰ ਜੋ ਤਾਰ ਸੱਚਦਾਰ ਮਨ ਦਾ ਸਾਹਮਣਾ ਸਾਹਮਣਾ ਹੋ ਗਿਆ, ਸੱਚ ਪ੍ਰਗਟ ਹੋ ਗਿਆ ਮਨ ਦੇ ਸਾਹਮਣੇ, ਦਰਸ਼ਨ ਹੋ ਗਿਆ। ਕਿਰਨ ਦਾ ਹੋਰ ਕੀ ਹੋਣਾ ਸੀ? ਇੱਕ ਕਿਰਨ ਦਰਸ਼ਨ ਦਿਖਾਇਆ ਜੀ। ਔਰ ਜਿਹੜਾ ਫਿਰ ਕੁਸਮ ਦੇ ਵਿੱਚ ਹਿਰਦੇ 'ਚ ਉਹਨੂੰ ਰਸ ਆਉਂਦਾ ਨਾ, ਹਿਰਦਾ ਖਿੜੇ ਤੇ ਮਨ ਨੂੰ ਰਸ ਆਉਣਾ। ਮਨ ਭੌਰਾ ਹੈ, ਮਨ ਫੇ ਉਹ ਜਾ ਬਹਿੰਦਾ ਖਿੜੇ ਹੋਏ ਫੁੱਲ ਤੇ, ਜਾਂ ਮਨ ਖਿੜਦਾ ਨਾ ਫੁੱਲ, ਮਨ ਉੱਥੇ ਜਾ ਬਹਿੰਦਾ, ਉੱਥੋਂ ਉਹਨੂੰ ਰਸ ਆਉਂਦਾ। ਪਹਿਲਾਂ ਰਸ ਨਹੀਂ ਸੀ ਆਉਂਦਾ, ਤਾਂ ਛੱਡ ਕੇ ਚਲਿਆ ਜਾਂਦਾ। ਫੁੱਲ ਖਿੜਿਆ ਹੋਇਆ ਨਹੀਂ, ਭੌਰਾ ਬੈਠੇ ਕਿਵੇਂ? ਭੌਰਾ ਗੇੜਾ ਮਾਰਦਾ, ਫੁੱਲ ਖਿੜਿਆ ਨਹੀਂ ਅਜੇ। ਜੋਗੀ ਦਾ ਮਨ ਅੰਦਰ ਜਾਂਦਾ, ਫੁੱਲ ਤਾਂ ਖਿੜਿਆ ਹੋਇਆ ਨਹੀਂ, ਡੋਡੀ ਵੀ ਨਹੀਂ ਹੋਈ ਉੱਥੇ, ਤਾਂ ਮਨ ਉੱਥੇ ਕਰੇਗੀ ਜਾ ਕੇ। ਜਦ ਫੁੱਲ ਖਿੜਿਆ ਹੋਇਆ, ਫਿਰ ਭੌਰਾ ਇਹਦੀ ਮਰੋੜ ਜਾਊਗਾ, ਫਿਰ ਫੁੱਲ ਨੂੰ ਕਾਹਦੇ ਛੱਡੂਗਾ? ਫਿਰ ਫੁੱਲ ਨੂੰ ਕਿਉਂ ਛੱਡੂਗਾ? ਉਹਦਾ ਰਸ ਹੈ ਉੱਥੇ। ਸਮਝਿਆ ਨਹੀਂ? ਕੱਕਾ ਕਿਰਨ ਕਮਲ ਮੈਂ ਪਾਵਾ, ਸਸੀ ਵਿਗਾਸ ਸੰਪਟ ਨਹੀਂ ਆਵਾ। ਸਸੀ ਵਿਗਾਸ ਹੋ ਜਾਂਦਾ, ਸੰਪਟ ਨਹੀਂ ਆਉਂਦਾ, ਫਿਰ ਇਕੱਠਾ ਨਹੀਂ ਹੁੰਦਾ ਫੁੱਲ, ਉਹ ਦੁਬਾਰਾ ਖੜਿਆ ਹੀ ਰਹਿੰਦਾ। ਔਰ ਉੱਥੋਂ ਕੁਸਮ ਰਸ ਆਵਾ, ਔਰ ਤੈ ਕੁਸਮ ਫੁੱਲ ਦੇ ਵਿੱਚੋਂ ਜੋ ਰਸ ਆਉਂਦਾ ਮਨ ਨੂੰ, ਆਪ ਨੂੰ ਆਇਆ ਨਾ। ਕਬੀਰ ਆਪਣੀ ਅਸਲ ਆਪਣੀ ਗੱਲ ਕਰ ਰਿਹਾ, ਪਹਿਲਾਂ ਉਸੇ ਨੂੰ ਆਇਆ ਨਾ। ਕੁਸਮ ਰਸ ਆਵਾ ਸੋ ਅਕੈ, ਉਹ ਅਕੈ ਉਹ ਦੱਸਣ ਤੋਂ ਪਰੇ ਹੈ। ਕਹਾ ਕਹਿ ਸਮਝਾਵਾਂ, ਮੈਂ ਸਮਝਾਵਾਂ ਤੁਹਾਨੂੰ ਕੀ ਕਹਿ ਕੇ? ਉਹਦਾ ਫਿਰ ਭਾਈ ਜਿਹੜਾ ਖਾਊਗਾ, ਗੂਗੇ ਕੀ ਮਠਿਆਈ ਹੈ, ਜਿਹੜਾ ਖਾਊਗਾ ਉਸ ਨੂੰ ਪਤਾ ਲੱਗੂਗਾ। ਉਹ ਤਾਂ ਗੂਗੇ ਕੀ ਮਠਿਆਈ ਹੈ, ਫਿਰ ਉਹ ਨਹੀਂ ਦੱਸੀ ਜਾ ਸਕਦੀ। ਉਹ ਜਿਹਦੇ ਮੂੰਹ 'ਚ ਪੈ ਗਈ ਉਸ ਨੂੰ ਪਤਾ ਲੱਗੂ। ਜੋ ਗੂਗੇ ਗੁੜ ਖਾਇਆ, ਪੁੱਛੇ ਤੇ ਕਿਆ ਕੀ ਦੱਸੇ ਵਿਚਾਰਾ ਗੂਗਾ? ਉਹ ਉੱਥੇ ਕਹਿ ਰਹੇ ਨੇ ਕਹਾ ਕਹਿ ਸਮਝਾਵਾਂ, ਕਹਿ ਰਿਹਾ ਕਬੀਰੇ ਕਹਿੰਦੇ ਨੇ, ਉਹ ਕਹੇ ਮੋਨਾਵ ਕਥੋਂ ਤਾਹੇ ਕੈਸੇ, ਕਥੂ ਤਾਂ ਹੈ ਕੈਸੇ ਕਹੋ ਮੋਨਾ ਕਹੇ ਮੋਨਾ ਆਵਾ। ਮੈਂ ਉਹਨੂੰ ਕੀ ਦੱਸਾਂ, ਉਹ ਕਹਿਣ ਤੋਂ ਪਰੇ ਆ ਗੱਲ। ਦੇਖੋ ਆਦ ਵਿੱਚ ਵੀ ਕਿਹਾ ਹੋਇਆ, ਗੋਗੇ ਕੀ ਮਠਿਆਈ ਵੀ ਕਿਹਾ ਹੋਇਆ, ਇੱਥੇ ਵੀ ਕਿਹਾ। ਦੱਸੋ ਕੀ ਫਰਕ ਹੈ ਇਹਦਾ? ਆਦ ਨਾਲ ਇਹਦਾ ਕੀ ਫਰਕ ਹੈ 75 ਨਾਟਕ ਦਾ?
ਜੇ ਤੁਹਾਨੂੰ ਨਹੀਂ ਪਤਾ ਸਾਡਾ ਠੇਕਾ ਲਿਆ ਵੀ ਤੁਸੀਂ ਪਾਗਲ ਹੋ ਜੇ ਕੋਈ ਆਪ ਪਾਗਲ ਹੈ ਖਰ ਦਿਮਾਗ ਹੈ ਤਾਂ ਸਾਡਾ ਹੁਣ ਸਾਡਾ ਕੀ ਕਸੂਰ ਹੈ? ਕਿਸੇ ਦਾ ਕੀ ਕਸੂਰ ਹੈ ਜੇ ਤੁਹਾਡਾ ਦਿਮਾਗ ਖੋਤੇ ਦਾ? ਆਪਣਾ ਦਿਮਾਗ ਬਦਲ ਲਓ ਕਿਤੋਂ ਜਾ ਕੇ। ਇੱਥੇ ਤੱਕ ਗੁਰਬਾਣੀ ਦੇ ਨਾਲ ਕਿਹੜੀ ਚੀਜ਼ ਨਹੀਂ ਮਿਲਦੀ? ਬਿਲੂ ਸਾਰਾ ਹੀ ਤੁਰਥੇ ਹੀ ਮਿਲ ਜਾਣਾ ਅਖੀਰ ਤੱਕ ਸਭ ਕੁਝ। ਇਹ ਦੱਸਣ ਵੀ ਇੱਥੋਂ ਗੁਰਬਾਣੀ ਦੇ ਖਿਲਾਫ ਹੈ। ਆਹ ਗੱਲ 'ਚ ਵਾਧੂ ਲਿਖੀ ਤੀ, ਗੁਰਬਾਣੀ ਚਾਹੀਦੀ ਨਹੀਂ ਸੀ। ਗੁਰਬਾਣੀ 'ਚ ਵੀ ਪਈ ਹੋਊ, ਉਹ ਸਭ ਕੁਝ ਪਿਆ, ਉਹੀ ਗੱਲ ਦੂਈ ਹੋ ਹੀ ਨਹੀਂ ਸਕਦੀ। ਹੁਣ ਦੇਖਾਂਗੇ ਕਿਹੜਾ ਆਊਗਾ ਮੈਦਾਨ 'ਚ ਆਵੇ ਨਾ ਕੋਈ। ਉਹ ਪੈਨਸਲ ਰੱਖਤੀ ਸੀ ਉਹਨੇ, ਨੁਕਸ ਤਾਂ ਹਰੇਕ ਆਦਾ ਸੀ ਦਾ ਨੱਕ ਮੰਗਾ ਜੀ। ਉਹ ਕਹਿੰਦਾ ਇਹਨੂੰ ਠੀਕ ਕਰ ਦਿਓ। ਪੈਨਸਲ ਤਾਂ ਉਵੇਂ ਰੱਖੀ, ਕਹਿੰਦਾ ਵੀ ਜਿੱਥੇ ਹੁਣ ਨੁਕਸ ਹੈ ਅੱਜ ਮੇਰੀ ਤਾਂ ਹੋ ਗਈ ਬਸ, ਇਹਨੂੰ ਸੁਧਾਰ ਦਿਓ। ਫੇਰ ਨਹੀਂ ਪੈਨਸਲ ਛੇੜੀ ਕਿਸੇ ਨੇ। ਹੁਣ ਸਾਡਾ ਆਇਆ ਵੀ ਤੁਸੀਂ ਦੱਸੋ, ਅਸੀਂ ਕਾਹਦੇ ਕਹੀਏ? ਉਂਗਲੀ ਤੁਸੀਂ ਚੱਕੀ ਹੈ, ਉਂਗਲੀ ਤੁਹਾਡੀ ਉੱਠੀ ਹੈ 10 ਉਂਗਲਾਂ ਤੇ। ਤੁਸੀਂ ਦੱਸੋ ਕੀ ਫਰਕ ਹੈ ਦਸਮ ਦਾ? ਫਿਰ ਅਸੀਂ ਸੰਸ਼ੋਧਨ ਦੀ ਗੱਲ ਦੇਖਾਂਗੇ, ਅਸੀਂ ਸੈਟੀਸਫਾਈ ਕਰਾਵਾਂਗੇ ਤੁਹਾਨੂੰ। ਤੁਸੀਂ ਸਾਨੂੰ ਪਹਿਲਾਂ ਦੱਸੋ ਨੁਕਸ ਕੀ ਹੈ, ਕਿੱਥੇ ਹੈ? ਤੁਹਾਡੇ ਲਾਂਛਨ ਲਾਉਣ ਨਾਲ ਤਾਂ ਗੱਲ ਨਹੀਂ ਬਣਨੀ। ਐਂ ਤਾਂ ਦੁਨੀਆ 'ਚ ਬਥੇਰੇ ਲੋਕ ਨੇ ਜਿਹੜੇ ਕਹਿੰਦੇ ਰੱਬ ਹੀ ਨਹੀਂ, ਸੁਣਦਾ ਕੋਈ ਉਹਨਾਂ ਦੀ। ਇਹ ਤਾਂ ਤੁਸੀਂ ਉਹਨਾਂ 'ਚੋਂ ਵੀ ਰੱਬ ਹੈ ਨਹੀਂ। 10 ਗੁਰਾਂ ਦਾ 10 ਪਾਤਸ਼ਾਹ ਦੀ ਰਚਨਾ ਹੀ ਨਹੀਂ, ਇਹਦੇ ਬਰਾਬਰ ਇਹ ਰੱਬ ਤਾਂ ਹੈ ਹੀ ਨਹੀਂ। ਤੁਸੀਂ ਸਾਬਤ ਕਰੋ ਰਚਨਾ ਹੈ ਨਹੀਂ, ਕਿਹਦੀ ਹੈ ਫਿਰ ਇਹ? ਤੁਸੀਂ ਸਾਬਤ ਕਰੋ ਰੱਬ ਹੈ ਨਹੀਂ। ਤੁਸੀਂ ਕਹਿਣਾ ਹੈ ਨਹੀਂ ਸਾਬਤ, ਤੁਸੀਂ ਉਹ ਕਰਨਾ, ਅਸੀਂ ਕਾਹਦੇ ਕਰੀਏ? ਸਾਨੂੰ ਪਤਾ ਹੈ। ਤੁਸੀਂ ਸਾਬਤ ਕਰੋ ਹੈ ਨਹੀਂ, ਵੀ ਤੁਹਾਨੂੰ ਆਹ ਭੁਲੇਖਾ ਪਾਈ ਆਇਆ ਗੱਲ ਐ ਫਲਾਣੇ ਟਾਈਮ ਆ ਹੋ ਗਿਆ ਸੀ। ਤੁਸੀਂ ਕਹਾਂਗੇ ਛੁੱਟੀ ਕਰ ਲਈ ਵੀ ਰੱਬ ਹੈ ਨਹੀਂ। ਬਲੈਕਮੇਲ ਕਰਦੇ ਨੇ ਲੋਕਾਂ ਨੂੰ, ਇਹ ਬਲੈਕਮੇਲ ਹੈ ਲੋਕਾਂ ਨੂੰ, ਅਣਜਾਣਾ ਨੂੰ। ਔਰ ਗੁਰਮਤ ਨਾਲ ਧਰੋਹ ਹੈ ਬੜਾ ਭਾਰੀ। ਇਹ ਸਿੱਖੀ ਦੀ ਇਹ ਧਰੋਹ ਹੈ। ਇਹ ਧਰੋਹ ਤਾਂ ਸਾਬਤ ਹੋ ਜਾਣਾ। ਅੱਗੇ ਬਥੇਰੇ ਧਰੋਹ ਕਰ ਕਰਕੇ ਹੰਭਲੇ, ਤੁਸੀਂ ਕੀ ਵਿਗਾੜ ਦੇਣਾ?